मैं 20 फरवरी 1983 ਨੂੰ ਉਹਨਾਂ ਦੇ ਜਥੇ ਦੇ ਵਿੱਚ ਐਂਟਰੀ ਮਾਰੀ ਆ। ਉਦੋਂ ਤੋਂ ਮੈਂ ਇਹ ਗੱਲ ਸੁਣ ਰਹੀ ਸੀਗੀ, ਸੰਤ ਜਰਨੈਲ ਸੋਹਣੀ ਕਹਿੰਦੇ ਸੀ, ਕਹਿੰਦੇ ਸਿੰਘੋ ਤਿਆਰੀ ਕਰ ਲਓ, ਸਰਕਾਰ ਨੇ ਬਾਜ਼ ਨਹੀਂ ਆਉਣਾ, ਦਰਬਾਰ ਸਾਹਿਬ ਤੇ ਅਟੈਕ ਕਰਨਾ ਹੀ ਕਰਨਾ। ਮੈਂ ਥੰਮ ਦੇ ਪਿੱਛੇ ਲਟਾਇਆ ਹੋਇਆ ਸੀ ਤੇ ਮੈਨੂੰ ਨਹੀਂ ਪਤਾ ਵੀ ਮੈਂ ਉਹਨੂੰ ਸਵੇਰ ਦਾ ਦੁੱਧ ਦਿੱਤਾ ਸੀ ਕਿ ਨਹੀਂ ਦਿੱਤਾ ਸੀ। ਤੇ ਜਦੋਂ ਅਸੀਂ ਹਨੇਰਾ ਸੀ ਨਾ ਤੇ ਇੱਕ ਟਾਰਚ ਸੀਗੀ ਇਹਨਾਂ ਕੋਲ, ਤੇ ਇਹਨਾਂ ਨੇ ਟਾਰਚ ਮਾਰੀ ਬੇਟੇ ਦੇ ਚਿਹਰੇ ਦੇ ਉੱਤੇ ਤੇ ਉਹ ਹਨੇਰੇ 'ਚ ਖੇਡ ਰਿਹਾ ਸੀ, ਬਾਹਾਂ ਮਾਰਨ ਲੱਗਿਆ। ਮਤਲਬ ਉਹ ਰੋਇਆ ਹੀ ਨਹੀਂ। 19 ਮਈ ਤੋਂ ਲੈ ਕੇ 6 ਜੂਨ ਤੱਕ, ਸ਼ਹਾਦਤ ਤੱਕ ਉਹ ਰੋਇਆ ਨਹੀਂ। ਤੇ ਜਦੋਂ ਮੈਂ ਉਹਨੂੰ ਦੁੱਧ ਦੇ ਕੇ ਤੇ ਮੈਂ ਉਹਨੂੰ ਇੱਦਾਂ ਗਲ ਨਾਲ ਲਾ ਕੇ ਨਾ ਥਾਪਣ ਲੱਗ ਗਈ ਤੇ ਕੀਰਤਨ ਛੋਲੇ ਦਾ ਪਾਠ ਕੀਤਾ। ਫਿਰ ਮੈਂ ਕਿਹਾ ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ। ਤੇ ਜਿਵੇਂ ਹੀ ਗੋਲੀ ਇੱਕ ਜਾਲੀ ਪਾੜ ਕੇ ਅੰਦਰ ਆਈ ਆ ਤੇ ਉਹਨੇ ਬੇਟੇ ਦੀ ਪਿੱਠ ਚੀਰ ਕੇ ਮੇਰੀ ਛਾਤੀ ਦੇ ਅੰਦਰ ਧੱਸ ਗਈ। ਤੇ ਰਛਪਾਲ ਸਿੰਘ ਹੁਣੀ ਕਹਿੰਦੇ ਲੈ ਹੁਣ ਮੈਨੂੰ ਲੱਗਦਾ ਤੇਰੀ ਤੇ ਅਰਦਾਸ ਪੂਰੀ ਹੋ ਗਈ, ਤੂੰ ਤਾਂ ਮੇਰੇ ਤੋਂ ਪਹਿਲਾਂ ਤਿਆਰੀ ਕਰ ਲਈ ਆ। ਤੇ ਮੇਰੇ ਸਿਰ ਥੱਲੇ ਹੱਥ, ਪਿੱਛੇ ਨਾ ਅਸਲਾ ਪਿਆ ਸੀਗਾ, ਤੇ ਮੇਰੇ ਸਿਰ ਥੱਲੇ ਹੱਥ ਰੱਖ ਕੇ ਤੇ ਜਿਸ ਤਰ੍ਹਾਂ ਮੈਨੂੰ ਜ਼ਮੀਨ ਤੇ ਕਰਨ ਲੱਗੇ ਤੇ ਮੇਰੀ ਛਾਤੀ ਤੇ ਬੇਟਾ ਸੀ, ਮੈਂ ਇੱਦਾਂ ਘੁੱਟ ਲਿਆ ਉਹ ਤੇ ਉਸੇ ਵੇਲੇ ਵਿਚਾਰਾ ਸ਼ਹੀਦ ਹੋ ਗਿਆ। ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਈ ਤੇ ਦੂਸਰੀ ਗੋਲੀ ਇਹਨਾਂ ਦੀ ਪੁੜਪੁੜੀ ਚੋਂ ਆਰ ਪਾਰ ਹੋਈ ਤੇ ਮੇਰੇ ਸਿਰ ਤੇ ਡਿੱਗੇ। ਹੇਠਾਂ ਮੈਂ ਸੀ, ਛਾਤੀ ਤੇ ਬੇਟਾ ਸੀਗਾ ਤੇ ਮੇਰੇ ਸਿਰ ਤੇ ਇਹ ਡਿੱਗੇ ਆ ਕੇ, ਗੋਲੀ ਖਾ ਕੇ ਸਿਰ ਆਰ ਪਾਰ ਹੋਈ। ਹਾਂਜੀ, ਜਦੋਂ ਗੋਲੀ ਇਹਨਾਂ ਦੇ ਸਿਰ 'ਚ ਆਰ ਪਾਰ ਹੋਈ ਫਿਰ ਮੇਰੇ ਸਿਰ ਤੇ ਡਿੱਗੇ ਤੇ ਮੈਂ ਜਿੰਨਾ ਚਿਰ ਇਹਨਾਂ ਦਾ ਸਾਹ ਚੱਲਦਾ ਰਿਹਾ ਮੈਂ ਇਹਨਾਂ ਦੇ ਥੱਲਿਓਂ ਸਿਰ ਨਹੀਂ ਕੱਢਿਆ ਆਪਣਾ। ਤੇ ਫਿਰ ਇਹਨਾਂ ਨੇ ਜਦੋਂ ਫੌਜ ਅੰਦਰ ਆਈ ਤਾਂ ਉਹਨਾਂ ਨੇ ਸਰਾਂ ਦੇ ਵਿੱਚ ਚੰਗੀ ਤਬਾਹੀ ਮਚਾਈ, ਇੰਨੀ ਤਬਾਹੀ ਮਚਾਈ, ਇੰਨੇ ਮਤਲਬ ਨਵ ਜੰਮੇ ਬੱਚੇ ਵੀ, ਗਰਭਵਤੀ ਔਰਤਾਂ ਦੇ ਵੀ ਪੇਟਾਂ 'ਚ ਬ੍ਰੈਸਟ ਮਾਰੇ, ਉਹਨਾਂ ਦੇ ਬੱਚੇ ਨਿਕਲ ਕੇ ਬਾਹਰ ਡਿੱਗੇ। ਜਿਹਦੀ ਮਾਂ ਮਰ ਗਈ ਉਹਦੇ ਬੱਚੇ ਨੂੰ ਵੀ ਧੋ ਕੇ ਪੈਰਾਂ ਥੱਲੇ ਮਸ ਲਿਆ, ਦੂਜੀ ਮੰਜ਼ਲ ਤੋਂ ਚੁੱਕ ਥੱਲੇ ਮਾਰਿਆ। ਔਰਤਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ, ਫਿਰ ਔਰਤਾਂ ਨੂੰ ਬੇਇੱਜ਼ਤ ਬਹੁਤ ਕੀਤਾ। ਉਹਦੇ ਵਿੱਚੋਂ ਕੁਛ ਔਰਤਾਂ ਜਿਹੜੇ ਮੇਰੇ ਨਾਲ ਰੈਸਟ ਸੀਗੀਆਂ, ਉਹਨਾਂ ਨੇ ਜੋ ਦਰਦ ਦੱਸਿਆ ਮੈਂ ਇੱਥੇ ਬੋਲ ਨਹੀਂ ਸਕਦੀ ਕੈਮਰੇ ਦੇ ਸਾਹਮਣੇ। ਉਦੋਂ ਸ਼ਾਮ ਨੂੰ 5 ਜੂਨ ਸ਼ਾਮ ਨੂੰ ਸਾਨੂੰ ਖਬਰ ਮਿਲ ਗਈ ਸੀ ਕਿ ਜਨਰਲ ਸ਼ਵੇਤ ਸਿੰਘ ਹੁਣੀ ਸ਼ਹੀਦ ਹੋ ਗਏ। ਉਸ ਵੇਲੇ ਉਹ ਜਿਹੜੇ ਬੰਦੇ 2 ਉਹਨਾਂ ਦੇ ਨਾਲ ਸੀਗੇ, ਉਹ ਉਹਨਾਂ ਦੇ ਨਾਲ ਉੱਥੇ ਕੀ ਕਰਦੇ ਸੀ, ਉਹ ਅੱਜ ਵੀ ਜਿੰਦਾ ਬੈਠੇ ਨੇ, ਉਹ ਜ਼ਰੂਰ ਨੰਗੇ ਹੋਣੇ ਚਾਹੀਦੇ ਨੇ। ਤੇ ਅਜੇ ਬਹੁਤ ਕੁਝ ਛੁਪਿਆ ਪਿਆ ਜੋ ਅਜੇ ਮਤਲਬ ਦੁਨੀਆ ਦੇ ਸਾਹਮਣੇ ਆਉਣਾ ਬਾਕੀ ਆ। ਫਿਰ ਇਹਨਾਂ ਨੇ ਅੰਦਰੋਂ ਵਾਇਰਲੈਸ ਸੈੱਟ ਸੀਗੇ ਇਹਨਾਂ ਕੋਲ, ਰਾਮੂ ਵਾਲੀਏ ਵਰਗਿਆਂ ਹੋਣਾ ਕੋਲ, ਇਹਨਾਂ ਸਾਰਿਆਂ ਕੋਲ, ਜਿੱਥੇ ਸਾਰੀ ਚੰਡਾਲ ਚੌਕੜੀ ਬੈਠੀ ਸੀਗੀ। ਤੇ ਇਹਨਾਂ ਦਾ ਲਗਾਤਾਰ ਰਾਬਤਾ ਸੀ ਇੰਦਰਾ ਗਾਂਧੀ ਦੇ ਨਾਲ। ਬਲਵੰਤ ਸਿੰਘ ਰਾਮੂਵਾਲੀਆ ਦੀ ਗੱਲ ਕਰ ਰਹੇ ਹੋ ਤੁਸੀਂ? ਤੇ ਇਹਨਾਂ ਨੇ ਦੱਸਿਆ ਹੋਏਗਾ ਵੀ ਇੱਧਰੋਂ ਹੁਣ ਬਾਈ ਖਾਲੀ ਹੋ ਗਈ ਹੈ ਤੇ ਆ ਸਕਦੇ ਹੋ ਅੰਦਰ। ਇਹਨਾਂ ਦੇ ਸੱਦੇ ਤੇ ਆਏ ਸੀਗੇ, ਇਹਨਾਂ ਨੇ ਚਿੱਠੀਆਂ ਪਾਪਾ ਸੱਦੇ ਸੀ। ਕੋਈ ਤਾਂ ਡਰ ਕੇ ਕਹਿੰਦਾ ਹੋਏਗਾ, ਮੈਂ ਤਾਂ ਕਹਿੰਦੀ ਹਾਂ ਮਾਰੋ ਮੈਨੂੰ, ਇਸ ਗੱਲ ਦੀ ਸਜ਼ਾ ਦਿਓ। ਮੈਂ ਦੱਸ ਰਹੀ ਹਾਂ ਵੀ ਤੁਸੀਂ ਗਦਾਰ ਹੋ ਤੇ ਤੁਹਾਡੀ ਵਜ੍ਹਾ ਕਰਕੇ ਹੋਇਆ ਸਾਰਾ ਕੁਛ। ਸਰਕਾਰ ਨੂੰ ਮੌਕਾ ਮਿਲ ਗਿਆ, ਸਰਕਾਰ ਨੇ ਇਹਨਾਂ ਕੋਲੋਂ, ਇਹਨਾਂ ਨੇ ਜਿਹੜੀ ਖਿੜਕੀ ਖੋਲ੍ਹੀ, ਉਸ ਖਿੜਕੀ ਦੇ ਰਾਹੀਂ ਸਰਕਾਰ ਨੇ ਅੰਦਰ ਐਂਟਰ ਕਰ ਲਿਆ। ਕਿਉਂਕਿ ਉਸ ਤੋਂ ਪਹਿਲਾਂ ਬਹੁਤ ਕੁਝ ਕਰਕੇ ਦੇਖ ਲਿਆ ਸੀਗਾ ਵੀ ਕਿਵੇਂ ਵੀ ਆਪਸ ਵਿੱਚ ਉਲਝਣ ਤੇ ਅੰਦਰ ਹੀ ਮਾਰੇ ਮੂਰੇ ਜਾਣ। ਟੰਕੀ ਦੇ ਵਿੱਚੋਂ ਵੀ ਬੰਦੇ ਉਤਰ ਕੇ ਆ ਗਏ, ਉਹ ਵੀ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਆ ਗਏ, ਸਰਾਂ ਵਾਲੇ ਪਾਸੇ, ਗੁਰੂ ਰਾਮਦਾਸ ਸਰਾਂ ਵਾਲੇ ਪਾਸੇ। ਤੇ ਜਿਹੜੇ ਅਕਾਲ ਰੈਸਟ ਹਾਊਸ ਦੇ ਵਿੱਚ ਫੈਡਰੇਸ਼ਨ ਵਾਲੇ ਸੀਗੇ, ਹਰਮਿੰਦਰ ਸੰਧੂ, ਮਹਿਤਾ ਚਾਵਲਾ, ਸਾਰੇ ਜਿਹੜੇ ਸੀਗੇ, ਜੱਟ ਸਾਹਿਬ ਵਲਟੋਆ, ਤੇ ਇਹ ਵੀ ਜਿਹੜੇ ਨੇ ਉੱਥੋਂ ਮਤਲਬ ਮੋਰਚੇ 'ਚੋਂ ਆ ਗਏ। ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਨੇ ਵੀ ਇਹਨਾਂ ਦੀ ਵਾਹ ਪੇਸ਼ ਨਹੀਂ ਸੀ ਜਾ ਰਹੀ ਜਾਂ ਡਰ ਕੇ ਮੋਰਚਾ ਛੱਡਿਆ, ਕੀ ਹੋਇਆ ਵਾਹਿਗੁਰੂ ਜਾਣਦਾ। ਮੈਂ ਉਸ ਵੇਲੇ ਦਾ, ਮੈਨੂੰ ਉੱਧਰ ਦਾ ਕੋਈ ਇੰਨਾ ਉਹ ਨਹੀਂ ਹੈਗਾ, ਇੰਨਾ ਪਤਾ ਵੀ ਉੱਧਰੋਂ ਆ ਗਏ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ। ਅੱਜ ਤੁਹਾਨੂੰ 37 ਸਾਲ ਪਿੱਛੇ ਲੈ ਕੇ ਜਾਵਾਂਗੇ, ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ। ਇੰਦਰਾ ਗਾਂਧੀ ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਅਟੈਕ ਵੀ ਉਸ ਵੇਲੇ ਹੋਇਆ ਜਦੋਂ ਸਿੱਖ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਪੁਰਬ ਮਨਾ ਰਹੀ ਸੀ। ਜੋ ਦੁਖਾਂਤ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਵਾਪਰਿਆ, ਬੇਸ਼ੱਕ ਉਸ ਨੂੰ 37 ਸਾਲ ਹੋ ਗਏ ਹੋਣ, ਪਰ ਜੋ ਪੀੜਿਤ ਨੇ, ਜੋ ਚਸ਼ਮਦੀਦ ਨੇ, ਅੱਜ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਹੂਬਹੂ ਤਸਵੀਰ ਉਕਰੀ ਹੋਈ ਹੈ। ਇਹ ਕਦੇ ਵੀ ਨਾ ਭੁਲਾਇਆ ਜਾਣ ਵਾਲਾ ਦੁਖਾਂਤ ਹੈ। ਚਾਹ ਕੇ ਵੀ ਇਸ ਨੂੰ ਨਹੀਂ ਭੁਲਾਇਆ ਜਾ ਸਕਦਾ। ਇਤਿਹਾਸ ਸਿਰਜਿਆ ਗਿਆ, ਜ਼ਖਮ ਅੱਜ ਵੀ ਅੱਲੇ ਨੇ।
ਜੋ ਚਸ਼ਮਦੀਦ ਨੇ, ਜੋ ਪੀੜਿਤ ਨੇ, ਅੱਜ ਵੀ ਆਪਣੀ ਕਹਾਣੀ ਬਿਆਨ ਕਰਦੇ ਨੇ। ਭਾਈ ਰਛਪਾਲ ਸਿੰਘ ਜੋ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੀਏ ਸਨ, ਬੇਹੱਦ ਨਜ਼ਦੀਕੀ ਰਿਸ਼ਤਾ ਸੀ ਉਹਨਾਂ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ। ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਪੂਰਾ ਘਟਨਾਕ੍ਰਮ ਅੱਖੀਂ ਵੇਖਿਆ। ਆਪਣੇ ਪਿੰਡੇ ਤੇ ਗੋਲੀ ਖਾਧੀ, ਆਪਣਾ 18 ਦਿਨਾਂ ਦਾ ਬੱਚਾ ਜੋ ਇਸ ਦੁਖਾਂਤ ਦੇ ਵਿੱਚ ਸ਼ਹੀਦ ਹੋਇਆ, ਇਸ ਘੱਲੂਘਾਰੇ ਵਿੱਚ ਸ਼ਹੀਦ ਹੋਇਆ। 18 ਦਿਨਾਂ ਦਾ ਮਨਪ੍ਰੀਤ ਸਿੰਘ ਸਭ ਤੋਂ ਛੋਟਾ ਸ਼ਹੀਦ ਇਸ ਘੱਲੂਘਾਰੇ ਦਾ ਸੀ। ਇਹਨਾਂ ਦੀ ਜ਼ੁਬਾਨੀ ਹੋਰ ਬਹੁਤ ਸਾਰੇ ਇਸ ਦੁਖਾਂਤ ਦੇ ਵਿੱਚ ਜੋ ਜੋ ਕੁਝ ਵੀ ਹੋਇਆ ਉਹ ਸਾਰੀ ਕਹਾਣੀ ਜਾਣਾਂਗੇ। ਮਾਤਾ ਜੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। 37 ਸਾਲ ਇਸ ਘਟਨਾਕ੍ਰਮ ਨੂੰ ਹੋ ਗਏ ਨੇ, ਪਰ ਜੋ ਇਸ ਘਟਨਾਕ੍ਰਮ ਦੇ ਪੀੜਿਤ ਨੇ, ਇਸ ਦੁਖਾਂਤ ਦੇ ਪੀੜਿਤ ਨੇ, ਅੱਜ ਵੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜ਼ਿਹਨ ਦੇ ਵਿੱਚ ਦ੍ਰਿਸ਼ ਉਕਰੇ ਹੋਏ ਨੇ, ਤਸਵੀਰਾਂ ਉਕਰੀਆਂ ਹੋਈਆਂ ਨੇ, ਨਹੀਂ ਭੁਲਾਇਆ ਜਾ ਸਕਦਾ। 1 ਜੂਨ ਤੋਂ ਲੈ ਕੇ 6 ਜੂਨ ਤੱਕ ਦਰਬਾਰ ਸਾਹਿਬ ਦੇ ਵਿੱਚ ਸਮੇਂ ਦੀ ਹਕੂਮਤ ਦੇ ਵੱਲੋਂ ਖੂਨ ਦੀ ਹੋਲੀ ਖੇਡੀ ਗਈ, ਤਸ਼ੱਦਦ ਢਾਹੇ ਗਏ, ਸ਼ਹਾਦਤਾਂ ਜਿਹੜੀਆਂ ਨੇ, ਬਹੁਤ ਸਾਰੇ ਸਿੱਖ ਜਿਹੜੇ ਨੇ ਸ਼ਹਾਦਤਾਂ ਦਾ ਜਿਹੜਾ ਜਾਮ ਹੈ ਉਹ ਪੀਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਵੀ ਇਸ ਦੌਰ 'ਚ ਹੁੰਦੀ ਹੈ, ਭਾਈ ਰਛਪਾਲ ਸਿੰਘ ਦੀ ਸ਼ਹਾਦਤ ਵੀ ਇਸ ਦੌਰ 'ਚ ਹੁੰਦੀ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਦੇ ਘਟਨਾਕ੍ਰਮ, ਜਿਸ ਦੇ ਵਿੱਚ ਤੁਹਾਡਾ ਬੇਟਾ ਮਨਪ੍ਰੀਤ ਸਿੰਘ ਜੋ ਕਿ 18 ਦਿਨਾਂ ਦਾ ਸੀ, ਉਹ ਵੀ ਸ਼ਹੀਦ ਹੁੰਦਾ। ਦੇਖੋ ਬੇਟੇ, ਮੈਂ ਤਾਂ 20 ਫਰਵਰੀ 1983 ਨੂੰ ਮੇਰੀ ਸੰਤ ਜਰਨੈਲ ਸਿੰਘ ਹੋਣਾ ਨੇ ਆਪਣੇ ਹੱਥੀਂ ਮੈਰਿਜ ਕੀਤੀ ਸਰਦਾਰ ਰਛਪਾਲ ਸਿੰਘ ਹੋਣਾ ਦੇ ਨਾਲ, ਤੇ 6 ਜੂਨ ਤੱਕ ਮੈਂ ਉੱਥੇ ਰਹੀ। ਕਾਫੀ ਜ਼ਿੰਮੇਵਾਰ ਬੰਦੇ ਸੀਗੇ ਅਸੀਂ ਦੋਵੇਂ। ਔਰਤ ਦੇ ਪੱਖੋਂ ਮੈਂ ਤੇ ਸਰਦਾਰ ਰਛਪਾਲ ਸਿੰਘ ਹੋਣੀ ਸੰਤ ਜਰਨੈਲ ਸਿੰਘ ਹੋਣਾ ਦੇ ਪੀਏ ਪਰਸਨਲ ਅਸਿਸਟੈਂਟ ਬੰਦਾ ਜਿਹੜਾ ਹੁੰਦਾ, ਸਭ ਤੋਂ ਵੱਧ ਨਜ਼ਦੀਕੀ ਤੇ ਸਭ ਤੋਂ ਵੱਧ ਵਿਸ਼ਵਾਸ ਪਾਤਰ ਹੁੰਦਾ। ਤੇ ਉਹ ਪੜ੍ਹੇ ਲਿਖੇ, ਸਮਝਦਾਰ, ਇੰਨੇ ਜ਼ਿਆਦਾ ਮਤਲਬ ਉਹਨਾਂ ਨੂੰ ਵੀ ਮੌਕਾ ਮਿਲਿਆ ਮਹਾਂਪੁਰਸ਼ਾਂ ਦੇ ਕੋਲ ਰਹਿਣ ਦਾ, ਤੇ ਉਹਨਾਂ ਦੀ ਬਦੌਲਤ ਮੈਂ ਸੰਤ ਜਰਨੈਲ ਸਿੰਘ ਹੋਣਾ ਦੇ ਮਤਲਬ ਸੰਪਰਕ ਦੇ ਵਿੱਚ, ਜਥੇ ਦੇ ਵਿੱਚ ਮਤਲਬ ਸ਼ਾਮਲ ਹੋਈ। ਤੇ ਸਾਰਾ ਟਾਈਮ ਮੈਂ ਉੱਥੇ ਹੀ ਸੀਗੀ। ਜਿਵੇਂ ਸੰਘਰਸ਼ ਸ਼ੁਰੂ ਹੋਇਆ, ਜਿਵੇਂ ਸਿਖਰਾਂ ਤੇ ਪਹੁੰਚਿਆ, ਤੇ ਸਰਕਾਰਾਂ ਨੇ ਚਾਲਾਂ ਚੱਲੀਆਂ ਬਈ ਇਹਨਾਂ ਨੂੰ ਆਪਸ ਵਿੱਚ ਉਲਝਾ ਕੇ ਇੱਥੇ ਹੀ ਖ਼ਤਮ ਕਰ ਦਿੱਤਾ ਜਾਵੇ। ਜਦੋਂ ਕੋਈ ਵੀ ਸਰਕਾਰ ਦੀ ਇਹੋ ਜਿਹੀ ਘਿਨਾਉਣੀ ਚਾਲ ਜਿਹੜੀ ਆ ਉਹ ਕਾਮਯਾਬ ਨਾ ਹੋਈ, ਤਾਂ ਫਿਰ ਉਹਨਾਂ ਨੇ ਇਹ ਜਾਲ ਬੁਣਨਾ ਸ਼ੁਰੂ ਕੀਤਾ ਦਰਬਾਰ ਸਾਹਿਬ ਦੇ ਉੱਤੇ ਫੌਜ ਭੇਜਣ ਦਾ। ਤੇ ਫੌਜ ਐਵੇਂ ਇੱਕਦਮ ਹੀ ਨਹੀਂ ਆ ਗਈ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ, ਰਿਹਰਸਲ ਕਰਾਈ ਗਈ, ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਚਕਰਾਤਾ ਦੀਆਂ ਪਹਾੜੀਆਂ ਦੇ ਉੱਤੇ ਤੇ ਇੱਧਰ ਉੱਧਰ। ਤੇ ਉਹਦੇ ਵਾਸਤੇ ਸਪੈਸ਼ਲ ਉਹ ਬੰਦੇ ਲੱਭੇ ਗਏ ਜਿਹੜੇ ਦੇਸ਼ ਭਗਤ, ਜਿਹੜੇ ਇੰਦਰਾ ਦੇ ਵਿਸ਼ਵਾਸ ਪਾਤਰ ਬੰਦੇ ਸੀਗੇ, ਉਹਨਾਂ ਦੀ ਅਗਵਾਈ ਦੇ ਵਿੱਚ ਫੌਜ ਅੰਦਰ ਭੇਜੀ ਗਈ। ਦਰਬਾਰ ਸਾਹਿਬ ਦੇ ਉੱਪਰ ਚੜ੍ਹਨ ਵਾਸਤੇ ਸਾਰੀ ਤਿਆਰੀ ਕੀਤੀ ਗਈ। ਦੂਸਰੇ ਪਾਸੇ ਵੀ ਜਨਰਲ ਸ਼ਵੇਕ ਸਿੰਘ ਹੁਣੀ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਭ ਤੋਂ ਵੱਡੇ ਵਿਸ਼ਵਾਸ ਪਾਤਰ ਤੇ ਫੌਜ ਦੇ ਦਾਪਏ 'ਚ ਜਿੰਨੇ ਉਹ ਸਮਝਦੇ ਸੀਗੇ, ਤੇ ਜਿੰਨੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਅੰਦਰ ਉਹਨਾਂ ਦੀ ਤਿਆਰੀ ਕਰਵਾਈ ਮਰਜੀਵੜਿਆਂ ਦੀ, ਤੇ ਉਹ ਵੀ ਲਾਜਵਾਬ ਸੀਗੀ। ਤੇ ਇਹ ਸਾਰਾ ਕੁਝ ਮੈਂ ਆਪਣੇ ਅੱਖਾਂ ਦੇ ਨਾਲ ਦੇਖਿਆ। ਉੱਥੇ ਵਿਚਰੇ, ਉਹਨਾਂ ਦੇ ਨਾਲ ਮਹਾਂਪੁਰਸ਼ਾਂ ਦਾ ਪ੍ਰਸ਼ਾਦਾ ਪਕਾਉਂਦੀ ਸੀਗੀ। ਤੇ ਮੈਂ ਕਹਿੰਦੀ ਹਾਂ ਵੀ ਇੱਕ ਪੀਏ ਤੇ ਦੂਜਾ ਕੁੱਕ ਜਿਹੜਾ ਸਭ ਤੋਂ ਵੱਡੇ ਵਿਸ਼ਵਾਸ ਪਾਤਰ ਹੁੰਦੇ ਨੇ ਕਿਸੇ ਵੀ ਜਰਨੈਲ ਦੇ। ਤਾਂ ਵੱਡੀ ਗੱਲ ਇਹ ਹੈ ਵੀ ਜਦੋਂ ਗੁਰੂ ਦਾ ਸਿੱਖ ਜਦੋਂ ਗੁਰੂ ਦੇ ਹਜ਼ੂਰੀ ਦੇ ਵਿੱਚ ਪੇਸ਼ ਹੁੰਦਾ ਹੈ, ਅੰਮ੍ਰਿਤ ਛਕਦਾ ਹੈ, ਸਿੰਘ ਸੱਜਦਾ ਹੈ, ਤੇ ਉਹਨੂੰ ਸਭ ਤੋਂ ਪਹਿਲਾਂ ਇੱਕੋ ਗੱਲ ਹੀ ਕਹੀ ਜਾਂਦੀ ਹੈ ਪੰਜਾਂ ਪਿਆਰਿਆਂ ਵੱਲੋਂ ਵੀ ਜੇ ਪੰਥ ਨੂੰ ਤੇਰੇ ਸੀਸ ਦੀ ਲੋੜ ਪਈ ਤੇ ਕੀ ਤੂੰ ਸੀਸ ਦੇਵੇਂਗਾ। ਤੇ ਉੱਥੇ ਕਮਿਟਮੈਂਟ ਹੁੰਦੀ ਹੈ ਸਾਡੀ ਅੰਮ੍ਰਿਤ ਛਕਣ ਤੋਂ ਪਹਿਲਾਂ, ਫਿਰ ਉਹ ਅੰਮ੍ਰਿਤ ਛਕਾਉਂਦੇ ਨੇ। ਤਾਂ ਜਦੋਂ ਮੈਨੂੰ ਪੁੱਛਿਆ ਗਿਆ ਤੇ ਮੈਂ ਕਿਹਾ ਵੀ ਸੀਸ ਭਾਵੇਂ ਹੁਣੇ ਲਾ ਲਓ, ਅੰਮ੍ਰਿਤ ਛਕਾ ਦਿਓ। ਮਤਲਬ ਪਤਾ ਲੱਗ ਗਿਆ ਸੀਗਾ ਵੀ ਅੰਮ੍ਰਿਤ ਚੀਜ਼ ਕੀ ਆ, ਅੰਮ੍ਰਿਤ ਦੀ ਤਾਕਤ ਕੀ ਹੈ, ਤੇ ਅੰਮ੍ਰਿਤ ਨੂੰ ਕੌਣ ਲੋਚਦੇ ਨੇ। ਅਸੀਂ ਬਾਣੀ ਪੜ੍ਹਦੇ ਸੀਗੇ, ਤੇ ਬਾਣੀ ਨੂੰ ਅਸੀਂ ਜੇ ਪੜ੍ਹੀਏ ਤੇ ਵਿਚਾਰੀਏ ਨਾ ਦੇ ਸਿੱਖੀ ਸਮਝ ਨਹੀਂ ਆ ਸਕਦੀ। ਤੇ ਅਸੀਂ ਵੀ ਇੱਦਾਂ ਹੀ ਮਤਲਬ ਕਮਿਟਮੈਂਟ ਕੀਤੀ ਸੀਗੀ। ਤੇ ਜਦੋਂ ਇੱਕ ਵਾਰੀ ਅਸੀਂ ਸੀਸ ਗੁਰੂ ਨੂੰ ਅਰਪਿਤ ਕਰ ਦਈਏ, ਫਿਰ ਉਹ ਸੀਸ ਸਾਡਾ ਨਹੀਂ ਰਹਿ ਜਾਂਦਾ, ਉਹ ਗੁਰੂ ਦੀ ਅਮਾਨਤ ਹੈ।
ਤੇ ਗੁਰੂ ਦੀ ਅਮਾਨਤ ਨੂੰ ਫਿਰ ਤੁਸੀਂ ਉਹਦੀ ਆਗਿਆ ਤੋਂ ਬਾਹਰ ਕਿਤੇ ਨਹੀਂ ਲਿਜਾ ਸਕਦੇ। ਤੇ ਉੱਥੇ ਅਸੀਂ ਸਮਝਿਆ ਵੀ ਉੱਥੇ ਲੋੜ ਆ ਹੁਣ ਅੱਜ ਕੌਮ ਤੇ ਭੀੜ ਬਣੀ ਹੈ, ਕੌਮ ਦੀ ਆਜ਼ਾਦੀ ਦੀ ਲੜਾਈ, ਕੌਮ ਦੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਤੇ ਉਹ ਇੱਕ 20ਵੀਂ ਸਦੀ ਦਾ ਮਹਾਨ ਕੌਮੀ ਜਰਨੈਲ ਜਿਹੜਾ ਬਾਬਾ ਏ ਕੌਮ ਜਿਹੜਾ ਉਹਦੀ ਅਗਵਾਈ ਦੇ ਵਿੱਚ ਲੜੀ ਜਾ ਰਹੀ ਹੈ। ਔਰ ਸਾਨੂੰ ਉਸ ਸ਼ਖਸੀਅਤ ਦੇ ਦਰਸ਼ਨ ਕਰਕੇ ਹੀ ਇੰਨਾ ਜ਼ਿਆਦਾ ਮਤਲਬ ਉਹਨਾਂ ਦੇ ਉੱਤੇ ਭਰੋਸਾ ਅਟੱਲ ਬਣ ਗਿਆ ਸੀਗਾ ਵੀ ਇਸ ਤੋਂ ਪਰੇ ਹੋਰ ਸਾਨੂੰ ਹੁਣ ਕੌਮ ਨੂੰ ਕੋਈ ਹੋਰ ਆਗੂ ਚਾਹੀਦਾ ਨਹੀਂ ਹੈ। ਤੇ ਇੱਕੋ ਇੱਕ ਉਸ ਸਮੇਂ ਦਾ ਵਾਹਦ ਉਹ ਕੌਮ ਦਾ ਜਰਨੈਲ ਆਗੂ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਜਦੋਂ ਆਇਆ ਤੇ ਸਰਕਾਰ ਦੀ ਹਿੱਕ ਤੇ ਸੱਪ ਲੜ ਰਿਹਾ ਸੀ। ਦਿਨ ਰਾਤ ਉਹ ਗੋਂਦਾਂ ਗੁੰਦ ਰਹੇ ਸੀਗੇ ਵੀ ਇਸ ਕੌਮ ਨੂੰ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਅੱਜ 20ਵੀਂ ਸਦੀ ਦੇ ਵਿੱਚ ਮਤਲਬ ਫਿਰ ਉਹੋ ਜਿਹਾ ਇੱਕ ਜਰਨੈਲ ਕੌਮ ਨੂੰ ਮਿਲ ਗਿਆ। ਤੇ ਇਸ ਕੌਮ ਨੂੰ ਹਮੇਸ਼ਾ ਦੁਸ਼ਮਣ ਨੇ, ਚਾਹੇ ਉਹ ਕਿਸੇ ਵੀ ਰੂਪ 'ਚ ਆਇਆ, ਚਾਹੇ ਅਹਿਮਦ ਸ਼ਾਹ ਅਬਦਾਲੀ ਦੇ ਰੂਪ 'ਚ ਆਇਆ, ਚਾਹੇ ਇੰਦਰਾ ਦੇ ਰੂਪ 'ਚ ਆਇਆ, ਕਿਸੇ ਹੋਰ ਜ਼ਕਰੀਏ ਦੇ ਰੂਪ ਦੇ ਵਿੱਚ ਆਇਆ, ਉਹਨਾਂ ਨੇ ਆਗੂ ਲੈਸ ਕਰਨ ਦੀ ਸਭ ਤੋਂ ਪਹਿਲੇ ਉਹਨਾਂ ਨੇ ਵਿਉਂਤ ਘੜੀ ਵੀ ਇਸ ਕੌਮ ਨੂੰ ਆਗੂ ਲੈਸ ਕਰਕੇ ਰੱਖਣਾ। ਜੇ ਕੌਮ ਦਾ ਆਗੂ ਨਹੀਂ ਹੋਏਗਾ ਤੇ ਕੌਮ ਕੀ ਕਰੂਗੀ? ਤੇ ਕੌਮ ਲੜਾਈ ਨਹੀਂ ਲੜ ਸਕਦੀ ਇੱਦਾਂ। ਸੋ ਇਸ ਕਰਕੇ ਉਹਨਾਂ ਦਾ ਕੱਦ-ਬੁੱਧ ਤੇ ਉਹਨਾਂ ਦਾ ਜਿਹੜਾ ਉਹਨਾਂ ਦੀ ਸ਼ਖਸੀਅਤ ਦਾ, ਹਰਮਨ ਪਿਆਰਤਾ ਦਾ ਜਿਹੜਾ ਸਬੂਤ ਜਿਹੜਾ ਉਹ ਇੱਕ ਪ੍ਰਦਰਸ਼ਨ ਹੋਇਆ ਸੀ ਦੁਨੀਆ ਦੇ ਵਿੱਚ ਤੇ ਉਹਨਾਂ ਨੇ ਪੇਸ਼ ਕੀਤਾ ਸੀ। ਤੇ ਨਿਰਸਵਾਰਥ ਤੇ ਨਿਰਭਉ ਤੇ ਨਿਰਵੈਰ ਜਰਨੈਲ, ਤੇ ਉਹ ਉਹਨਾਂ ਨੂੰ ਮਤਲਬ ਪਚ ਨਹੀਂ ਸਿਰਿਆ। ਉਹਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਬਹੁਤ ਵੱਡੀ ਪਲੈਨਿੰਗ ਕੀਤੀ। ਇਹ ਛੋਟੀ ਜੀ ਗੱਲ ਨਹੀਂ ਵੀ ਕਿਸੇ ਇੱਕ ਕੌਮ ਦੇ ਆਗੂ ਨੂੰ ਫੜਨ ਵਾਸਤੇ, ਉਹਨੂੰ ਮਾਰਨ ਵਾਸਤੇ 6.5 ਲੱਖ ਫੌਜ ਆਈ ਹੋਵੇ ਆਪਣੇ ਹੀ ਦੇਸ਼ ਦੀ, ਤੇ ਪੂਰੇ ਪੰਜਾਬ ਨੂੰ ਸਾਰੇ ਦੇਸ਼ ਨਾਲੋਂ ਅਲੱਗ ਕਰ ਦਿੱਤਾ, ਕੱਟ ਆਫ ਕਰ ਦਿੱਤਾ, ਤੇ ਅੰਮ੍ਰਿਤਸਰ ਨੂੰ ਪੂਰੇ ਪੰਜਾਬ ਨਾਲੋਂ ਅਲੱਗ ਕਰ ਦਿੱਤਾ। ਐਵੇਂ ਉਹਨਾਂ ਨੇ ਪਲੈਨਿੰਗ ਕੀਤੀ ਤੇ ਫਿਰ ਉਹਨਾਂ ਨੇ 1,30,000 ਫੌਜ ਇਕੱਲੇ ਦਰਬਾਰ ਸਾਹਿਬ ਨੂੰ ਘੇਰਾ ਪਾਇਆ। ਮਤਲਬ ਕਿੱਥੋਂ ਸ਼ੁਰੂਆਤ, ਘੇਰਾ ਕਿਹੜੇ ਏਰੀਏ ਤੋਂ ਪਾਉਣਾ ਸ਼ੁਰੂ ਕੀਤਾ ਤੇ ਕਿੱਥੇ ਤੱਕ ਜਿਹੜਾ ਘੇਰਾ? ਸਾਰਾ ਪੰਜਾਬ ਫੌਜ ਦੇ ਹਵਾਲੇ ਕਰਤਾ, ਸਰਹੱਦਾਂ ਸੀਲ ਕਰ ਦਿੱਤੀਆਂ। ਤੇ ਜਦੋਂ ਫੌਜ ਆਈ ਤਾਂ ਕੱਲੀ 1,30,000 ਫੌਜ ਦਰਬਾਰ ਸਾਹਿਬ ਦੇ ਦੁਆਲੇ ਸੀ। ਤੁਸੀਂ ਇਹ ਹਿਸਾਬ ਲਗਾ ਲਓ ਵੀ ਸਰਕਾਰ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਖਸੀਅਤ ਤੋਂ ਕਿੰਨਾ ਵੱਡਾ ਖਤਰਾ ਪੈਦਾ ਮਤਲਬ ਹੋਇਆ ਸੀ ਤੇ ਕਿੰਨਾ ਡਰ ਲੱਗ ਰਿਹਾ ਸੀ ਵੀ ਉਹ ਆਪਦੀ ਕੌਮ ਨੂੰ ਖੁੱਸਿਆ ਹੋਇਆ ਰਾਜ ਭਾਗ ਦਵਾ ਸਕਦਾ। ਉਹਨੂੰ ਪਤਾ ਲੱਗ ਗਿਆ ਸੀ, ਲੇਕਿਨ ਕੌਮ ਦੇ ਜਿਹੜੇ ਆਗੂ ਸੀਗੇ, ਸੰਘਰਸ਼ਸ਼ੀਲ ਜਿਹੜੇ ਨਾਲ ਤੁਰੇ ਹੋਏ ਸੀ ਟੀਮ ਬਣ ਕੇ, ਉਹਨਾਂ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਹੋਇਆ ਵੀ ਜੇ ਇੰਨੇ ਸਾਲਾਂ ਬਾਅਦ, ਇੰਨੇ ਅਰਸੇ ਦੇ ਬਾਅਦ ਜੇ ਕੌਮੀ ਜਰਨੈਲ ਕੋਈ ਸਾਨੂੰ ਮਿਲਿਆ ਤੇ ਅਸੀਂ ਇਹਦਾ ਫਾਇਦਾ ਚੱਕ ਲਈਏ। ਇੱਕ ਮਰ ਜਿਵੜਾ ਮਨੁੱਖ ਜਿਹਦਾ ਖੁਦ ਦਾ ਕੋਈ ਸਵਾਰਥ ਨਹੀਂ ਹੈ, ਜਿਹਦੀ ਆਪਣੀ ਕੋਈ ਜ਼ਰੂਰਤ ਨਹੀਂ ਹੈ, ਆਪਣਾ ਕੋਈ ਉਹਨੂੰ ਲਾਲਚ ਨਹੀਂ ਹੈ, ਜਿਹੜਾ ਨਿਰਭਉ ਤੇ ਨਿਰਵੈਰ ਸਿਰਫ ਕੌਮ ਲਈ ਮਰਨਾ ਜਾਣਦਾ, ਕੌਮ ਨੂੰ ਉੱਚਾ ਚੁੱਕਣਾ ਜਾਣਦਾ, ਕੌਮ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਹੈ। ਤੇ ਉਸ ਆਗੂ ਨੂੰ ਬਚਾਉਣ ਦੀ ਬਜਾਏ ਇਹਨਾਂ ਨੇ ਦੁਸ਼ਮਣ ਦੇ ਨਾਲ ਰਲ ਕੇ ਘਿਨਾਉਣੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ ਤੇ ਇਹਨਾਂ ਨੇ ਸਰਕਾਰ ਦਾ ਸਾਥ ਦਿੱਤਾ। ਮੇਰੀ ਮੁਰਾਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਤੇ ਸ਼੍ਰੋਮਣੀ ਕਮੇਟੀ ਦੇ। ਸਰਕਾਰ ਨੂੰ ਮੌਕਾ ਮਿਲ ਗਿਆ, ਸਰਕਾਰ ਨੇ ਇਹਨਾਂ ਕੋਲੋਂ, ਇਹਨਾਂ ਨੇ ਜਿਹੜੀ ਖਿੜਕੀ ਖੋਲ੍ਹੀ, ਉਸ ਖਿੜਕੀ ਦੇ ਰਾਹੀਂ ਸਰਕਾਰ ਨੇ ਅੰਦਰ ਐਂਟਰ ਕਰ ਲਿਆ। ਕਿਉਂਕਿ ਉਸ ਤੋਂ ਪਹਿਲਾਂ ਬਹੁਤ ਕੁਝ ਕਰਕੇ ਦੇਖ ਲਿਆ ਸੀਗਾ ਵੀ ਕਿਵੇਂ ਵੀ ਆਪਸ ਵਿੱਚ ਉਲਝਣ ਤੇ ਅੰਦਰ ਹੀ ਮਾਰੇ ਮੁਰੇ ਜਾਣ। ਤੇ ਕਈ ਜਥੇਬੰਦੀਆਂ ਨੂੰ ਵੀ ਉਹਨਾਂ ਨੇ ਹਲਾਸ਼ੇਰੀ ਦਿੱਤੀ, ਫੀਡਬੈਕ ਵੀ ਦਿੱਤੀ, ਇਹਨਾਂ ਨੂੰ ਵੀ ਕਿਸੇ ਤਰ੍ਹਾਂ ਉਲਝਾਓ, ਆਹ ਕਰੋ ਉਹ ਕਰੋ, ਕੁਛ ਵੀ ਬਹੁਤ ਕੁਝ ਹੋਇਆ। ਲੇਕਿਨ ਕਹਾਣੀ ਬਹੁਤ ਲੰਬੀ ਹੋ ਜਾਣੀ ਹੈ, ਫਿਰ ਮੈਂ ਚਾਹੁੰਦੀ ਹਾਂ ਵੀ ਆਪਾਂ ਮੁੱਦੇ ਦੀ ਗੱਲ ਤੇ ਰਹੀਏ। 37 ਗੁਰਦੁਆਰਿਆਂ ਦੇ ਉੱਤੇ ਅਟੈਕ ਕਰਨ ਦਾ ਵੀ ਮਤਲਬ ਇੱਕੋ ਹੀ ਸੀ ਵੀ ਕੌਮ ਨੂੰ ਵੱਧ ਤੋਂ ਵੱਧ ਦਰਦ ਦਿੱਤਾ ਜਾਵੇ। ਜਿਹੜਾ ਕੌਮ, ਇੱਕ ਤੇ ਕੌਮ ਦਾ ਆਗੂ ਤੇ ਟਾਰਗੇਟ ਕਰ ਹੀ ਲਿਆ ਉਹਨਾਂ ਨੇ, ਦੂਜਾ ਸਾਡੀ ਆਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕੀਤਾ, ਤੀਜਾ ਉਹਨਾਂ ਨੇ 37 ਗੁਰਦੁਆਰਿਆਂ ਤੇ ਅਟੈਕ ਕਰਕੇ ਉਹਨਾਂ ਨੇ ਇਹ ਦੱਸਣਾ ਮਤਲਬ ਚਾਹੁੰਦੇ ਸੀਗੇ ਵੀ ਇਸ ਧਰਤੀ ਦੇ ਉੱਤੇ, ਹਿੰਦੁਸਤਾਨ ਦੀ, ਭਾਰਤ ਦੀ ਧਰਤੀ ਦੇ ਉੱਤੇ ਸਿੱਖਾਂ ਦੀ ਕੋਈ ਥਾਂ ਨਹੀਂ ਹੈਗੀ। ਕਿਤੇ ਜਿਹੜੇ ਬਾਕੀ ਜਿਹੜੇ ਬਚਣਗੇ ਉਹ ਇੱਦਾਂ ਹੀ ਮਤਲਬ ਸਿੱਖੀ ਛੱਡ ਜਾਣਗੇ, ਧਰਮ ਛੱਡ ਜਾਣਗੇ ਤੇ ਰਹਿ ਜਾਏਗਾ ਇਕੱਲਾ ਹਿੰਦੂ ਸਾਮਰਾਜ। ਤਾਂ ਸੋ ਇਹ ਚਾਲਾਂ ਜਿਹੜੀਆਂ ਸੀਗੀਆਂ ਇਹ ਚੱਲੀਆਂ ਗਈਆਂ। 37 ਗੁਰਦੁਆਰਿਆਂ ਦੇ ਉੱਤੇ ਅਟੈਕ ਕੀਤਾ ਗਿਆ, ਬਲੂ ਸਟਾਰ ਦਾ ਨਾਂ ਦਿੱਤਾ ਗਿਆ ਉਹਨੂੰ, ਔਰ ਫੌਜ ਦੇ ਵਿੱਚ ਉਹਨਾਂ ਨੇ ਆਪਣੇ ਚਹੇਤੇ ਜਰਨੈਲਾਂ ਨੂੰ ਉਹਨਾਂ ਨੇ ਲਾਇਆ
ਤੇ ਉਹਨਾਂ ਦੇ ਕੋਲੋਂ ਐਡਾ ਵੱਡਾ ਘਿਨਾਉਣਾ ਪਾਪ ਕਰਵਾਇਆ। ਫਿਰ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਦਾ ਦਿਨ ਚੁਣਿਆ। ਫਿਰ ਗੁਰੂ ਅਰਜਨ ਦੇਵ ਜੀ ਦੇ ਪੁਰਬ ਦੇ ਉੱਤੇ ਸ਼ਹੀਦੀ ਦਾ ਦਿਨ ਮਨਾਉਣ ਕੌਮ ਬੜੀ ਸ਼ਰਧਾ ਦੇ ਨਾਲ ਆਉਂਦੀ ਆ, ਤੇ ਉਹ ਉਸ ਦਿਨ ਕੌਮ ਬੜੇ ਦਰਦ ਦੇ ਵਿੱਚ ਹੁੰਦੀ ਹੈ, ਬੇਸ਼ੱਕ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਆ। ਉਹੀ ਦਿਨ ਚੁਣ ਕੇ ਉਹਦੇ ਤੋਂ ਵੱਡਾ ਦਰਦ ਸਾਨੂੰ ਦਿੱਤਾ ਭਾਈ, ਉਦੋਂ ਤੇ ਤੁਹਾਡਾ ਗੁਰੂ ਤੱਤੀ ਤਵੀ ਤੇ ਬਿਠਾਇਆ ਸੀ, ਅੱਜ ਤੁਹਾਡੀ ਪੂਰੀ ਦੀ ਪੂਰੀ ਕੌਮ ਝੁਕਣ ਵਾਸਤੇ ਅਸੀਂ ਆ ਗਏ, ਤੇ ਤੁਹਾਡਾ ਤਖਤ ਵੀ ਮਲੀਆ ਮੇਟ ਕਰਨ ਵਾਸਤੇ ਫੌਜ ਆਈ ਆ। 1 ਤਰੀਕ ਨੂੰ ਗੋਲੀ 9 ਵਜੇ ਤੱਕ ਚੱਲਦੀ ਰਹੀ। ਰਾਤ ਦੇ 9 ਵਜੇ ਗੋਲੀ ਬੰਦ ਹੋਈ। ਇਹ ਅਸੀਂ ਮਤਲਬ ਅੰਦਰ ਵੀ ਕੋਈ ਇੰਨੇ ਨਿਆਣੇ ਨਹੀਂ ਸੀ, ਸਾਰੇ ਜਿਹੜੇ ਬੈਠੇ ਹੋਏ ਸੀ ਉਹ ਦੇਖਣਾ ਚਾਹੁੰਦੇ ਸੀ ਕਿ ਇਹਨਾਂ ਦੇ ਮੋਰਚੇ ਕਿੱਥੇ ਕਿੱਥੇ ਨੇ, ਤੇ ਇਹ ਬੀਬੀ ਜੀ ਸਰਕਾਰ ਕਿਹੜੇ ਨੇ। ਸਰਕਾਰ ਵੱਲੋਂ ਪਲੈਨਿੰਗ ਕੀਤੀ ਗਈ ਪੂਰੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਕਾਇਦਾ ਨਕਸ਼ਾ ਬਣਾ ਕੇ ਟ੍ਰੇਨਿੰਗ ਦਿੱਤੀ ਗਈ, ਪਰ ਸੰਤਾਂ ਨੂੰ ਇਸ ਗੱਲ ਦਾ ਇਲਮ ਹੋਏਗਾ ਔਰ ਜਿਹੜੇ ਸਿੰਘ ਨੇ ਉਹਨਾਂ ਨੂੰ ਵੀ ਇਲਮ ਹੋਏਗਾ। ਸੁਣਨ ਦੇ ਵਿੱਚ ਆਇਆ ਕਿ ਫੌਜ ਜਿਹੜੇ ਜਨਰਲ ਬਰਾੜ ਸੀ ਉਹ ਕਹਿੰਦੇ ਸੀ ਕਿ ਮੇਰਾ 2 ਘੰਟੇ ਦਾ ਕੰਮ ਆ, ਪਰ ਜਦੋਂ ਅੱਗੋਂ ਉਹਨਾਂ ਨੂੰ ਟੱਕਰ ਮਿਲੀ ਤਾਂ 6 ਦਿਨ 5 ਦਿਨ ਇਹ ਜਿਹੜਾ ਘੱਲੂ ਘਰ ਹੈ ਹੁੰਦਾ ਰਿਹਾ, ਜਿਹੜਾ ਜੰਗ ਹੈ ਹੁੰਦੀ ਰਹੀ। ਜਿਹੜੇ ਜਜ਼ਬਾ ਜੋ ਅੰਦਰ ਬੈਠੇ ਸੀ ਜੁਝਾਰੂ ਅਕਾਲ ਤਖਤ ਸਾਹਿਬ ਦੇ, ਉਹ ਜਜ਼ਬਾ ਮਤਲਬ ਉਹਨਾਂ ਨੂੰ ਕਿਵੇਂ ਇਲਮ ਹੋਇਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਮੁਕਾਬਲਾ। ਸੰਤ ਬਾਬਾ ਜਰਨੈਲ ਸਿੰਘ ਜੀ ਇਕੱਲੇ ਨਾਂ ਦੇ ਸੰਤ ਨਹੀਂ ਸੀ ਹੈਗੇ, ਉਹ ਆਪਣੇ ਗੁਰੂ ਨੂੰ ਅੰਦਰੋਂ ਬਾਹਰੋਂ ਸਮਰਪਿਤ ਸੀ, ਉਹ ਅੰਤਰਜਾਮੀ ਬਾਬਾ ਸੀ। ਮੈਂ 20 ਫਰਵਰੀ 1983 ਨੂੰ ਉਹਨਾਂ ਦੇ ਜਥੇ ਦੇ ਵਿੱਚ ਐਂਟਰੀ ਮਾਰੀ ਆ। ਉਦੋਂ ਤੋਂ ਮੈਂ ਇਹ ਗੱਲ ਸੁਣ ਰਹੀ ਸੀਗੀ, ਸੰਤ ਜਰਨੈਲ ਸਿੰਘ ਕਹਿੰਦੇ ਸੀ, ਕਹਿੰਦੇ ਸਿੰਘੋ ਤਿਆਰੀ ਕਰ ਲਓ, ਸਰਕਾਰ ਨੇ ਬਾਜ਼ ਨਹੀਂ ਆਉਣਾ, ਦਰਬਾਰ ਸਾਹਿਬ ਤੇ ਅਟੈਕ ਕਰਨਾ ਹੀ ਕਰਨਾ ਆਉਣਾ। ਉਹਨਾਂ ਨੂੰ ਕਿਤੇ ਕੋਈ ਗੱਲ ਵੀ ਮਤਲਬ ਹੁੰਦੀ ਸੀ, ਉਹਨਾਂ ਨੂੰ ਉੱਥੇ ਬੈਠਿਆਂ ਨੂੰ ਇਲਮ ਹੁੰਦਾ ਸੀ ਔਰ ਉਹ ਕਹਿ ਦਿੰਦੇ ਸੀ। ਇਹੀ ਮੈਂ ਤੁਹਾਨੂੰ ਦੱਸਣ ਲੱਗੀ ਸੀਗੀ ਬਈ, ਜਦੋਂ ਅੰਦਰ 1 ਤਰੀਕ ਨੂੰ ਗੋਲੀ 9 ਵਜੇ ਬੰਦ ਹੋਈ, 2 ਤੇ 3 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀ ਨਾ, 2 ਤੇ 3 ਤਰੀਕ ਨੂੰ ਵੱਧ ਤੋਂ ਵੱਧ ਸੰਗਤ ਫੌਜ ਨੇ ਅੰਦਰ ਆਉਣ ਦਿੱਤੀ। ਰੋਕਿਆ ਕਿਉਂ ਨਹੀਂ? ਇੱਕ ਸਵਾਲ ਹੈ, ਕਿਉਂ ਨਹੀਂ ਰੋਕਿਆ? ਸਭ ਵੱਡੇ ਤੋਂ ਵੱਡਾ ਦਰਦ ਕੌਮ ਨੂੰ ਦੇਣਾ ਚਾਹੁੰਦੇ ਸੀ। ਉਹ ਇੱਕ ਇਹਨਾਂ ਦਾ ਹੱਲਾ ਸੀ ਬੀਬੀ ਇੰਦਰਾ ਗਾਂਧੀ ਦਾ, ਵੀ ਕੌਮ ਖਤਮ ਕਰ ਦੇਣੀ ਆ। ਤੇ ਜੇ ਬਾਜਾਂ ਵਾਲੇ ਪਿਤਾ ਜੀ ਨੇ ਜਿਹਨੇ ਖਾਲਸਾ ਅਕਾਲ ਪੁਰਖ ਦੀ ਫੌਜ ਕਹਿ ਕੇ ਨਵਾਜਿਆ ਜਿਸ ਪੰਥ ਨੂੰ, ਤੇ ਉਹਨੂੰ ਬੀਬੀ ਇੰਦਰਾ ਕੀ ਬੀਬੀ ਇੰਦਰਾ ਵਰਗੇ ਕੋਈ ਹੋਰ ਲੱਖਾਂ ਹੀ ਹੋਰ ਆ ਜਾਣ ਤੇ ਉਹ ਵੀ ਨਹੀਂ ਖਤਮ ਕਰ ਸਕਦੇ। ਸੋ ਜਿਹੜਾ ਅੰਦਰ ਵਾਲਿਆਂ ਦਾ ਜਜ਼ਬਾ ਸੀਗਾ, ਇੰਨੀ ਸੰਗਤ ਅੰਦਰ ਇਕੱਠੀ ਹੋ ਗਈ। ਇੱਕ ਜੱਥਾ ਰਿਹਾ ਹੋ ਕੇ ਆਇਆ ਸੀ ਜੇਲ੍ਹ 'ਚ, ਉਹ ਵੀ ਅੰਦਰ ਹੀ ਸੀ। ਜਿਹੜਾ ਇੱਕ ਗ੍ਰਿਫਤਾਰੀ ਦੇਣ ਲਈ ਆਇਆ ਸੀ ਉਹ ਵੀ ਅੰਦਰ ਹੀ ਸੀ। ਪਰ ਇੱਥੋਂ ਤੱਕ ਕਿਸੇ ਨੂੰ ਨਹੀਂ ਸੀਗਾ ਵੀ ਇੰਨੀ ਘਿਨਾਉਣੀ ਹਰਕਤ ਕਰ ਦੇਵੇਗੀ ਬੀਬੀ ਇੰਦਰਾ ਗਾਂਧੀ, ਵੀ ਇਸ ਦੇਸ਼ ਦੇ ਅਸੀਂ ਵਾਸੀ ਹਾਂ, ਇਸ ਦੇਸ਼ ਨੂੰ ਅਸੀਂ ਆਜ਼ਾਦ ਕਰਵਾਇਆ, ਅਸੀਂ 93% ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਆਜ਼ਾਦੀ ਵਾਸਤੇ, ਤੇ ਸਾਡੇ ਨਾਲ ਇੱਦਾਂ ਦਾ ਸਲੂਕ ਨਹੀਂ ਕਰ ਸਕਦੇ। ਪਰ ਜਦੋਂ ਘਰ ਦਾ ਭੇਤੀ ਲੰਕਾ ਢਾਏ ਵਾਲਾ ਹਿਸਾਬ ਹੋਇਆ ਨਾ, ਵੀ ਜੇ ਕਿਤੇ ਭਵਿਸ਼ਣ ਰਾਮਚੰਦਰ ਦੇ ਨਾਲ ਰਲ ਕੇ ਉਹਨੂੰ ਲੰਕਾ ਦਾ ਭੇਤ ਨਾ ਦਿੰਦਾ ਤੇ ਲੰਕਾ ਕਦੀ ਨਾ ਟਹਿੰਦੀ। ਉਹ ਹਾਲ ਸਾਡੀ ਕੌਮ ਦੇ ਨਾਲ ਉਸ ਵੇਲੇ 84 'ਚ ਹੋਇਆ। ਫਿਰ 2 ਤੇ 3 ਤਰੀਕ ਨੂੰ ਸੰਗਤ ਬਹੁਤ ਅੰਦਰ ਆ ਗਈ, ਅੰਦਰ ਪੂਰੀ ਤਿਆਰੀ ਸੀਗੀ। ਉਹਨਾਂ ਨੇ ਟੈਸਟ ਕਰ ਲਿਆ ਸੀ ਕਿਹੜੇ ਕਿਹੜੇ ਮੋਰਚੇ ਕਿੱਥੇ ਕਿੱਥੇ ਹੈਗੇ ਆ, ਤੇ ਮਤਲਬ ਗਰਾਊਂਡ ਲੈਵਲ ਤੇ ਉਹਨਾਂ ਨੂੰ ਕੱਖ ਨਹੀਂ ਸੀ ਪਤਾ ਫੌਜ ਨੂੰ। ਤੇ ਜਦੋਂ 4 ਤਰੀਕ ਦੀ 3 ਤਰੀਕ ਰਾਤ ਨੂੰ ਸਿੰਘ ਸਾਹਿਬ ਤੇ ਭਾਈ ਜਥੇਦਾਰ ਸੁਜਾਨ ਸਿੰਘ ਜਥੇਦਾਰ ਸਾਡੇ ਨਾਲ, ਅਸੀਂ ਮਤਲਬ ਨਾਲ ਦੇ ਨਾਲ ਦੇ ਕਮਰੇ 'ਚ ਦੋਵੇਂ ਰਹਿੰਦੇ ਸੀ, ਤੇ ਜਥੇਦਾਰ ਸੁਜਾਨ ਸਿੰਘ ਤੇ ਰਛਪਾਲ ਸਿੰਘ ਹੋਣਾ ਦਾ ਦੋਵਾਂ ਦਾ ਆਪਸ ਵਿੱਚ ਬਾਪ ਬੇਟੇ ਵਾਂਗ ਪਿਆਰ ਵੀ ਬਹੁਤ ਜ਼ਿਆਦਾ ਸੀ। ਉਹਨਾਂ ਨੇ ਜਦੋਂ ਇਹ ਆਏ, ਤੇ ਮੈਂ ਮੇਰਾ ਬੇਟਾ 19 ਮਈ ਨੂੰ ਜਨਮ ਹੁੰਦਾ ਇਹਦਾ, ਅੰਮ੍ਰਿਤ ਵੇਲੇ 2:30 ਵਜੇ, ਤੇ ਇਹ ਉਸ ਦਿਨ 16 ਦਿਨਾਂ ਦਾ ਸੀ, 14 ਤਰੀਕ ਹਾਂ 16 ਦਿਨਾਂ ਦਾ। ਤੇ ਜਦੋਂ ਇਹ ਆਏ ਤੇ ਮੈਂ ਬਾਹਰ ਹੀ ਬੈਠੀ ਹੋਈ ਸੀਗੀ, ਤੇ ਕਹਿੰਦੇ ਵੀ ਲਓ ਜਥੇਦਾਰ ਜੀ ਟੈਲੀਫੋਨ ਵੀ ਕੱਟ ਦਿੱਤੇ ਗਏ। ਤੇ ਮੈਂ ਕਿਹਾ ਵੀ ਕਿਹਨੇ ਕੱਟਤਾ ਟੈਲੀਫੋਨ ਦਾ, ਠੀਕ ਠਾਕ ਸੀ। ਤੇ ਮੈਨੂੰ ਕਹਿੰਦੇ ਕੋਈ ਨਹੀਂ ਤੂੰ ਆਰਾਮ ਕਰ। ਮੈਨੂੰ ਇਹਨਾਂ ਨੇ ਬੇਖਬਰ ਰੱਖਿਆ, ਮਤਲਬ ਤੁਹਾਨੂੰ ਨਹੀਂ ਪਤਾ ਸੀ? ਨਹੀਂ, ਮੈਨੂੰ ਬੇਖਬਰ ਰੱਖਿਆ ਰਾਤ ਇਹਨਾਂ ਨੇ, ਬਈ ਇਹ ਨਹੀਂ ਦੱਸਿਆ ਵੀ ਮਤਲਬ ਅੱਜ ਅਟੈਕ ਹੋ ਸਕਦਾ ਹੈ। ਉਹਨਾਂ ਨੂੰ ਇਲਮ ਪੂਰਾ ਸੀ, ਕਿਉਂਕਿ ਪਾਣੀ ਬੰਦ ਕਰ ਦਿੱਤਾ, ਟੈਲੀਫੋਨ ਦੀਆਂ ਤਾਰਾਂ ਕੱਟ ਦਿੱਤੀਆਂ, ਬਿਜਲੀ ਬੰਦ ਕਰ ਦਿੱਤੀ ਉਸ ਰਾਤ 4 ਜੂਨ ਦੀ ਰਾਤ, 3 ਜੂਨ ਦੀ ਰਾਤ ਨੂੰ ਸਾਰਾ ਕੁਝ ਮਤਲਬ ਕੱਟ ਦਿੱਤਾ ਸੀਗਾ। ਤੇ ਮੈਂ ਰਿਹਾ, ਮੈਨੂੰ ਫਿਕਰ ਉੱਦਾਂ
ਬਈ ਜ਼ਰੂਰ ਕੋਈ ਗੱਲ ਹੈਗੀ ਆ। ਤੇ ਮੈਂ ਬੇਟੇ ਨੂੰ ਲੈ ਕੇ ਉੱਥੇ ਬਾਹਰ ਹੀ ਮੰਜੀ ਡਾਹ ਕੇ ਤਾਂ ਮੈਂ ਪਈ ਸੀਗੀ ਕਮਰੇ ਦੇ ਬਾਹਰਲੇ ਪਾਸੇ ਹੀ ਵਿਹੜੇ 'ਚ। 4:40 ਦੇ ਉੱਤੇ ਮਤਲਬ ਬੰਬਾਰਡਮੈਂਟ ਸ਼ੁਰੂ ਹੋਈ ਆ ਤੇ ਉਹਨਾਂ ਵਿੱਚੋਂ 3 ਤੇ ਵੱਡੇ ਮੋਰਚਿਆਂ ਦੇ ਉੱਤੇ ਗੋਲੇ ਵੱਜੇ ਤੇ ਇੱਕ ਸੰਜਨ ਐਲਸੋਨਾ ਦੇ ਉਸ ਰੂਮ ਦੇ ਦਰਵਾਜ਼ੇ ਤੇ ਜਾ ਕੇ ਗੋਲਾ ਵੱਜਿਆ। ਮੋਰਚਾ ਕਿੱਥੇ ਕਿੱਥੇ ਸੀ? ਮਤਲਬ 3 ਜਿਹੜੇ ਵੱਡੇ ਮੋਰਚੇ ਤੁਸੀਂ ਕਹਿ ਰਹੇ ਹੋ, ਕਿੱਥੇ ਕਿੱਥੇ ਜਿਹੜੇ ਸਿੰਘਾਂ ਵੱਲੋਂ ਮੋਰਚੇ ਲਗਾਏ ਗਏ ਸੀ? ਜਿਹੜੇ ਉਹਨਾਂ ਦੀ ਰੇਂਜ ਵਿੱਚ ਉਸ ਵੇਲੇ ਸੀਗੇ ਫੌਜ ਦੇ। ਅਕਾਲ ਤਖਤ ਸਾਹਿਬ ਦੀ ਬਾਈ ਵਾਲੇ ਪਾਸੋਂ ਜਦੋਂ ਅਟੈਕ ਹੋਇਆ ਤੇ ਜਿਹੜੇ ਉਹਨਾਂ ਦੀ ਰੇਂਜ ਦੇ ਵਿੱਚ ਵੱਡੇ ਮਤਲਬ ਉਹਨਾਂ ਨੂੰ ਡਾਊਟ ਸੀਗਾ ਵੀ ਇਹਨਾਂ ਮੋਰਚਿਆਂ ਦੇ ਵਿੱਚੋਂ ਸਾਡਾ ਜ਼ਿਆਦਾ ਨੁਕਸਾਨ ਹੋ ਸਕਦਾ, ਉਹਨਾਂ ਮੋਰਚਿਆਂ ਦੇ ਉੱਤੇ ਉਹਨਾਂ ਨੇ ਮਤਲਬ ਨਿਸ਼ਾਨਾ ਸਾਧ ਕੇ ਉਹਨਾਂ ਨੇ ਗੋਲੇ ਧੁੱਪਾਂ ਦੇ ਮਾਰੇ। ਤੇ ਜਿਹੜਾ ਸੰਜਨ ਐਲਸੋਨਾ ਦੇ ਦਰਵਾਜ਼ੇ ਅੱਗੇ ਗੋਲਾ ਵੱਜਿਆ ਉਹ ਫਟਿਆ ਨਹੀਂ। ਸੰਜਨ ਐਲਸੋਨਾ ਉਸ ਵੇਲੇ ਕਮਰੇ ਵਿੱਚ ਵੀ ਨਹੀਂ ਸੀ ਹੈਗੇ। ਫਿਰ ਬਸ ਚੱਲ ਸੋ ਚੱਲ ਸ਼ੁਰੂ ਹੋ ਗਿਆ ਜਦੋਂ ਤੇ ਰਛਪਾਲ ਸਿੰਘ ਹੁਣੀ ਤਾਂ ਆਪਣੇ ਪਿੰਡੇ ਨੂੰ ਸਾਬਣ ਲਾ ਕੇ ਬੈਠੇ ਹੋਏ ਸੀ, ਇਸ਼ਨਾਨ ਕਰ ਰਹੇ ਸੀ ਬਾਥਰੂਮ 'ਚ ਤੇ ਮੈਨੂੰ ਕਹਿੰਦੇ ਤੂੰ ਬੇਟੇ ਨੂੰ ਲੈ ਤੇ ਤੂੰ ਪੌੜੀਆਂ ਉਤਰ ਜਾ, ਥੱਲੇ ਚਲੀ ਜਾ। ਤੇ ਨਾ ਉਹਦਾ ਕੋਈ ਕੱਪੜਾ ਚੱਕਿਆ, ਨਾ ਕੋਈ ਖਾਣ ਪੀਣ ਦਾ ਸਮਾਨ, ਕੁਛ ਨਹੀਂ। ਉਸ ਵੇਲੇ ਕਿਸੇ ਨੂੰ ਕੀ ਸੋਚ ਰਿਹਾ ਸੀਗਾ? ਉਸ ਵੇਲੇ ਤਾਂ ਇਹ ਹਾਲਾਤ ਹੀ ਇਹੋ ਜਿਹੇ ਬਣ ਗਏ ਸੀ। ਅਕਾਲ ਤਖਤ ਸਾਹਿਬ ਨੂੰ ਆਪਾਂ ਸਾਡੀ ਆਸਥਾ ਜਿਹੜੀ ਆ ਜੇ ਉਹ ਹੀ ਖਤਮ ਕਰ ਦਿੱਤੀ ਤੇ ਆਪਾਂ ਬਾਕੀ ਵੀ ਕੁਛ ਕੀ ਕਰਨਾ ਹੈ? ਤੇ ਸਾਰਾ ਕੁਝ ਕੁਰਬਾਨ ਕੀਤਾ ਜਾ ਸਕਦਾ ਸੀ ਉਸ ਤੋਂ। ਤੇ ਥੱਲੇ ਮੈਂ ਆ ਗਈ ਪੌੜੀਆਂ ਦੇ ਵਿੱਚ। ਫਿਰ ਉਹ ਪਹਿਲਾਂ ਨੁੱਕਰ ਦੇ ਵਿੱਚ ਉੱਥੇ ਜਿੱਥੇ ਡਾਕਟਰਾਂ ਦੀ ਟੀਮ ਬੈਠੀ ਹੋਈ ਸੀਗੀ ਉੱਥੇ ਥੋੜ੍ਹੀ ਦੇਰ ਉਹਨਾਂ ਦੇ ਲਾਗੇ ਮੈਂ ਬੈਠੀ ਰਹੀ। ਫਿਰ ਉੱਥੇ ਫੁੱਟੜ ਬਹੁਤ ਆ ਰਹੇ ਸੀ ਤੇ ਉਹ ਮੈਨੂੰ ਕਹਿੰਦੇ ਬੀਬੀ ਜੀ ਇੱਥੇ ਤੁਸੀਂ ਵੀ ਬੱਚੇ ਨੂੰ ਲੈ ਕੇ ਇੱਥੇ ਨਾ ਬੈਠੋ ਤੇ ਤੁਸੀਂ ਨਾਲ ਵਾਲਾ ਕਮਰਾ ਵਿਹਲਾ ਹੈਗਾ, ਤੁਸੀਂ ਉੱਥੇ ਚਲੇ ਜਾਓ। ਤੇ ਮੈਂ ਉੱਥੇ ਵੀ ਸਿੰਘਾਂ ਦਾ ਮੋਰਚਾ ਸੀਗਾ। ਮੈਂ ਕਿਹਾ ਵੀ ਮੈਂ ਹੁਣ ਸਾਰਾ ਤੇ ਦਰਬਾਰ ਸਾਹਿਬ ਮੋਰਚਾ ਹੀ ਬਣਿਆ ਹੋਇਆ ਤੇ ਮੈਂ ਕਿਹਾ ਵੀ ਮੈਨੂੰ ਤਾਂ ਤੁਸੀਂ ਜਿੱਥੇ ਵੀ ਮੈਂ ਬੈਠਦੀ ਹਾਂ ਬੈਠੀ ਰਹਿਣ ਦਿਓ, ਤੁਸੀਂ ਮੇਰਾ ਫਿਕਰ ਨਾ ਕਰੋ। ਵੀ ਮੈਂ ਤਾਂ ਖੁਦ ਅਰਦਾਸ ਕੀਤੀ ਹੋਈ ਹੈ ਵੀ ਮੈਂ ਸ਼ਹੀਦ ਹੋਣਾ ਹੈ। ਤੇ ਜਦੋਂ ਤੁਹਾਨੂੰ ਇੱਕ ਗੱਲ ਯਾਦ ਕਰਾ ਦੇਣੀ ਹੈ ਵੀ ਜਦੋਂ 6 ਮਹੀਨੇ ਪਹਿਲਾਂ ਸੰਜਨ ਐਲਸੋਨਾ ਮੇਰੇ ਕਮਰੇ 'ਚ ਆਏ ਤੇ ਮੈਨੂੰ ਕਹਿੰਦੇ ਵੀ ਬੀਬੀ ਜੇ ਮੇਰੇ ਤੇ ਕੋਈ ਭਾਣਾ ਵਰਤ ਗਿਆ ਤੇ ਤੂੰ ਸੁਣ ਕੇ 5 ਚਕਾਰੇ ਛੱਡੀ, ਜੇ ਤੂੰ ਰੋਈ ਤਾਂ ਮੈਂ ਸਮਝਾਂਗਾ ਸਿੱਖੀ ਨਹੀਂ ਪਖੰਡਾ। ਤੇ ਮੈਂ ਕਿਹਾ ਵੀ ਮੇਰੇ ਤੋਂ ਜੇ ਇਸ ਗੱਲ ਦੀ ਆਸ ਰੱਖਦੇ ਹੋ ਤੇ ਮੇਰੀ ਕੋਈ ਔਕਾਤ ਨਹੀਂ ਵੀ ਤੁਸੀਂ ਭਾਣੇ ਵਰਤਾਓ ਤੇ ਮੈਂ ਚਕਾਰੇ ਛੱਡਾਂ ਤੇ ਮੇਰੇ ਤੁਸੀਂ ਸਿਰ ਤੇ ਹੱਥ ਰੱਖ ਦਿਓ। ਜੇ ਆਹੀ ਕੁਝ ਕਰਾਉਣਾ ਤੇ ਮੈਂ ਨਾਲ ਸ਼ਹੀਦ ਹੋਣਾ ਤੁਹਾਡੇ। ਕਹਿੰਦੇ ਨਹੀਂ ਤੁਸੀਂ ਅਜੇ ਬਹੁਤ ਕੁਝ ਕਰਨਾ ਹੈ। ਇਹ ਬਚਨ ਕੀਤਾ ਸੀ ਉਹਨਾਂ ਨੇ ਮੈਨੂੰ। ਤੇ ਫਿਰ ਮੈਂ ਕਮਿਟਡ ਸੀਗੀ ਵੀ ਚਾਹੇ ਜੋ ਮਰਜ਼ੀ ਹੋ ਜੇ। ਬੱਚਾ ਵੀ ਹੋ ਗਿਆ ਸੀਗਾ ਤੇ ਉੱਥੇ ਕਿਹੜਾ ਕੋਈ ਭੰਗੜੇ ਪਾ ਰਿਹਾ ਸੀਗਾ। ਸੰਘਰਸ਼ ਦੇ ਵਿੱਚ 24 ਘੰਟੇ ਦਾ ਸਾਡਾ ਧਿਆਨ ਉਸੇ ਚੀਜ਼ 'ਚ ਹੀ ਰਹਿੰਦਾ ਸੀਗਾ। ਤੇ ਇਦਾਂ ਕਰਦਿਆਂ ਕਰਾਉਂਦਿਆਂ ਹੀ ਬਸ ਉਹ ਸਮਾਂ ਸਾਰਾ ਜਿਹੜਾ ਲੰਘ ਗਿਆ। ਤੇ ਮੈਨੂੰ ਇਹ ਸੀਗਾ ਵੀ ਮੈਂ ਸ਼ਹੀਦ ਹੋਣਾ ਪਰ ਮੰਗੀ ਸ਼ਹਾਦਤ ਨਹੀਂ ਮਿਲਦੀ। ਇਹ ਵੀ ਭਾਗਾਂ ਨਾਲ ਮਿਲਦੀ ਆ। ਅੱਜ ਮੈਨੂੰ ਇਹ ਮੈਂ ਸੋਚਦੀ ਹਾਂ ਤੇ ਮਹਿਸੂਸ ਕਰਦੀ ਹਾਂ ਬਈ ਭਾਗਾਂ ਵਾਲੇ ਉੱਥੇ ਜਿਹੜੇ ਗੁਰੂ ਰਾਮਦਾਸ ਦੇ ਘਰ ਉੱਥੇ ਸ਼ਹੀਦ ਹੋ ਗਏ। ਜਿਹੜੇ ਰਹਿ ਗਏ ਉਹ ਬਹੁਤ ਰੁਲੇ, ਬਹੁਤ ਜ਼ਿਆਦਾ ਚੁਣੌਤੀਆਂ ਦੇ ਸਾਹਮਣੇ ਕਰਨੇ ਪਏ ਤੇ ਬਹੁਤ ਹਾਲਾਤਾਂ ਦੇ ਨਾਲ ਨਜਿੱਠਣਾ ਪਿਆ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ। ਤੇ ਫਿਰ ਮੈਂ ਜਦੋਂ ਉੱਥੇ ਥੱਲੇ ਕਮਰੇ 'ਚ ਚੜ ਗਈ ਉੱਥੇ ਵੀ ਹੁਣ ਮੋਰਚਾ ਹੀ ਸੀਗਾ, ਉੱਪਰ ਵੀ ਮੋਰਚੇ ਸੀਗੇ 4 ਚੁਫੇਰੇ ਸਾਡੇ ਸਾਰੀਆਂ ਛੱਤਾਂ ਦੇ ਉੱਤੇ। ਤੇ 4 ਜੂਨ ਸ਼ਾਮ ਤੱਕ ਕਾਫੀ ਮਤਲਬ ਉਹਨਾਂ ਨੇ ਬਿਲਡਿੰਗਾਂ ਦਾ ਨੁਕਸਾਨ ਕੀਤਾ। ਤੇ ਰਾਤ ਲੰਘ ਗਈ, ਸਵੇਰੇ 5 ਜੂਨ ਦਾ ਦਿਨ ਚੜ੍ਹਿਆ ਤੇ 9 ਵਜੇ ਤੇ ਅਜੇ ਬੰਬਾਰਡਮੈਂਟ ਚੱਲ ਰਹੀ ਸੀਗੀ। ਤੇ ਭਾਈ ਰਛਪਾਲ ਸਿੰਘ ਹੁਣੀ ਬਚਦੇ ਬਚਾਉਂਦੇ ਬਰਾਂਡਿਆਂ ਦੇ ਵਿੱਚੋਂ ਜਿੱਥੇ ਪ੍ਰਸ਼ਾਦ ਵਾਲੇ ਉਹ ਹੈਗੇ ਆ ਬਿਲਡਿੰਗ, ਉਹਦੇ ਅੱਗੋਂ ਦੀ ਲੰਘ ਕੇ ਵਿੱਚੋਂ ਜਾ ਕੇ ਅਕਾਲ ਤਖਤ ਸਾਹਿਬ ਤੇ ਸੰਜਨ ਐਲਸੋਨਾ ਨੂੰ ਮਿਲਦੇ ਆ। ਤੇ ਸੰਤਾਂ ਨੂੰ ਕਹਿੰਦੇ ਆ ਵੀ ਅਗਲਾ ਕੀ ਹੁਕਮ ਆ। ਸੰਤਾਂ ਨੇ ਜਾ ਕੇ ਇਹਨੂੰ ਫਤਿਹ ਬੁਲਾਈ ਤੇ ਜੱਫੀ ਪਾ ਲਈ ਸੰਤਾਂ ਨੇ। ਤੇ ਭਾਈ ਅਮਰੀਕ ਸਿੰਘ ਤੇ ਰਛਪਾਲ ਸਿੰਘ ਤੇ ਸੰਤ ਤਿੰਨੇ ਸੀ ਅਕਾਲ ਤਖਤ ਦੇ ਬੈਕ ਸਾਈਡ ਤੇ ਗਏ, ਬਾਥਰੂਮ ਗਏ ਸੀ ਸੰਤ। ਤੇ ਕਹਿੰਦੇ ਜੀ ਅਗਲਾ ਕੀ ਹੁਕਮ ਹੈ? ਸੰਤ ਕਹਿੰਦੇ ਚੜ੍ਹਦੀ ਕਲਾ ਛੇਰੋ, ਆਖਰੀ ਦਮ ਤੱਕ ਪਹਿਰਾ ਦੇਣਾ, ਸਾਰੇ ਸਿੰਘਾਂ ਨੂੰ ਜਾ ਕੇ ਮੇਰਾ ਸੁਨੇਹਾ ਦੇ ਦੇ। ਤੇ ਕਹਿੰਦੇ ਪਰਿਵਾਰ ਦਾ ਕੀ ਹਾਲ ਹੈ? ਕਹਿੰਦੇ ਜੀ ਪਰਿਵਾਰ ਬੈਠਾ ਹੈ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਡਟ ਕੇ ਬੈਠਾ ਹੋਇਆ ਉੱਥੇ। ਕਹਿੰਦੇ ਸਾਨੂੰ ਪਤਾ ਸੀ ਇਹਨੇ ਸਾਨੂੰ ਨਹੀਂ ਛੱਡ ਕੇ ਜਾਣਾ। ਸੰਤ ਕਹਿੰਦੇ ਮੇਰੇ ਵੱਲੋਂ ਬਸ ਇੰਨੀ ਕੁ ਗੱਲ ਹੋਈ। ਤੇ ਫਿਰ ਇਹ ਆ ਗਏ। ਇਹਨਾਂ ਦੀ ਡਿਊਟੀ ਸੀਗੀ 3-4 ਮੋਰਚਿਆਂ ਦੇ ਵਿੱਚ ਲਾਗੇ, ਮਤਲਬ ਸਪਲਾਈ ਵੀ ਕਰ ਰਹੇ ਸੀਗੇ ਤੇ ਧਿਆਨ ਵੀ ਰੱਖ ਰਹੇ ਸੀਗੇ ਤੇ ਮਤਲਬ ਸਾਰਾ ਫਟੜਾਂ ਦਾ ਵੀ ਤੇ ਆਪਣਾ ਵੀ ਸਾਰਾ ਇੱਧਰ ਉੱਧਰ ਸਾਰੇ 4 ਚੁਫੇਰੇ ਉਸ 22 ਦੇ ਵਿੱਚ ਇਹਨਾਂ ਦਾ ਕਾਫੀ ਉਹ ਸੀਗਾ। ਤੇ 5 ਜੂਨ ਦਾ ਸਾਰਾ ਦਿਨ ਲੰਘ ਗਿਆ। ਸ਼ਾਮ ਦੀ ਜਦੋਂ ਸ਼ਾਮ ਪਈ ਹੈ ਤੇ ਸ਼ਾਮ ਨੂੰ ਫਿਰ 5-6 ਵਜੇ ਦੇ ਕਰੀਬ ਲਗਾਤਾਰ ਬੰਬਾਰਡਮੈਂਟ ਹੁੰਦੀ ਰਹੀ ਹੈ ਟੈਂਕੀ ਵਾਲੇ ਮੋਰਚੇ ਦੇ ਉੱਤੇ, ਪਾਣੀ ਵਾਲੀ ਟੈਂਕੀ ਤੇ। ਤੇ ਪਾਣੀ ਵਾਲੀ ਟੰਕੀ ਜਦੋਂ ਟੁੱਟੀ ਆ, ਸ਼ਾਮ ਦਾ ਟਾਈਮ ਸੀਗਾ,
ਤੇ ਪਾਣੀ ਵਾਲੀ ਟੰਕੀ ਜਦੋਂ ਟੁੱਟੀ ਤੇ ਪਹਿਲੀ ਛੱਤ ਦੇ ਨਾਲ ਪਾਣੀ ਲੱਗ ਗਿਆ, ਥੱਲੇ ਫਲਸ਼ਾਂ ਸੀਗੀਆਂ, ਸਾਰਾ ਗੰਦ ਮੰਦ ਵਿੱਚੇ ਥੱਲੇ ਲੋਕ ਜਿਹੜੇ ਪਾਣੀ ਦੇ ਵਿੱਚ ਡੁੱਬ ਕੇ ਮਰ ਵੀ ਗਏ। ਇੰਨਾ ਜ਼ਿਆਦਾ ਪਾਣੀ ਦਾ ਵਹਾਅ ਸੀ। ਪਾਣੀ ਤੇ ਫਿਰ ਇੰਨੀ ਵੱਡੀ ਟੈਂਕੀ ਬਹੁਤ ਵੱਡੀ ਸੀ ਤੇ ਉਹ ਗੰਦ ਵੀ ਵਿੱਚ ਹੀ ਮਿਕਸ ਹੋ ਗਿਆ, ਵਿੱਚ ਲੋਕ ਡੁੱਬ ਕੇ ਮਰੇ ਵੀ ਤੇ ਪਹਿਲੀ ਛੱਤ ਵਾਲੇ। ਫਿਰ ਸ਼ਾਮੀ ਇੱਧਰ ਅਕਾਲ ਰੈਸਟ ਹਾਊਸ ਵਾਲੇ ਪਾਸੇ ਫੈਡਰੇਸ਼ਨ ਦਾ ਮੋਰਚਾ ਸੀ। ਟੰਕੀ ਦੇ ਵਿੱਚੋਂ ਵੀ ਬੰਦੇ ਉਤਰ ਕੇ ਆ ਗਏ, ਉਹ ਵੀ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਆ ਗਏ, ਸਰਾਂ ਵਾਲੇ ਪਾਸੇ, ਗੁਰੂ ਰਾਮਦਾਸ ਸਰਾਂ ਵਾਲੇ ਪਾਸੇ। ਤੇ ਜਿਹੜੇ ਅਕਾਲ ਰੈਸਟ ਹਾਊਸ ਦੇ ਵਿੱਚ ਫੈਡਰੇਸ਼ਨ ਵਾਲੇ ਸੀਗੇ, ਹਰਮਿੰਦਰ ਸੰਧੂ, ਮਹਿਤਾ ਚਾਵਲਾ, ਸਾਰੇ ਜਿਹੜੇ ਸੀਗੇ, ਵਿਰਸਾ ਵਲਟੋਆ, ਤੇ ਇਹ ਵੀ ਜਿਹੜੇ ਨੇ ਉੱਥੋਂ ਮਤਲਬ ਮੋਰਚੇ 'ਚੋਂ ਆ ਗਏ। ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਨੇ ਵੀ ਇਹਨਾਂ ਦੀ ਵਾਹ ਪੇਸ਼ ਨਹੀਂ ਸੀ ਜਾ ਰਹੀ ਜਾਂ ਡਰ ਕੇ ਮੋਰਚਾ ਛੱਡਿਆ, ਕੀ ਹੋਇਆ ਵਾਹਿਗੁਰੂ ਜਾਣਦਾ। ਮੈਂ ਉਸ ਵੇਲੇ ਦਾ ਮੈਨੂੰ ਉੱਧਰ ਦਾ ਕੋਈ ਇੰਨਾ ਉਹ ਨਹੀਂ ਹੈਗਾ, ਇੰਨਾ ਪਤਾ ਵੀ ਉੱਧਰੋਂ ਆ ਗਏ। ਜਦੋਂ ਉਹਨਾਂ ਨੇ ਵੇਖਿਆ ਵੀ ਅਕਾਲ ਰੈਸਟ ਹਾਊਸ ਤੇ ਖਾਲੀ ਹੋ ਗਿਆ ਤੇ ਜਿਹੜਾ ਆਪਣਾ ਟੈਂਕੀ ਵਾਲਾ ਮੋਰਚਾ ਹੈ ਉਹ ਵੀ, ਤੇ ਫਿਰ ਫੌਜ ਨੇ ਉਸ ਪਾਸਿਓਂ ਦੀ ਪਲਾਨ ਕਰਕੇ ਟੈਂਕ ਅੰਦਰ ਵੜੇ। ਉਸ ਤੋਂ ਪਹਿਲਾਂ ਫੌਜ ਬਾਹਰ ਹੀ ਸੀ, ਦਰਬਾਰ ਸਾਹਿਬ ਦੇ ਅੰਦਰ ਹਜੇ ਪ੍ਰਵੇਸ਼ ਨਹੀਂ ਕੀਤਾ, ਪਹਿਲਾਂ ਬਾਹਰ ਸੀ। ਫਿਰ ਉਧਰੋਂ ਇਹਨਾਂ ਨੂੰ ਰਸਤਾ ਮਿਲਿਆ। ਫਿਰ ਇਹਨਾਂ ਨੇ ਅੰਦਰੋਂ ਵਾਇਰਲੈਸ ਸੈੱਟ ਸੀਗੇ ਇਹਨਾਂ ਕੋਲ, ਰਾਮੂ ਵਾਲੀਏ ਵਰਗਿਆਂ ਹੋਣਾ ਕੋਲ, ਇਹਨਾਂ ਸਾਰਿਆਂ ਕੋਲ, ਜਿੱਥੇ ਸਾਰੀ ਚੰਡਾਲ ਚੌਕੜੀ ਬੈਠੀ ਸੀਗੀ, ਤੇ ਇਹਨਾਂ ਦਾ ਲਗਾਤਾਰ ਰਾਬਤਾ ਸੀ ਇੰਦਰਾ ਗਾਂਧੀ ਦੇ ਨਾਲ। ਬਲਵੰਤ ਸਿੰਘ ਰਾਮੂਵਾਲੀਆ ਦੀ ਗੱਲ ਕਰ ਰਹੇ ਹੋ ਤੁਸੀਂ? ਤੇ ਇਹਨਾਂ ਨੇ ਦੱਸਿਆ ਹੋਏਗਾ ਵੀ ਇੱਧਰੋਂ ਹੁਣ ਬਾਈ ਖਾਲੀ ਹੋ ਗਈ ਹੈ ਤੇ ਆ ਸਕਦੇ ਹੋ ਅੰਦਰ। ਇਹਨਾਂ ਦੇ ਸੱਦੇ ਤੇ ਆਏ ਸੀਗੇ, ਇਹਨਾਂ ਨੇ ਚਿੱਠੀਆਂ ਪਾ ਸੱਦੇ ਸੀ। ਕੋਈ ਤਾਂ ਡਰ ਕੇ ਕਹਿੰਦਾ ਹੋਏਗਾ, ਮੈਂ ਤੇ ਕਹਿੰਦੀ ਹਾਂ ਮਾਰੋ ਮੈਨੂੰ, ਇਸ ਗੱਲ ਦੀ ਸਜ਼ਾ ਦਿਓ, ਮੈਂ ਦੱਸ ਰਹੀ ਹਾਂ ਵੀ ਤੁਸੀਂ ਗਦਾਰ ਹੋ ਤੇ ਤੁਹਾਡੀ ਵਜ੍ਹਾ ਕਰਕੇ ਹੋਇਆ ਸਾਰਾ ਕੁਝ। ਤੇ ਫਿਰ ਇਹਨਾਂ ਨੇ ਜਦੋਂ ਫੌਜ ਅੰਦਰ ਆਈ ਤੇ ਉਹਨਾਂ ਨੇ ਸਰਾਂ ਦੇ ਵਿੱਚ ਚੰਗੀ ਤਬਾਹੀ ਮਚਾਈ, ਇੰਨੀ ਤਬਾਹੀ ਮਚਾਈ, ਇੰਨੇ ਮਤਲਬ ਨਵ ਜੰਮੇ ਬੱਚੇ ਵੀ, ਗਰਭਵਤੀ ਔਰਤਾਂ ਦੇ ਵੀ ਪੇਟਾਂ 'ਚ ਬ੍ਰੈਸਟ ਮਾਰੇ, ਉਹਨਾਂ ਦੇ ਬੱਚੇ ਨਿਕਲ ਕੇ ਬਾਹਰ ਡਿੱਗੇ, ਜਿਹਦੀ ਮਾਂ ਮਰ ਗਈ ਉਹਦੇ ਬੱਚੇ ਨੂੰ ਵੀ ਧੋ ਕੇ ਪੈਰਾਂ ਥੱਲੇ ਮਸ ਲਿਆ, ਦੂਜੀ ਮੰਜ਼ਲ ਤੋਂ ਚੁੱਕ ਥੱਲੇ ਮਾਰਿਆ। ਔਰਤਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ, ਫਿਰ ਔਰਤਾਂ ਨੂੰ ਬੇਇੱਜ਼ਤ ਬਹੁਤ ਕੀਤਾ। ਉਹਦੇ ਵਿੱਚੋਂ ਕੁਛ ਔਰਤਾਂ ਜਿਹੜੇ ਮੇਰੇ ਨਾਲ ਰੈਸਟ ਸੀਗੀਆਂ, ਉਹਨਾਂ ਨੇ ਜੋ ਦਰਦ ਦੱਸਿਆ ਮੈਂ ਇੱਥੇ ਬੋਲ ਨਹੀਂ ਸਕਦੀ ਕੈਮਰੇ ਦੇ ਸਾਹਮਣੇ। ਜੋ ਕੁਝ ਉਹਨਾਂ ਨੇ ਦੱਸਿਆ, ਜ਼ਬਰਦਸਤੀ ਉਹਨਾਂ ਨਾਲ ਕੀਤੀ ਗਈ, ਬਹੁਤ ਕੁਝ ਹੋਇਆ ਉੱਥੇ। ਤੇ ਫਿਰ ਇਹਨਾਂ ਨੇ ਜਦੋਂ ਦੇਖ ਲਿਆ ਵੀ ਉੱਧਰੋਂ ਸਰਾਂ ਵਾਲੇ ਪਾਸਿਓਂ ਸਰ ਕਰ ਲਿਆ, ਫਿਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਬੈਠੀ ਸੀ ਚੰਡਾਲ ਚੌਕੜੀ, ਤੇ ਇਹਨਾਂ ਦੇ ਉੱਪਰਲੀ ਛੱਤ ਦੇ ਉੱਤੇ ਹੀ ਥੱਲੇ ਟੋੜੇ ਹੋਣੀ ਬੈਠੇ ਸੀਗੇ, ਤੇ ਫੈਡਰੇਸ਼ਨ ਵਾਲੇ ਵੀ ਉੱਥੇ ਸੀਗੇ। ਤੇ ਇਹਨਾਂ ਨੇ ਮਤਲਬ ਟੋੜੇ ਨੇ ਦੱਸਦੇ ਆ, ਮੈਂ ਸੁਣਿਆ ਆ ਵੀ ਟੋੜੇ ਨੇ ਫੌਜ ਨੂੰ ਕਹਿ ਕੇ ਇਹਨਾਂ ਨੂੰ ਵੀ ਇਹ ਸਾਡੇ ਮੁਲਾਜ਼ਮ ਹੈਗੇ ਨੇ ਤੇ ਇਹਨਾਂ ਨੂੰ ਬਚਾਇਆ, ਫੈਡਰੇਸ਼ਨ ਵਾਲੇ ਮੁੰਡਿਆਂ ਨੂੰ। ਤੇ ਇਹਨਾਂ ਨੂੰ ਅਰੈਸਟ ਕੀਤਾ ਉਹਨਾਂ ਨੇ ਬਾਇਜ਼ਤ। ਅਰੈਸਟ ਕੀ ਹੋਇਆ, ਉਹਨਾਂ ਨੂੰ ਪ੍ਰਾਹੁਣਿਆਂ ਵਾਂਗ ਉਹਨਾਂ ਨੂੰ ਲੈ ਕੇ ਗਏ ਬੁਲਟ ਪ੍ਰੂਫ ਟੈਂਕ ਦੇ ਵਿੱਚ। ਇੱਕ ਕਰਨਲ ਸ਼ਾਇਦ ਲੈ ਕੇ ਗਿਆ ਬੁਲਟ ਪ੍ਰੂਫ ਗੱਡੀ ਦੇ ਵਿੱਚ, ਇਹਨਾਂ ਨੂੰ ਅੰਦਰੋਂ ਕੱਢਿਆ। ਉੱਥੇ ਹੀ ਇੱਕ ਭਾਈ ਫੌਜਾ ਸਿੰਘ ਹੁਣਾਂ ਦੇ ਸਤਿਕਾਰਯੋਗ ਸ਼ਹੀਦ ਨੇ 78 ਦੇ, ਭਾਈ ਫੌਜਾ ਸਿੰਘ ਹੁਣੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਨਿਰੰਕਾਰੀਆਂ ਦੇ ਨਾਲ 13 ਸਿੰਘ ਸ਼ਹੀਦ ਹੋਏ ਸੀ। ਤੇ ਉਹਨਾਂ ਦੀ ਧਰਮ ਪਤਨੀ ਸੀਗੀ, ਤੇ ਉਹਨਾਂ ਨੇ ਉਹ ਵੀ ਉੱਥੇ ਸੀਗੇ, ਤੇ ਇਹਨਾਂ 8 ਬੰਦਿਆਂ ਦੇ ਵਿੱਚ ਉਹ ਵੀ ਨਾਲ ਸੀਗੇ। ਤੇ ਉਹਨਾਂ ਨੂੰ ਵੀ ਮਤਲਬ ਸੇਫ ਅੰਦਰੋਂ ਕੱਢਿਆ। ਜਦੋਂ ਕਿਸੇ ਨੇ ਕਿਹਾ ਵੀ ਤੁਸੀਂ, ਮੈਂ ਇੱਕ ਇੰਟਰਵਿਊ ਸੁਣੀ ਆ ਵੀ ਜਦੋਂ ਉਹਨਾਂ ਨੂੰ ਕਿਸੇ ਨੇ, ਫੌਜੀ ਅਫਸਰ ਨੇ ਕਿਹਾ ਵੀ ਬੀਬੀ ਜੀ ਯੂ ਆਰ ਅੰਡਰ ਅਰੈਸਟ, ਤੇ ਇਹਨਾਂ ਨੇ, ਬੀਬੀ ਜੀ ਨੇ ਕਿਹਾ ਵੀ ਮੈਨੂੰ ਤੁਸੀਂ ਮੇਰੀ ਗੱਲ ਕਰਾਓ ਇੰਦਰਾ ਗਾਂਧੀ ਦੇ ਨਾਲ, ਵੀ ਤੁਸੀਂ ਮੈਨੂੰ ਅਰੈਸਟ ਨਹੀਂ ਕਰ ਸਕਦੇ। ਸੋ ਇਹਨਾਂ ਦੀ ਬਹਾਦਰੀਆਂ, ਇਹਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਨੇ, ਇਹਨਾਂ ਗੱਲਾਂ ਤੋਂ ਜਿਹੜੀਆਂ ਨੇ ਉਹ ਸ਼ੋਅ ਹੁੰਦੀਆਂ ਨੇ। ਤੇ ਵੀ ਇਹਨਾਂ ਨੇ ਕੀ ਕੀਤਾ। ਉੱਧਰੋਂ ਫਿਰ ਨਾਨਕ ਨਿਵਾਸ ਵਾਲੇ ਪਾਸਿਓਂ ਬੱਬਰ ਸਾਰੇ ਸੇਫ ਨਿਕਲ ਗਏ ਸੀਗੇ, ਕੁਛ ਸ਼ਹੀਦ ਹੋਏ ਜਿਹੜੇ 2-3 ਬੰਦੇ, ਤੇ ਬਾਕੀ ਸਾਰੇ ਨਿਕਲ ਗਏ ਸੀ। ਤੇ ਫਿਰ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਉਹਨਾਂ ਨੇ ਮੂੰਹ ਕਰ ਲਿਆ, ਉਹ ਸਾਰੀ 22 ਸਰ ਕਰ ਲਈ ਫੌਜ ਨੇ। ਫਿਰ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਮੂੰਹ ਕਰ ਲਿਆ। ਸ਼ਾਇਦ ਦਰਬਾਰ ਸਾਹਿਬ ਦੇ ਅੰਦਰ 9 ਵਜੇ ਤੋਂ ਬਾਅਦ 9:30 ਵਜੇ ਫੌਜ ਅੰਦਰ ਐਂਟਰ ਕਰ ਗਈ ਲੰਗਰ ਵਾਲੇ ਪਾਸਿਓਂ ਤੇ ਮੰਜੀ ਸਾਹਿਬ ਹਾਲ ਵਾਲੇ ਪਾਸਿਓਂ। ਟੈਂਕ ਜਦੋਂ ਅੰਦਰ ਆਏ ਤਾਂ ਉਦੋਂ ਬਹੁਤ ਜ਼ਿਆਦਾ ਰੌਲਾ ਪਿਆ ਅੰਦਰ, ਟੈਂਕ ਵੜ ਗਏ, ਓਏ ਦੁਸ਼ਮਣ ਅੰਦਰ ਆ ਗਿਆ, ਓਏ ਦੁਸ਼ਮਣ ਅੰਦਰ ਆ ਗਿਆ, ਓਏ ਮਰ ਜਾਓ, ਓਏ ਡਾ ਦਿਓ, ਓਏ ਆਹ ਕਰ ਦਿਓ। ਮਤਲਬ ਜਿਹੜੀਆਂ ਆਵਾਜ਼ਾਂ ਉਸ ਵੇਲੇ ਸੁਣਨ ਨੂੰ ਮਿਲੀਆਂ, ਤੇ ਜੋ ਚੀਕੋ ਝਾੜਾ ਪਿਆ ਉਸ ਵੇਲੇ ਅੰਦਰ, ਰੌਲਾ ਪਿਆ। ਮਤਲਬ ਦੱਸਦਾ ਸੀਗਾ ਉਹ
ਤੁਸੀਂ ਉਸ ਬਈ ਵੇਲੇ ਕਿੱਥੇ ਮੌਜੂਦ ਉੱਥੇ ਸੀ? ਪਰਿਕਰਮਾ ਵਾਲੇ ਉਸ ਕਮਰੇ ਦੇ ਵਿੱਚ ਉਹ ਮੋਰਚਾ ਸੀ ਉਸ ਕਮਰੇ ਦੇ ਵਿੱਚ ਸਿੰਘਾਂ ਦਾ, ਤੇ ਮੈਂ ਤੇ ਸਾਹਮਣੇ ਅੱਖਾਂ ਦੇ ਨਾਲ ਹੀ ਸਾਰਾ ਕੁਝ ਦੇਖਿਆ ਨਾ। ਤੇ ਇੰਨਾ ਜ਼ਿਆਦਾ ਅੰਦਰ ਓਏ ਮੈਨੂੰ ਪਹਿਲੇ ਸ਼ਹੀਦ ਹੋ ਲੈਣ ਦੇ, ਓਏ ਮੈਨੂੰ ਪਹਿਲੇ ਸ਼ਹੀਦ ਹੋ ਲੈਣ ਦੇ। ਇੱਕ ਦੂਸਰੇ ਤੋਂ ਅੱਗੇ ਧੱਕੇ ਮਾਰ ਕੇ ਸਿੰਘ ਕਿਤਨਾ ਮਤਲਬ ਰੌਲਾ ਹੀ ਸੁਣ ਰਹੇ ਸੀਗੇ ਅਸੀਂ ਵੀ ਮੈਂ ਪਹਿਲੇ ਸ਼ਹੀਦ ਹੋਣਾ, ਮੈਂ ਪਹਿਲੇ ਸ਼ਹੀਦ ਹੋਣਾ। ਤੇ ਇੰਨੀ ਜ਼ਬਰਦਸਤ ਫਾਇਰਿੰਗ ਹੋਈ ਹੈ, ਫਿਰ ਇੰਨੀ ਜ਼ਬਰਦਸਤ ਬੰਬਾਰਡਮੈਂਟ ਹੋਈ ਹੈ। ਟੈਂਕ ਤੇ ਜਿਹੜੇ ਸੀਗੇ ਬੁਲਟ ਪ੍ਰੂਫ ਸੀ, ਉਹਨਾਂ ਦਾ ਕਿਸੇ ਨੇ ਕੀ ਵਿਗਾੜ ਲੈਣਾ ਸੀ, ਫੌਜ ਉਹਨਾਂ ਦੇ ਟੈਂਕਾਂ ਦੇ ਪਿੱਛੇ ਸੀ ਜਾਂ ਵਿੱਚ ਸੀ। ਤੇ ਫਿਰ ਇਹਨਾਂ ਨੇ ਪਰਿਕਰਮਾ ਦੇ ਵਿੱਚ ਤਬਾਹੀ ਮਚਾਈ ਪੂਰੀ, ਮਤਲਬ ਸ਼ਾਇਦ ਕੋਈ 11:30 ਵਜੇ ਟੈਂਕ ਜਿਹੜੇ ਨੇ ਉਹ ਸਾਡੇ ਕਮਰੇ ਦੇ ਅੱਗੋਂ ਦੀ ਲੰਘ ਗਏ ਨੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ। ਤੇ ਬਹੁਤ ਮਤਲਬ ਟੈਂਕਾਂ ਦੇ ਅੱਗੇ ਮਤਲਬ ਨਾ ਕਲਾਵਿਆਂ ਦੇ ਵਿੱਚ ਗੈਸ ਵਾਲੇ ਸਿਲੰਡਰ ਵੀ ਲੈ ਕੇ ਅੱਗ ਲਾ ਕੇ ਸਿੰਘਾਂ ਨੇ ਟੈਂਕਾਂ ਦੇ ਥੱਲੇ ਛਾਲਾਂ ਮਾਰੀਆਂ। ਤੇ ਉਦੋਂ ਸ਼ਾਮ ਨੂੰ 5 ਜੂਨ ਸ਼ਾਮ ਨੂੰ ਸਾਨੂੰ ਖਬਰ ਮਿਲ ਗਈ ਸੀ ਕਿ ਜਨਰਲ ਸ਼ਪੇਸ਼ ਸਿੰਘ ਹੁਣੀ ਸ਼ਹੀਦ ਹੋ ਗਏ ਨੇ। ਇਸ ਟੌਪਿਕ ਤੇ ਫਿਰ ਕਿਤੇ ਮੈਂ ਗੱਲ ਕਰਾਂਗੀ ਵੀ ਉਸ ਵੇਲੇ ਉਹ ਜਿਹੜੇ ਬੰਦੇ ਦੋ ਉਹਨਾਂ ਦੇ ਨਾਲ ਸੀਗੇ, ਉਹ ਉਹਨਾਂ ਦੇ ਨਾਲ ਉੱਥੇ ਕੀ ਕਰਦੇ ਸੀ, ਉਹ ਅੱਜ ਵੀ ਜਿੰਦਾ ਬੈਠੇ ਨੇ, ਉਹ ਜ਼ਰੂਰ ਨੰਗੇ ਹੋਣੇ ਚਾਹੀਦੇ ਨੇ। ਕੌਣ ਸੀ ਉਹਨਾਂ ਦੇ ਨਾਲ? ਮੈਨੂੰ ਇਹ ਡਾਊਟ ਹੈ ਵੀ ਉਹਨਾਂ ਲੋਕਾਂ ਨੇ ਜਨਰਲ ਸ਼ਪੇਸ਼ ਹੁਣਾਂ ਬਾਰੇ ਇਨਫੋਰਮੇਸ਼ਨ ਦਿੱਤੀ ਆ ਵੀ ਉਹ ਇਸ ਵੇਲੇ ਕਿੱਥੇ ਨੇ, ਤੇ ਹੁਣ ਉਹਨਾਂ ਨੂੰ ਉਹ ਕਿਵੇਂ ਮਾਰੇ ਗਏ, ਉਹ ਮਾਰੇ ਨਹੀਂ ਸੀ ਜਾ ਸਕਦੇ। ਤੇ ਅਜੇ ਬਹੁਤ ਕੁਝ ਛੁਪਿਆ ਪਿਆ ਜੋ ਅਜੇ ਮਤਲਬ ਦੁਨੀਆ ਦੇ ਸਾਹਮਣੇ ਆਉਣਾ ਬਾਕੀ ਆ। ਫਿਰ ਬੇਟੇ ਜਦੋਂ ਟੈਂਕ ਅੱਗੇ ਲੰਘ ਗਏ, ਅਸੀਂ ਜਿੰਨੇ ਜੋਗੇ ਹੈਗੇ ਸੀਗੇ, ਜਦੋਂ ਦੇਖਿਆ ਵੀ ਬੁਲਟ ਪ੍ਰੂਫ ਟੈਂਕਾਂ ਦਾ ਅਸੀਂ ਕੁਝ ਵਿਗਾੜ ਨਹੀਂ ਪਾ ਰਹੇ, ਤੇ ਫੌਜ ਪਰਿਕਰਮਾ ਦੇ ਵਿੱਚ ਦਗੜ ਕਰਦੀ ਆ ਗਈ। ਸ਼ਰਾਬੀ ਹੋਏ ਸੀ ਫੌਜੀ, ਬੂਟਾਂ ਸਣੇ ਸਿਗਰਟਾਂ ਪੀਂਦੇ। ਤੇ ਅੰਦਰ ਜਦੋਂ ਟੈਂਕਾਂ ਦੀ ਲਾਈਟ ਦੇ ਨਾਲ ਮਤਲਬ ਜਗਮਗਾ ਉੱਠਿਆ ਸੀ ਇੱਕ ਵਾਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ। ਤੇ ਉਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਦੇ ਅੱਗੇ ਜਿਸ ਵੇਲੇ ਚਲੇ ਗਏ, ਤੇ ਫਿਰ ਉੱਥੇ ਜਾ ਕੇ ਬਹੁਤ ਜ਼ਿਆਦਾ ਮਤਲਬ ਇੱਧਰ ਉੱਧਰ ਅੱਗਾਂ ਉੱਗਾਂ ਵੀ ਲੱਗ ਗਈਆਂ ਕਮਰਿਆਂ ਦੇ ਵਿੱਚ, ਲਾਇਬ੍ਰੇਰੀ ਅਜਾਇਬ ਘਰ ਇੱਧਰ ਉੱਧਰ ਕਮਰਿਆਂ 'ਚ, ਥੱਲੇ ਕਮਰਿਆਂ 'ਚ ਵੀ ਅੱਗਾਂ ਬਹੁਤ ਲਾਈਆਂ। ਜਿੱਥੇ ਉਹਨਾਂ ਨੂੰ ਸ਼ੱਕ ਸੀਗਾ ਵੀ ਇੱਥੇ ਬੰਦੇ ਹੋ ਸਕਦੇ, ਉਹਨਾਂ ਨੇ ਮਤਲਬ ਅੱਗ ਵੀ ਲਾਈ। ਤੇ ਫਿਰ ਮੈਨੂੰ ਬੇਟੇ ਨੂੰ ਨਾ, ਮਨਪ੍ਰੀਤ ਸਿੰਘ ਨੂੰ, ਮੈਂ ਥੰਮ ਦੇ ਪਿੱਛੇ ਲਟਾਇਆ ਹੋਇਆ ਸੀ। ਤੇ ਮੈਨੂੰ ਨਹੀਂ ਪਤਾ ਵੀ ਮੈਂ ਉਹਨੂੰ ਸਵੇਰ ਦਾ ਦੁੱਧ ਦਿੱਤਾ ਸੀ ਕਿ ਨਹੀਂ ਦਿੱਤਾ ਸੀ, ਸਵੇਰ ਤੋਂ ਲੈ ਕੇ। ਤੇ ਰਾਤ ਜਦੋਂ 11:30 12 ਵੱਜ ਗਏ ਸੀਗੇ, ਤੇ ਮੈਨੂੰ ਕਹਿੰਦੇ ਵੀ ਪ੍ਰੀਤਮ ਹੁਣ ਤਾਂ ਦਰਵਾਜ਼ੇ ਤੇ ਮੌਤ ਖੜੀ ਹੈ, ਤੇ ਮਨਪ੍ਰੀਤ ਸਿੰਘ ਨੂੰ ਚੁੱਕ ਲਿਆ। ਭਾਈ ਰਸ਼ਪਾਲ ਸਿੰਘ ਜੀ ਕਹਿੰਦੇ, ਹਾਂ ਸਿੰਘ ਸਾਹਿਬ ਕਹਿਣ ਲੱਗੇ, ਕਹਿੰਦੇ ਤੂੰ ਨਾ ਮਨਪ੍ਰੀਤ ਸਿੰਘ ਨੂੰ ਚੁੱਕ ਲਿਆ, ਹੁਣ ਤਾਂ ਮੌਤ ਦਰਵਾਜ਼ੇ ਤੇ ਖੜੀ ਆ। ਤੇ ਜਦੋਂ ਅਸੀਂ, ਹਨੇਰਾ ਸੀ ਨਾ, ਤੇ ਇੱਕ ਟਾਰਚ ਸੀਗੀ ਇਹਨਾਂ ਕੋਲ, ਤੇ ਇਹਨਾਂ ਨੇ ਟਾਰਚ ਮਾਰੀ ਬੇਟੇ ਦੇ ਚਿਹਰੇ ਦੇ ਉੱਤੇ, ਤੇ ਉਹ ਹਨੇਰੇ 'ਚ ਖੇਡ ਰਿਹਾ ਸੀ, ਬਾਹਾਂ ਮਾਰਨ ਲੱਗ ਗਿਆ। ਮਤਲਬ ਉਹ ਰੋਇਆ ਹੀ ਨਹੀਂ। 19 ਮਈ ਤੋਂ ਲੈ ਕੇ 6 ਜੂਨ ਤੱਕ, ਸ਼ਹਾਦਤ ਤੱਕ ਉਹ ਰੋਇਆ ਨਹੀਂ। ਇੰਨੀ ਬੰਬਾਰਡਮੈਂਟ, ਇੰਨੇ ਜ਼ਹਿਰੀਲੇ ਅਥਰੂ ਗੈਸ ਦੇ ਗੋਲੇ ਅੰਦਰ ਸੁੱਟੇ, ਅਸੀਂ ਤੜਪ ਰਹੇ ਸੀ। ਤੇ ਫਿਰ ਇੰਨੀ ਜ਼ਿਆਦਾ ਗਰਮੀ ਅੰਦਰ, ਪੜਾਸ, ਭੁੱਖ। ਤੇ ਅੱਛਾ, ਉਹਨੂੰ ਪਤਾ ਨਹੀਂ ਮੈਂ ਸਵੇਰ ਦਾ ਦੁੱਧ ਵੀ ਦਿੱਤਾ ਸੀ ਕਿ ਨਹੀਂ। ਤੇ ਉਹ ਖੇਡਣ ਲੱਗ ਗਿਆ। ਤੇ ਜਦੋਂ ਉਹਨੂੰ ਚੁੱਕ ਕੇ ਉਹਨਾਂ ਲੈ ਆਏ, ਫਿਰ ਇਹ ਉੱਥੇ ਹੀ ਫਿਰ ਆ ਕੇ ਅਸੀਂ ਬੈਠ ਕੇ, ਜਾਲੀ ਉੱਥੇ ਲੱਗੀ ਹੋਈ ਸੀ, ਖਿੜਕੀ ਸੀ, ਖਿੜਕੀ ਦੇ ਸਾਹਮਣੇ ਬੈਠ ਗਏ ਸੀ ਵੀ ਸਭ ਤੋਂ ਪਹਿਲੇ ਸਾਨੂੰ ਆ ਜਾਵੇ। ਬੀਬੀ ਜੀ, ਸੁਣਨ 'ਚ ਆਇਆ ਜਿੱਦਾਂ ਤੁਸੀਂ ਕਿਹਾ ਕਿ ਟੈਲੀਫੋਨ ਕਨੈਕਸ਼ਨ ਕਰ ਦਿੱਤੇ ਗਏ, ਬਿਜਲੀ ਦਾ ਕਨੈਕਸ਼ਨ, ਪਾਣੀ ਦਾ ਕਨੈਕਸ਼ਨ, ਉੱਪਰੋਂ ਇੰਨੀ ਜ਼ਿਆਦਾ ਗਰਮੀ, ਜੇਠ ਦਾ ਮਹੀਨਾ, ਤਪਦੀ ਧੁੱਪ, ਜਦੋਂ ਬਿਜਲੀ ਵੀ ਨਹੀਂ, ਪਾਣੀ ਵੀ ਨਹੀਂ। ਕਿੰਨੇ ਦਿਨ ਤੁਸੀਂ ਬਿਜਲੀ ਪਾਣੀ ਤੋਂ ਬਿਨਾਂ ਉਸ ਕਮਰੇ 'ਚ ਕੱਟੇ? 4 ਜੂਨ ਦਿਨ ਰਾਤ, 5 ਜੂਨ ਦਾ ਦਿਨ ਤੇ 5 ਜੂਨ ਦੀ ਰਾਤ, ਤੇ 6 ਜੂਨ ਨੂੰ ਬਾਅਦ ਦੁਪਹਿਰ ਮੈਨੂੰ ਰੈਸਟ ਕੀਤਾ। ਹੁਣ ਬੇਟੇ ਵਾਲੀ ਗੱਲ ਕੰਪਲੀਟ ਕਰ ਲਵਾਂ ਵੀ ਜਦੋਂ ਬੇਟੇ ਨੂੰ ਚੁੱਕ ਕੇ ਮੈਂ ਲੈ ਆਈ, ਤੇ ਮੈਨੂੰ ਕਹਿੰਦੇ ਹੁਣ ਦੁੱਧ ਪਿਆ ਦੇ। ਮੈਂ ਕਿਹਾ ਚਲੋ ਇਹ ਹੁਣ ਆਖਰੀ ਵਾਰ ਦਾ ਹੀ ਦੁੱਧ ਹੋਊਗਾ ਇਹਦਾ, ਵੀ ਆਪਾਂ ਚਲੇ ਜਾਣਾ, ਆਪਾਂ ਕਿਹੜਾ ਰਹਿਣਾ ਹੈ ਨਾ। ਤੇ ਇਹ ਕੀਰਤਨ 16 ਸਾਹਿਬ ਦਾ ਪਾਠ ਕਰਨ ਲੱਗੇ। ਉਸ ਵੇਲੇ ਵੀ ਜਦੋਂ ਇਹਨਾਂ ਨੇ ਸ਼ਬਦ ਪੜ੍ਹਿਆ ਨਾ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਜਿਹੜਾ ਟਕਸਾਲੀ ਗੁਟਕੇ ਦੇ ਵਿੱਚ ਕੀਰਤਨ 16 ਦੇ ਨਾਲ 2-3 ਸ਼ਬਦ ਸਿੰਘ ਪਹਿਲਾਂ ਪੜ੍ਹਦੇ ਆ ਨਾ, ਉਹਨਾਂ ਦਾ ਕਰੈਕਟਰ ਦੇਖਣ ਵਾਲਾ ਸੀ ਸਿੰਘਾਂ ਦਾ। ਇੰਨਾ ਉੱਚਾ ਸੁੱਚਾ ਜੀਵਨ, ਇੰਨੇ ਬੰਦਗੀ ਵਾਲੇ ਸਿੰਘ ਸੀਗੇ ਸਾਰੇ, ਇੰਨੀ ਅਵਸਥਾ ਵਧੀਆ ਸੀ ਉਹਨਾਂ ਸਿੰਘਾਂ ਦੀ ਸਾਰਿਆਂ ਦੀ। ਮੈਂ ਰਹਿੰਦੀ ਹਾਂ ਤੇ ਉਹਨਾਂ ਦੇ ਨਾਲ ਰਹੀ, ਤੇ ਅੱਜ ਮੈਨੂੰ ਇੱਕ ਵੀ ਉਹੋ ਜਿਹਾ ਕੋਈ ਸਿੰਘ ਨਹੀਂ ਲੱਭਦਾ
ਇਹੋ ਜਿਹਾ ਸਿੰਘ ਚੜ੍ਹਦੀ ਕਲਾ ਵਾਲਾ। ਤੇ ਜਦੋਂ ਮੈਂ ਉਹਨੂੰ ਦੁੱਧ ਦੇ ਕੇ ਤੇ ਮੈਂ ਉਹਨੂੰ ਐਦਾਂ ਗਲ ਨਾਲ ਲਾ ਕੇ ਨਾ ਥਾਪਣ ਲੱਗ ਗਈ ਤੇ ਕੀਰਤਨ ਸੋਹਲੇ ਦਾ ਪਾਠ ਕੀਤਾ। ਫਿਰ ਮੈਂ ਕਿਹਾ ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਜੋ ਜਿੰਨੇ ਜੋਗੇ ਹੈਗੇ ਸੀਗੇ ਪਾਤਸ਼ਾਹ ਤੇਰੇ ਘਰ ਦੀ ਰਾਖੀ ਕੀਤੀ ਆ, ਜੋ ਕੁਝ ਵੀ ਸਾਡੇ ਤੋਂ ਭੁੱਲਾਂ ਵੀ ਹੋਈਆਂ ਨੇ ਸਾਨੂੰ ਬਖਸ਼ ਲਵੀਂ ਤੇ ਸਾਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਤੇ ਤੂੰ ਸਾਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਜਿੱਥੇ ਵੀ ਤੂੰ ਲੇਖੇ ਲਾਉਣਾ ਲਾਵੀਂ। ਅਰਦਾਸ ਕੀਤੀ ਤੇ ਫਿਰ ਫਤਿਹ ਬੁਲਾਈ ਅਸੀਂ ਇੱਕ ਦੂਜੇ ਨੂੰ। ਤੇ ਮਨਪ੍ਰੀਤ ਸਿੰਘ ਦਾ ਇਹਨਾਂ ਨੇ ਮੱਥਾ ਚੁੰਮਿਆ ਤੇ ਮਨਪ੍ਰੀਤ ਸਿੰਘ ਨੂੰ ਵੀ ਫਤਿਹ ਬੁਲਾਈ ਵੀ ਆਪਣੀ ਆਖਰੀ ਫਤਿਹ ਹੀ ਆ। ਤੇ ਬਾਅਦ ਦੇ ਵਿੱਚ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਤੇ ਮੈਨੂੰ ਕਹਿੰਦੇ ਵੀ ਪ੍ਰੀਤਮ ਤੂੰ ਮੈਨੂੰ ਬੋਲਿਆ ਚਾਲਿਆ ਮਾਫ ਕਰ। ਮੈਂ ਕਿਹਾ ਵੀ ਸੁਭਾਅ ਤਾਂ ਮੇਰਾ ਸ਼ੁਰੂ ਤੋਂ ਹੀ ਇੱਦਾਂ ਦਾ ਹੈਗਾ ਤੇ ਮੈਂ ਕਿਹਾ ਮੇਰੇ ਤੋਂ ਤੇ ਕੋਈ ਗਲਤੀਆਂ ਵਾਧੂ ਹੋਈਆਂ ਹੋਣਗੀਆਂ, ਸਗੋਂ ਮੈਨੂੰ ਮਾਫ ਕਰਿਓ। ਕਹਿੰਦੇ ਨਹੀਂ ਤੂੰ ਤੇ ਬਥੇਰਾ ਸਹਿ ਲਿਆ ਕਹਿੰਦੇ। ਤੇ ਕਹਿੰਦੇ ਵੀ ਮੈਂ ਨਹੀਂ ਸਮਝ ਸਕਿਆ ਤੇ ਮੈਨੂੰ ਨਹੀਂ ਸੀ ਪਤਾ ਵੀ ਤੂੰ ਇੱਥੋਂ ਤੱਕ ਮਤਲਬ। ਕਿੰਨੇ ਸਾਲ ਹੋਏ ਸੀ ਤੁਹਾਡੇ ਵਿਆਹ ਨੂੰ? 1 ਸਾਲ 3 ਮਹੀਨੇ 9 ਦਿਨ। ਅੱਛਾ, ਸਿਰਫ 1 ਸਾਲ ਤੇ? ਹਾਂਜੀ, ਸਵਾ ਸਾਲ ਵੀ ਪੂਰਾ ਨਹੀਂ ਸੀ। ਤੇ ਅਸੀਂ ਇੱਕ ਦੂਸਰੇ ਨੂੰ ਫਤਿਹ ਬੁਲਾਈ ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਫਿਰ ਗੋਲੀਬਾਰੀ ਇੰਨੀ ਜ਼ਿਆਦਾ ਮਤਲਬ ਤੇਜ਼ ਸੀ ਤੇ ਜਿਵੇਂ ਹੀ ਗੋਲੀ ਇੱਕ ਜਾਲੀ ਪਾੜ ਕੇ ਅੰਦਰ ਆਈ ਆ ਤੇ ਉਹਨੇ ਬੇਟੇ ਦੀ ਪਿੱਠ ਚੀਰ ਕੇ ਮੇਰੀ ਛਾਤੀ ਦੇ ਅੰਦਰ ਧੱਸ ਗਈ। ਤੇ ਰਛਪਾਲ ਸਿੰਘ ਹੁਣੀ ਕਹਿੰਦੇ ਲੈ ਹੁਣ ਮੈਨੂੰ ਲੱਗਦਾ ਤੇਰੀ ਤੇ ਅਰਦਾਸ ਪੂਰੀ ਹੋ ਗਈ, ਤੂੰ ਤਾਂ ਮੇਰੇ ਤੋਂ ਪਹਿਲਾਂ ਤਿਆਰੀ ਕਰ ਲਈ ਹੈ। ਤੇ ਮੇਰੇ ਸਿਰ ਥੱਲੇ ਹੱਥ, ਪਿੱਛੇ ਨਾ ਅਸਲਾ ਪਿਆ ਸੀਗਾ ਤੇ ਮੇਰੇ ਸਿਰ ਥੱਲੇ ਹੱਥ ਰੱਖ ਕੇ ਤੇ ਜਿਸ ਤਰ੍ਹਾਂ ਮੈਨੂੰ ਜ਼ਮੀਨ ਤੇ ਕਰਨ ਲੱਗੇ ਤੇ ਮੇਰੀ ਛਾਤੀ ਤੇ ਬੇਟਾ ਸੀ, ਮੈਂ ਇੱਦਾਂ ਘੁੱਟ ਲਿਆ। ਉਹ ਤੇ ਉਸੇ ਵੇਲੇ ਵਿਚਾਰਾ ਸ਼ਹੀਦ ਹੋ ਗਿਆ। ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੀ ਤੇ ਦੂਸਰੀ ਗੋਲੀ ਇਹਨਾਂ ਦੀ ਪੁੜਪੁੜੀ ਚੋਂ ਆਰ ਪਾਰ ਹੋਈ ਤੇ ਮੇਰੇ ਸਿਰ ਤੇ ਡਿੱਗੇ। ਹੇਠਾਂ ਮੈਂ ਸੀ, ਛਾਤੀ ਤੇ ਬੇਟਾ ਸੀਗਾ ਤੇ ਮੇਰੇ ਸਿਰ ਤੇ ਇਹ ਡਿੱਗੇ ਆ ਕੇ ਗੋਲੀ ਖਾ ਕੇ, ਸਿਰ ਆਰ ਪਾਰ ਹੋਈ। ਹਾਂਜੀ, ਜਦੋਂ ਗੋਲੀ ਇਹਨਾਂ ਦੇ ਸਿਰ 'ਚ ਆਰ ਪਾਰ ਹੋਈ ਫਿਰ ਮੇਰੇ ਸਿਰ ਤੇ ਡਿੱਗੇ ਤੇ ਮੈਂ ਜਿੰਨਾ ਚਿਰ ਇਹਨਾਂ ਦਾ ਸਾਹ ਚੱਲਦਾ ਰਿਹਾ ਮੈਂ ਇਹਨਾਂ ਦੇ ਥੱਲਿਓਂ ਸਿਰ ਨਹੀਂ ਕੱਢਿਆ ਆਪਣਾ। ਵੀ ਲਓ ਤੁਸੀਂ ਔਰਤ ਨੂੰ ਇੰਨਾ ਕਮਜ਼ੋਰ ਸਮਝਦੇ ਹੋ ਇਹ ਦੁਨੀਆ ਵਾਲਿਓ, ਔਰਤ ਨੂੰ ਕਹਿੰਦੇ ਹੋ ਵੀ ਔਰਤ ਮੁਸੀਬਤ ਵੇਲੇ ਛੱਡ ਕੇ ਭੱਜ ਜਾਂਦੀ ਆ। ਤੇ ਸਾਰੀਆਂ ਔਰਤਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਜੇ ਔਰਤ ਅਸਲ ਔਰਤ ਹੈਗੀ ਹੈ ਤੇ ਉਹ ਆਖਰੀ ਦਮ ਤੱਕ ਨਿਭਾਉਣਾ ਜਾਣਦੀ ਹੈ। ਤੇ ਸਿੱਖੀ ਕਰੈਕਟਰ ਸੀਗਾ, ਕਮਿਟਮੈਂਟ ਸੀਗੀ। ਤੇ ਸੰਜਨੈਲ ਸੋਹਣਾ ਦੇ ਨਾਲ ਜਿਹੜੇ ਸੰਗੀ ਸਾਥੀ ਜਿੰਨੇ ਵੀ ਹੈਗੇ ਸਾਰੇ ਕਮਿਟਡ ਲੋਕ ਸੀਗੇ ਤੇ ਮਰਜੀਵੜੇ ਸੀਗੇ। ਉਹਨਾਂ ਨੂੰ ਕਿਸੇ ਨੂੰ ਵੀ ਪਰਿਵਾਰ ਦਾ ਜਾਂ ਅਮੀਰੀ ਦਾ ਜਾਂ ਕੋਈ ਵੱਡੇ ਬਣਦਾ ਲੀਡਰ ਬਣਦਾ ਕੋਈ ਸ਼ੌਂਕ ਨਹੀਂ ਸੀ। ਉਹ ਪਰੇ ਹੀ ਬੈਠੇ ਸੀ ਸਾਰੇ। ਇੱਧਰ ਸਾਰੇ ਮਰ ਮਿਟਣ ਵਾਲੇ ਸੀ ਤੇ ਆਪਣੀ ਆਸਥਾ ਨੂੰ, ਆਪਣੀ ਕੌਮ ਦੀ ਹੋਂਦ ਨੂੰ ਬਚਾਉਣ ਵਾਸਤੇ ਆਪਣੀ ਸਿਰ ਧੜ ਦੀ ਬਾਜੀ ਲਾ ਕੇ ਬੈਠੇ ਹੋਏ ਸੀ। ਅਸੀਂ ਆਪਣੇ ਕੌਮੀ ਜਰਨੈਲ ਤੋਂ ਪਹਿਲਾਂ ਅਸੀਂ ਆਪਣੇ ਵਫਾਦਾਰੀ ਉਹਨਾਂ ਦੇ ਨਾਲ ਨਿਭਾ ਦਿੱਤੀ। ਪਹਿਲਾਂ ਬੇਟਾ ਮੇਰੇ ਤੋਂ ਪਹਿਲੇ ਗੋਲੀ ਉਹਨੂੰ ਵੱਜੀ ਹੈ ਨਾ, ਫਿਰ ਉਸ ਤੋਂ ਬਾਅਦ ਮੈਨੂੰ ਵੱਜੀ। ਮੈਂ ਆਪਣੇ ਪਤੀ ਤੋਂ ਪਹਿਲੇ ਗੋਲੀ ਖਾਧੀ ਹੈ ਤੇ ਪਤੀ ਨੇ ਆਪਣੇ ਜਰਨੈਲ ਤੋਂ ਪਹਿਲਾਂ ਗੋਲੀ ਖਾਧੀ ਹੈ। ਮਤਲਬ ਇਹ ਹੈ ਕੌਮੀ ਜਜ਼ਬਾ, ਇਹ ਕੌਮ ਦੀ ਆਸਥਾ ਨੂੰ ਕਿੰਨਾ ਸਿੱਖ ਪਿਆਰ ਕਰਦਾ ਤੇ ਉਹਦੇ ਵਾਸਤੇ ਕੀ ਹੈ ਸਾਡਾ ਧਰਮ ਕੀ ਚੀਜ਼ ਹੈ, ਉਹ ਮਰ ਕੇ ਹੀ ਕੁਰਬਾਨ ਹੋ ਕੇ ਹੀ ਦੱਸਿਆ ਜਾ ਸਕਦਾ। ਇੱਦਾਂ ਗੱਲਾਂ ਬਾਤਾਂ ਨਾਲ ਨਹੀਂ ਇਹ ਗੱਲਾਂ ਸਾਰੀਆਂ ਸਮਝ ਆਉਂਦੀਆਂ। ਤੇ ਇਤਿਹਾਸ ਦੀ ਇਹ ਗੱਲ ਮੈਂ ਫੇਰ ਤੁਹਾਨੂੰ ਦੱਸ ਦੇਵਾਂ, ਕਲੀਅਰ ਕਰਦਾ ਵੀ ਆਪਣਾ ਸਿੱਖ ਇਤਿਹਾਸ ਫੋਲ ਕੇ ਦੇਖੋ ਵੀ ਸਿੱਖ ਇਤਿਹਾਸ ਦੇ ਵਿੱਚ ਇੱਦਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਵੀ ਕਿਸੇ ਕੌਮੀ ਜਰਨੈਲ ਤੋਂ, ਆਪਣੇ ਆਗੂ ਤੋਂ ਪਹਿਲਾਂ ਕਿਸੇ ਦਾ ਪੀਏ ਸ਼ਹੀਦ ਹੋਇਆ ਹੋਵੇ। ਔਰ ਉਹਨਾਂ ਦੀ ਸ਼ਹਾਦਤ ਨੂੰ ਸਲੂਟ ਹੈ ਮੇਰਾ। ਤੇ ਉਹਨਾਂ ਦੇ ਪੁੱਤਰ ਨੇ ਮੇਰੇ ਤੋਂ ਪਹਿਲਾਂ ਉਹ ਸ਼ਹੀਦ ਹੋਇਆ ਤੇ ਉਹਨੂੰ ਵੀ ਮੇਰਾ ਸਲੂਟ ਹੈ। ਮੇਰੇ ਤੋਂ ਵੱਡਾ ਹੈ, ਮਹਾਨ ਹੈ, ਚਾਹੇ ਉਹ ਮੇਰੇ ਤੋਂ ਉਹਨੇ ਜਨਮ ਲਿਆ ਹੈ, ਪਰ ਮੈਨੂੰ ਇੰਨਾ ਪਤਾ ਹੈ ਵੀ ਉਹ ਸਿਰਫ ਸ਼ਹਾਦਤ ਲੈਣ ਵਾਸਤੇ ਉਹਨੇ ਜਨਮ ਲਿਆ। ਸੰਘਰਸ਼ ਵਿੱਚ ਜਨਮ ਹੋਇਆ ਤੇ ਸੰਘਰਸ਼ ਵਿੱਚ ਹੀ ਸ਼ਹੀਦੀ ਨਹੀਂ, ਉਹ ਆਇਆ ਹੀ ਸ਼ਹਾਦਤ ਲੈਣ। ਜਿਵੇਂ ਉਹਦਾ ਪਿਛਲੇ ਜਨਮ ਦਾ ਹੁਣ ਮੇਰੇ ਮਨ ਦੇ ਵਿੱਚ ਰਹਿ ਗਈ ਵੀ ਮੈਂ ਸ਼ਹੀਦ ਹੋਣਾ ਸੀ ਤੇ ਮੈਂ ਸ਼ਹੀਦ ਹੋ ਨਹੀਂ ਪਾਈ। ਤੇ ਮੈਨੂੰ ਜੇ ਇਸ ਜਨਮ 'ਚ ਸ਼ਹਾਦਤ ਨਹੀਂ ਮਿਲਦੀ ਤੇ ਮੈਨੂੰ ਫਿਰ ਕਿਸੇ ਮਾਂ ਦੀ ਕੁੱਖ ਚਾਹੀਦੀ ਆ ਤੇ ਮੈਂ ਜਨਮ ਲਵਾਂਗੀ। ਜੇ ਇਸੇ ਇੱਛਾ ਨੂੰ ਲੈ ਕੇ ਮੈਂ ਮਰਦੀ ਹਾਂ ਤੇ ਮੇਰਾ ਜਨਮ ਅਵਸ਼ ਹੋਵੇਗਾ ਤੇ ਮੈਂ ਫਿਰ ਸ਼ਹੀਦ ਹੋਵਾਂਗੀ ਅਗਲੇ ਜਨਮ ਦੇ ਵਿੱਚ। ਔਰ ਇਹੀ ਅਰਦਾਸ ਕਰਦੀ ਹਾਂ ਵੀ ਸੱਚੇ ਪਾਤਸ਼ਾਹ ਜਿੰਨੀ ਰਾਹੀਂ ਉਹ ਗਏ ਨੇ ਉਸੇ ਮਰਗ ਤੇ ਸਾਨੂੰ ਰੱਖੀ ਆਖਰੀ ਦਮ ਤੱਕ। ਚਾਹੇ ਸਮੇਂ ਨੇ ਕਿੱਦਾਂ ਦਾ ਵੀ ਮੇਰੇ ਤੇ ਸਮਾਂ ਆਇਆ, ਚੰਗਾ ਮਾੜਾ, ਜਿੰਨੀਆਂ ਮਰਜ਼ੀ ਹਨੇਰੀਆਂ ਤੂਫਾਨ, ਆਪਣਿਆਂ ਨੇ ਮੂੰਹ ਮੋੜਿਆ, ਦੁਨੀਆ ਨੇ ਸਾਥ ਛੱਡ ਦਿੱਤਾ, ਪਰ ਨਾ ਤਾਂ ਅਸੀਂ ਉਹ ਸੋਚ ਛੱਡੀ, ਨਾ ਅਸੀਂ ਉਸ ਮਾਰਗ ਤੋਂ ਮੁਨਕਰ ਹੋਏ, ਨਾ ਹੀ ਸਾਡੀ ਆਸਥਾ ਘਟੀ ਆਪਣੇ ਧਰਮ ਪ੍ਰਤੀ।
ਤੇ ਇਹ ਮਤਲਬ ਇੰਨਾ ਮਤਲਬ ਪਿਆਰਾ ਸਾਨੂੰ ਆਪਣਾ ਧਰਮ। ਸਾਡੇ ਗੁਰੂ ਦਾ ਹੁਕਮ ਸੀਗਾ ਵੀ ਤੁਹਾਡਾ ਸੀਸ ਜਿਹੜਾ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਪਹਿਲੇ ਦਿਨ ਹੀ ਭੇਟ ਕੀਤਾ ਹੈ ਸਿੰਘ ਸੱਜਣ ਤੋਂ ਪਹਿਲਾਂ, ਤੇ ਸਾਡਾ ਹੋ ਨਹੀਂ ਸਕਦਾ, ਇਹ ਗੁਰੂ ਦਾ ਹੈ, ਇਹ ਸੀਸ ਗੁਰੂ ਦਾ ਹੈ। ਸੰਤਾਂ ਨਾਲ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ? ਮੇਰੀ ਆਖਰੀ ਮੁਲਾਕਾਤ ਜਦੋਂ ਬੇਟੇ ਦਾ ਜੇ ਨਾਮ ਨਹੀਂ ਸੀ ਰੱਖਿਆ, ਇਹ ਹੋ ਗਿਆ ਸੀਗਾ ਮੇਰਾ ਸ਼ਾਇਦ 8-10 ਦਿਨਾਂ ਦਾ। ਤੇ ਭਲਾਈ ਤੋਂ ਇੱਕ ਸੰਗਤ ਆਉਂਦੀ ਹੁੰਦੀ ਸੀ ਕਿ ਭੈਣ ਜੀ ਸਤਿਕਾਰਯੋਗ, ਬਹੁਤ ਕਮਾਈ ਵਾਲੀ ਰੂਹ ਹੈ ਉਹ, ਅੱਜ ਵੀ ਉਹ ਸਰੀਰ ਵਿੱਚ ਨੇ, ਬੰਦਗੀ ਵਿੱਚ ਨੇ, ਗੱਲ ਨਹੀਂ ਕਰਦੇ, ਬਹੁਤ ਘੱਟ ਬੋਲਦੇ ਕਿਸੇ ਨਾਲ। ਤੇ ਉਹ ਭੈਣ ਜੀ ਆਏ ਤੇ ਉਹ ਮੈਨੂੰ ਕਹਿੰਦੇ ਇਹਦਾ ਨਾਂ ਰੱਖਿਆ ਹੀ? ਮੈਂ ਕਿਹਾ ਜੀ ਨਹੀਂ, ਨਾਂ ਤੁਹਾਡੇ ਤੋਂ ਬਿਨਾਂ ਕਿੱਦਾਂ ਰੱਖ ਲੈਣਾ ਸੀ, ਮੈਂ ਕੌਣ ਹੁੰਦੀ ਹਾਂ ਨਾਂ ਰੱਖਣ ਵਾਲੀ, ਆਪੇ ਰੱਖ ਲਓ ਤੁਸੀਂ। ਤੇ ਕਹਿੰਦੇ ਵੀ ਚਲੋ ਫਿਰ ਉਹਨਾਂ ਨੇ ਬੇਟੇ ਨੂੰ ਚੁੱਕ ਲਿਆ ਤੇ ਕਹਿੰਦੇ ਆਓ ਚੱਲੀਏ ਅਕਾਲ ਤਖਤ ਸਾਹਿਬ ਤੇ ਸੰਤ ਨੈਲ ਹੋਣਾ ਦੇ ਰੂਮ ਦੇ ਵਿੱਚ ਲੈ ਗਏ। ਅਟੈਕ ਤੋਂ ਪਹਿਲਾਂ ਦੀ ਗੱਲ ਕਰ ਰਹੀ। ਤੇ ਉੱਥੇ ਫਿਰ ਸੰਤਾਂ ਨੇ ਕਦੀ ਕੋਈ ਕਿਸੇ ਦਾ ਬੱਚਾ ਨਹੀਂ ਚੁੱਕਿਆ। ਸੰਤਾਂ ਨੇ ਆਪਣੇ ਬੈੱਡ ਤੇ ਲਟਾ ਲਿਆ ਬੇਟੇ ਨੂੰ, ਤੇ ਇਹ ਸੁੱਤਾ ਮਸਤ ਪਿਆ ਸੀ। ਤੇ ਕਹਿੰਦੇ ਬੀਬੀ ਇਹ ਸੁੱਤਾ ਹੀ ਰਹਿੰਦਾ। ਮੈਂ ਕਿਹਾ ਜੀ ਇਹ 2:30 ਵਜੇ ਜਾਗਦਾ ਹੈ, ਜਦੋਂ ਹੁਕਮਨਾਮਾ ਦਰਬਾਰ ਸਾਹਿਬ ਹੋ ਜਾਂਦਾ ਉਦੋਂ ਇਹ ਸੌਂ ਜਾਂਦਾ, ਮੁੜ ਕੇ ਫਿਰ ਇਹਨੇ ਚੁੰਡੀਆਂ ਵੜ ਕੇ ਉਠਾਈਦਾ ਸਾਰਾ ਦਿਨ, ਜਦੋਂ ਕਿਤੇ ਇਹਨੂੰ ਫੀਡ ਦੇਣੀ ਹੁੰਦੀ ਹੈ ਉਦੋਂ ਹੀ ਜਗਾਈਦਾ, ਨਹੀਂ ਤੇ ਅਦਰਵਾਈਜ਼ ਸੁੱਤਾ ਹੀ ਰਹਿੰਦਾ ਹੈ। ਅਜੀਬ ਕਿਸਮ ਦਾ ਬੱਚਾ ਸੀ ਉਹ, ਆਮ ਸਧਾਰਨ ਬੱਚਾ ਨਹੀਂ ਸੀ ਹੈਗਾ। ਉਹਦੇ ਮੱਥੇ ਤੇ ਬੜੀ ਮਤਲਬ ਚਮਕ ਸੀਗੀ, ਤੇ ਬਹੁਤ ਲੋਕ ਦੇਖਣ ਆਉਂਦੇ ਸੀ ਉਹਨੂੰ, ਬੱਚੇ ਨੂੰ, ਤੇ ਆਮ ਬੱਚਾ ਨਹੀਂ ਸੀ ਉਹ। ਤਾਈਂ 18 ਦਿਨ ਉਹ ਨਹੀਂ ਰੋਇਆ, ਮਸਤ ਪਿਆ ਸੀਗਾ ਵੀ ਉਹ ਤੇ ਸ਼ਹਾਦਤ ਦਾ ਦਿਨ ਵੇਟ ਕਰ ਰਿਹਾ ਸੀ ਵੀ ਮੈਂ ਕਿਹੜੀ ਘੜੀ ਹੋਵੇ ਤੇ ਜਾਵਾਂ। ਉਹਨੇ ਕੁੱਖ ਚੁਣੀ, ਉਹਨੂੰ ਕੁੱਖ ਚਾਹੀਦੀ ਸੀਗੀ, ਤੇ ਧੰਨਵਾਦ ਉਹਦਾ ਵੀ ਮੇਰੀ ਕੁੱਖ ਭਾਗਾਂ ਵਾਲੀ ਬਣਾਈ ਉਹਨੇ, ਤੇ ਕਿਸੇ ਕੁੱਖ ਤੋਂ ਸ਼ਹੀਦ ਜਨਮ ਲਵੇ ਤੇ ਉਹ ਕੁੱਖ ਵੀ ਭਾਗਾਂ ਵਾਲੀ ਹੁੰਦੀ ਹੈ, ਉਹ ਆਮ ਸਧਾਰਨ ਕੁੱਖ ਨਹੀਂ ਹੁੰਦੀ। ਤੇ ਫਿਰ ਸੰਤ ਜਰਨੈਲ ਹੋਣਾ ਨੇ, ਭਾਈ ਅਮਰੀਕ ਸਿੰਘ, ਭਾਈ ਗੁਰਮੁਖ ਸਿੰਘ ਹੋਣੀ ਤੇ 4-5 ਸਿੰਘ ਸੀਗੇ ਸੰਤਾਂ ਦੇ ਕੋਲੇ, ਤੇ ਉਹਨਾਂ ਨੇ ਫਿਰ ਕਹਿੰਦੇ ਵੀ ਬੀਬੀ ਜੀ ਸੀਗੇ ਉਹ, ਤੇ ਰਿਸ਼ਪਾਲ ਸਿੰਘ ਤੇ ਮੈਂ, ਤੇ ਸੰਤਾਂ ਨੇ ਉਹਦੇ ਕੰਨ ਦੇ ਪਿੱਛੇ ਦਾ ਉਂਗਲ ਮਾਰੀ, ਤੇ ਉਹਨੇ ਅੱਖਾਂ ਖੋਲ ਕੇ ਚੰਗੀ ਤਰ੍ਹਾਂ ਸੰਤਾਂ ਵੱਲ ਦੇਖ ਕੇ ਫਿਰ ਸੌਂ ਗਿਆ। ਫਿਰ ਅੱਖਾਂ ਬੰਦ ਕਰ ਲਈਆਂ ਤੇ ਕਹਿੰਦੇ ਵੀ ਹੁਕਮਨਾਮਾ ਦੇਖੋ ਕੀ ਹੈ। ਤੇ ਹੁਕਮਨਾਮਾ ਦੇਖਿਆ ਤੇ ਮੰਮੇ ਅੱਖਰ ਤੋਂ ਸੀਗਾ, ਤੇ ਕਹਿੰਦੇ ਬੀਬੀ ਇਹਦਾ ਨਾਮ ਮਸਤ ਸਿੰਘ ਰੱਖ ਦਈਏ, ਇਹਦਾ ਨਾਮ ਮਾਨ ਸਿੰਘ ਰੱਖ ਦਈਏ। ਤੇ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ, ਤੁਸੀਂ ਜੋ ਮਰਜ਼ੀ ਰੱਖੋ, ਤੇ ਕੌਮ ਦਾ ਸ਼ੇਰ ਹੈਗਾ, ਕੌਮ ਦਾ ਬੱਚਾ ਹੈਗਾ। ਮੈਨੂੰ ਪਤਾ ਸੀਗਾ ਵੀ ਉਹਨੇ ਨਹੀਂ ਰਹਿਣਾ, ਮੈਨੂੰ ਪਹਿਲਾਂ ਹੀ ਐਂ ਲੱਗਦਾ ਹੁੰਦਾ ਸੀਗਾ ਵੀ ਇਹਨੇ ਸ਼ਹੀਦ ਹੋ ਜਾਣਾ। ਮੇਰੀ ਝੋਲੀ 'ਚ ਪਿਆ ਮੈਨੂੰ ਸ਼ਹੀਦ ਲੱਗਦਾ ਹੁੰਦਾ ਸੀ ਕਈ ਵਾਰੀ, ਮਤਲਬ ਮੈਂ ਲੈ ਕੇ ਬੈਠੀ ਹੁੰਦੀ ਸੀ ਨਾ, ਤੇ ਮੈਨੂੰ ਐਂ ਲੱਗਦਾ ਹੁੰਦਾ ਸੀਗਾ ਵੀ ਇਹ ਅੱਜ ਵੀ ਹੈ ਨਹੀਂ ਤੇ ਕੱਲ੍ਹ ਵੀ ਹੈ ਨਹੀਂ ਇਹਦਾ ਸਰੀਰ। ਤੇ ਮਤਲਬ ਇੰਨਾ ਜ਼ਿਆਦਾ ਜਿੱਦਾਂ ਮਾਵਾਂ ਮੋਹ ਕਰਦੀਆਂ ਬੱਚਿਆਂ ਦੇ ਨਾਲ, ਉਹ ਮਮਤਾ ਮੇਰੇ ਅੰਦਰ, ਅੰਨੀ ਮਮਤਾ ਹੈ ਨਹੀਂ ਸੀਗੀ। ਐ ਨਹੀਂ ਹੈ ਵੀ ਮੈਂ ਮੇਰੇ ਅੰਦਰੋਂ ਮਮਤਾ ਮਰ ਗਈ, ਮੈਂ ਮਾਂ ਹੀ ਨਹੀਂ ਹੈਗੀ। ਮਾਂ ਉਸ ਮਮਤਾ ਨਾਲ ਨਹੀਂ ਹੁੰਦੀ, ਮਾਂ ਆਪਣੇ ਫਰਜ਼ਾਂ ਪ੍ਰਤੀ ਜਾਗਦੀ ਰਵੇ, ਉਹਨੂੰ ਮਮਤਾ ਕਹਿੰਦੇ ਨੇ, ਅਸਲ ਮਮਤਾ। ਵੀ ਮਾਂ ਧਰਮ ਦੇ ਮਾਰਗ ਤੋਂ ਨਾ ਬੱਚੇ ਨੂੰ ਥੜਕਣ ਦੇਵੇ, ਬੱਚੇ ਦਾ ਭਵਿੱਖ, ਬੱਚੇ ਦਾ ਆਉਣ ਵਾਲਾ ਸਮਾਂ, ਇਤਿਹਾਸ, ਵੀ ਜੇ ਜਾਂਦੇ ਜ਼ਿੰਦਗੀ ਦੇ ਵਿੱਚ ਜੇ ਕਿਤੇ ਕੌਮ ਦੇ ਲਈ ਕੁਛ ਕਰਕੇ ਮਰ ਜਾਵੇ ਬੰਦਾ, ਤੇ ਉਹ ਕੁੱਖ ਸੁਲੱਖਣੀ ਹੋ ਜਾਂਦੀ ਹੈ। ਤੇ ਉਹ ਬੱਚਾ ਵੀ ਮੇਰੇ ਲਈ ਅੱਜ ਫਖਰ ਵਾਲੀ ਗੱਲ ਹੈਗੀ ਹੈ। ਤੇ ਸੰਤਾਂ ਨੇ ਫਿਰ ਜਦੋਂ ਭਾਈ ਅਮਰੀਕ ਸਿੰਘ ਬੋਲੇ, ਕਹਿੰਦੇ ਜੀ ਮੰਮਾ ਆਖਰ ਨਿਕਲਿਆ, ਕਹਿੰਦੇ ਮਨਪ੍ਰੀਤ ਸਿੰਘ ਨਾ ਰੱਖ ਦਈਏ ਜੀ। ਸੰਤ ਸਿੰਘਾਂ ਦਾ ਸਤਿਕਾਰ ਬਹੁਤ ਕਰਦੇ ਸੀ। ਇਹ ਕੈਬਨਿਟ ਜਿਹੜੇ ਮੈਂਬਰ ਸੀਗੇ ਨਾ ਕੈਬਨਿਟ ਦੇ ਸੰਤਾਂ ਦੇ, ਇਹਨਾਂ ਦੀ ਗੱਲ ਨਹੀਂ ਸੀ ਮੋੜਦੇ ਹੁੰਦੇ। ਤੇ ਸੰਤ ਕਹਿੰਦੇ ਜਕਾਰਾ ਛੱਡ ਦਿਓ, ਜਕਾਰਾ ਛੱਡ ਦਿੱਤਾ, ਮਨਪ੍ਰੀਤ ਸਿੰਘ ਨਾਂ ਰੱਖਤਾ। ਅਸੀਂ ਲੈ ਕੇ ਫਿਰ ਰੂਮ 'ਚ ਆ ਗਏ। ਉਹ ਮੇਰੀ ਲਾਸਟ ਮੁਲਾਕਾਤ ਸੀ ਮਹਾਂਪੁਰਸ਼ਾਂ ਦੇ ਨਾਲ। ਹਾਂਜੀ। ਤੇ ਤੁਸੀਂ ਮਨਪ੍ਰੀਤ ਦੀ ਸ਼ਹਾਦਤ ਦੀ ਗੱਲ ਕਰ ਰਹੇ ਸੀ, ਜਦੋਂ ਉਹਨੂੰ ਗੋਲੀ ਲੱਗਦੀ ਹੈ ਤੇ ਉਹਦੇ ਸਿਰ 'ਚੋਂ ਗੋਲੀ ਲੰਘ ਕੇ ਤੁਹਾਡੀ ਛਾਤੀ ਤੱਕ ਪਹੁੰਚਦੀ? ਬੇਟੇ ਦੇ ਸਿਰ 'ਚੋਂ ਨਹੀਂ ਲੰਘੀ, ਮੈਂ ਫਿਰ ਕਲੀਅਰ ਕਰ ਦਵਾਂ, ਉਹਦੀ ਪਿੱਠ ਚੀਰ ਕੇ ਗੋਲੀ ਮੇਰੀ ਆਹ ਛਾਤੀ 'ਚ ਇੱਥੇ ਵੱਜੀ ਹੋਈ ਆ। ਆ ਦੋਵਾਂ ਹੱਡੀਆਂ ਦੇ ਵਿਚਕਾਰ ਅਜੇ ਵੀ ਛੇਕ ਆ, ਪਤਲੀ ਮਾਸ ਦੀ ਤਹਿ ਆ ਤੇ ਹੱਡੀਆਂ 'ਚ ਛੇਕ ਆ। ਆ ਜਿਹੜੀ ਸਾਂਝੀ ਹੱਡੀ ਹੁੰਦੀ ਹੈ ਨਾ, ਇਹਦੇ ਵਿੱਚ ਛੇਕ ਆ। ਤੇ ਪਿੱਛੇ ਚਲੀ ਗਈ ਗੋਲੀ। ਫਿਰ ਮੇਰੇ ਤੇ ਪੌਣੇ 2 ਮਹੀਨੇ ਗੋਲੀ ਰਹੀ। ਉਸ ਤੋਂ ਬਾਅਦ ਮੈਨੂੰ ਬਾਅਦ ਦੁਪਹਿਰ ਰੈਸਟ ਕਰ ਲਿਆ ਫੌਜ ਨੇ। ਫਿਰ ਕੈਂਪ ਦੇ ਵਿੱਚ ਰੱਖਿਆ 1.25 ਮਹੀਨਾ ਮੈਨੂੰ, ਉੱਥੇ ਵੀ ਮੈਨੂੰ ਟ੍ਰੀਟਮੈਂਟ ਕੋਈ ਨਹੀਂ ਦਿੱਤੀ। ਫਿਰ ਲੁਧਿਆਣਾ ਜੇਲ੍ਹ 'ਚ ਜਦੋਂ ਮੈਨੂੰ ਸ਼ਿਫਟ ਕੀਤਾ ਹੈ ਨਾ, ਫਿਰ ਮੈਨੂੰ ਉੱਥੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਰਾਉਂਡ ਕਰਨ ਆਇਆ, ਤੇ ਮੇਰੇ ਲਾਗੋਂ ਦੀ ਲੰਘਦਾ ਮੈਨੂੰ ਕਹਿ ਗਿਆ, ਕਹਿੰਦਾ ਭੈਣੇ ਆਪਣੇ ਆਪ ਨੂੰ ਖ਼ਤਮ ਨਹੀਂ ਕਰਨਾ, ਤੇਰੀ ਅਜੇ ਬਹੁਤ ਲੋੜ ਹੈ ਕੰਮ ਨੂੰ, ਤੇ ਮੈਂ ਕੱਲ੍ਹ ਗਾਰਦ ਮੰਗਵਾ ਰਿਹਾ ਤੇਰੇ ਲਈ, ਤੇ ਗੋਲੀ ਕਢਾ ਲਾ। ਉਹਨੇ ਫਿਰ ਗਾਰਦ ਮੰਗਵਾ ਕੇ, ਤੇ ਮੈਨੂੰ ਪੌਣੇ 2 ਮਹੀਨਿਆਂ ਬਾਅਦ ਗੋਲੀ ਮੇਰੇ ਅੰਦਰੋਂ ਨਿਕਲੀ ਆ। ਪੌਣੇ 2 ਮਹੀਨੇ ਗੋਲੀ ਇੱਥੇ ਪਿੱਛੇ ਫਸੀ ਰਹੀ ਹੈ ਮੇਰੀ ਮਾਸ ਦੀ ਪਤਲੀ ਤਹਿ ਦੇ ਵਿੱਚ, ਅਜੇ ਵੀ ਜ਼ਖਮ ਆ।
ਔਰ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਗੋਲੀ ਕਢਾਈ। ਕਵਲਜੀਤ ਕੌਰ ਸੀਗੀ ਜਿਹੜੀ ਮੈਨੂੰ ਲੈ ਕੇ ਗਈ, ਹੌਲਦਾਰ ਕੁੜੀ। ਤੇ ਪਹਿਲੇ ਇੱਕ ਦਿਨ ਐਕਸਰੇ ਹੋਇਆ, ਫਿਰ ਮੇਰੀ ਗੋਲੀ ਕੱਢਣ ਵਾਸਤੇ, ਆਪਰੇਸ਼ਨ ਵਾਸਤੇ ਉਹਨਾਂ ਨੇ ਡੇਟ ਦਿੱਤੀ। ਦੂਜੀ ਵਾਰ ਜਾ ਕੇ ਫਿਰ ਗੋਲੀ ਜਦੋਂ ਕਢਾਈ ਹੈ, ਫਿਰ ਉੱਥੇ ਡਾਕਟਰ ਵਾਹਿਗੁਰੂਪਾਲ ਸਿੰਘ ਸੀਗੇ ਲੁਧਿਆਣੇ ਤੋਂ ਜਿਨ੍ਹਾਂ ਨੇ ਮੇਰੀ ਗੋਲੀ ਕੱਢੀ। ਉਹ ਵੀ ਰਿਸ਼ਪਾਲ ਸਿੰਘ ਉਹਨਾਂ ਦੇ ਦੋਸਤ ਸੀਗੇ। ਹੁਣ ਉਹਨਾਂ ਦੀ ਡੈਥ ਹੋਈ ਹੈ। ਮੈਂ ਜੇਲ੍ਹ ਚੋਂ ਬਾਹਰ ਆ ਕੇ ਮਿਲਣ ਗਈ ਸੀ ਉਹਨਾਂ ਨੂੰ। ਹਾਂਜੀ। ਜੇਲ੍ਹ ਚੋਂ ਬਾਹਰ ਆ ਕੇ ਫਿਰ ਜਦੋਂ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪਹਿਲੀ ਵਾਰ ਕਦੋਂ ਗਏ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ? ਜੇਲ੍ਹ ਚੋਂ ਪਹਿਲਾਂ ਮੈਂ ਕੈਂਪ 'ਚ ਰਹੀ 1.25 ਮਹੀਨਾ, ਫਿਰ 2 ਮਹੀਨੇ ਲੁਧਿਆਣਾ ਜੇਲ੍ਹ 'ਚ ਰਹੀ। ਮੇਰੀ ਮਾਂ ਮੇਰੀ ਭੈਣ ਦਾ ਸੂਟ ਦੇ ਗਈ ਸੀ ਮੈਨੂੰ ਕੱਪੜੇ ਬਦਲਣ ਨੂੰ। ਮੈਂ ਇੱਕੋ ਹੀ ਸੂਟ ਦੇ ਵਿੱਚ ਨੰਗੇ ਪੈਰ ਖਾਲੀ ਹੱਥ ਰਹੀ। ਦੁਪੱਟਾ ਵੀ ਮੇਰਾ ਲੀਰਾਂ ਹੋਇਆ ਪਿਆ ਸੀ, ਤੇ ਜੋ ਹਾਲਤ ਸੀ ਸਾਡੀ। ਤੇ ਫਿਰ ਜਿੱਦਣ ਮੇਰੀ ਗੋਲੀ ਕੱਢੀ ਆ ਉਦੋਂ ਮੇਰੀ ਮਾਂ ਆਈ ਹੈ ਤੇ ਮੇਰੀ ਛੋਟੀ ਭੈਣ ਆਈ, ਉਹ ਆਪਣਾ ਸੂਟ ਇੱਕ ਲਿਆਈ ਤੇ ਉਹ ਮੈਨੂੰ ਮੈਂ ਉਦੋਂ ਕੱਪੜੇ ਬਦਲੇ ਸੀਗੇ। ਫੌਜ ਨੇ ਉੱਥੇ ਕੱਪੜੇ ਜੇ ਜਿਸ ਤਰ੍ਹਾਂ ਕਫਨ ਨਹੀਂ ਹੁੰਦੇ ਐਦਾਂ ਦੇ ਸੀ ਕੇ ਦਿੱਤੇ ਸੀ ਸਾਰਿਆਂ ਨੂੰ। ਮੈਂ ਨਹੀਂ ਸੀ ਲਈ। ਤੇ ਫਿਰ ਉਹਨਾਂ ਨੇ ਜਿੱਦਣ ਗੋਲੀ ਕੱਢੀ ਉਦੋਂ ਬੀਜੀ ਮੇਰੇ ਮਾਤਾ ਤੇ ਮੇਰੀ ਛੋਟੀ ਭੈਣ ਮਨਜੀਤ, ਉਹ ਦੋਵੇਂ ਉਦੋਂ ਆਏ ਸੀ ਉੱਥੇ ਹਸਪੀਟਲ ਹੀ ਮਿਲੇ ਮੈਨੂੰ। ਫਿਰ ਜੇਲ੍ਹ 'ਚ ਆਏ, ਮੈਨੂੰ ਸਮਾਨ ਦੇ ਕੇ ਫਿਰ ਚਲੇ ਗਏ। ਹੋਰ ਮੈਨੂੰ ਕਿਸੇ ਨੇ ਕੁਝ ਨਹੀਂ ਦਿੱਤਾ। ਫਿਰ ਮੈਂ 2 ਮਹੀਨੇ ਲੁਧਿਆਣਾ ਜੇਲ੍ਹ 'ਚੋਂ ਮੇਰੀ ਪੁੱਛਗਿੱਛ ਚੱਲਦੀ ਰਹੀ ਤੇ ਫਿਰ ਉੱਥੋਂ ਮੈਨੂੰ ਇਹਨਾਂ ਨੇ ਨਾਭਾ ਜੇਲ੍ਹ ਦੇ ਵਿੱਚ ਸ਼ਿਫਟ ਕਰਤਾ NSA ਲਾ ਕੇ। ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਮੇਰੇ 'ਤੇ ਲਾ ਕੇ ਮੈਨੂੰ ਨਾਭਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਤੇ 6 ਮਹੀਨੇ ਫਿਰ ਮੈਂ ਉੱਥੇ ਨਾਭਾ ਜੇਲ੍ਹ ਦੇ ਵਿੱਚ ਚੱਕੀਆਂ 'ਚ ਬੰਦ ਰਹੀ। ਤੇ ਉੱਥੋਂ ਫਿਰ ਇਹਨਾਂ ਨੇ ਮੈਨੂੰ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਇਹਨਾਂ ਨੇ ਸਾਨੂੰ ਸ਼ਿਫਟ ਕੀਤਾ ਸਭ ਤੋਂ ਪਹਿਲੀ ਫਲਾਈਟ ਦੇ ਵਿੱਚ। ਇੱਥੇ ਚੰਡੀਗੜ੍ਹ ਹੀ ਇੱਕ ਐਡਵਾਈਜ਼ਰੀ ਬੋਰਡ ਦੇ ਸਾਹਮਣੇ ਪਹਿਲਾਂ ਪੇਸ਼ ਕੀਤਾ ਵੀ ਦੱਸੋ ਜੇ ਤੁਹਾਨੂੰ ਛੱਡ ਦਈਏ। ਜੱਜ ਮੈਨੂੰ ਕਹਿਣ ਲੱਗੇ ਜੇ ਤੁਹਾਨੂੰ ਛੱਡ ਦਈਏ ਤਾਂ ਬਾਹਰ ਜਾ ਕੇ ਕੀ ਕਰੋਗੇ? ਮੈਂ ਕਿਹਾ ਅਜੇ ਸ਼ੀਵੇ ਠੰਡੇ ਨਹੀਂ ਹੋਏ। ਮੈਂ ਕਿਹਾ ਤੁਸੀਂ ਮੈਨੂੰ ਛੱਡਣਾ ਨਹੀਂ ਤੇ ਮੈਂ ਤੁਹਾਡੇ ਤੋਂ ਰਿਹਾਈ ਦੀ ਭਿੱਖ ਨਹੀਂ ਮੰਗਦੀ। ਜੇ ਛੱਡ ਦੋਗੇ ਤਾਂ ਬਾਹਰ ਜਾ ਕੇ ਦੱਸੂਗੀ ਕੀ ਕਰਨਾ, ਮੈਂ ਇੱਥੇ ਕੀ ਦੱਸਾਂ ਤੁਹਾਨੂੰ। ਉਹਨਾਂ ਨੇ ਮੇਰੀ NSA ਪੱਕੀ ਕਰਕੇ ਮੈਨੂੰ ਜੋਧਪੁਰ ਜੇਲ੍ਹ ਦੇ ਵਿੱਚ ਪਹਿਲੀ ਫਲਾਈਟ 'ਤੇ ਮੈਨੂੰ ਤੋਰਿਆ। ਫਿਰ ਉੱਥੇ ਮੈਨੂੰ 3 ਸਾਲ ਜੇਲ੍ਹ ਦੇ ਵਿੱਚ ਜੋਧਪੁਰ ਜੇਲ੍ਹ ਦੇ ਵਿੱਚ ਰੱਖਿਆ। ਤੇ 3 ਸਾਲਾਂ ਬਾਅਦ ਮਤਲਬ 4 ਸਾਲ ਬਾਅਦ ਫਿਰ ਮੇਰੀ ਰਿਹਾਈ ਹੋਈ। ਜਦੋਂ ਮੈਂ 4 ਮਾਰਚ 1988 ਨੂੰ ਜੇਲ੍ਹ 'ਚੋਂ ਰਿਹਾ ਹੋ ਕੇ ਆਈ ਤੇ ਇੱਥੇ ਚੰਡੀਗੜ੍ਹ ਹੀ ਬਾਈਅਰ ਆਈ ਸੀ। ਤੇ ਇੱਥੇ ਘੰਟਾ 1.5 ਘੰਟਾ ਗਵਰਨਰ ਰਹੇ ਸੀਗੇ। ਉਹਨਾਂ ਨੇ ਬ੍ਰੇਕਫਾਸਟ ਉਹਦੀ ਘਰ ਵਾਲੀ ਨੇ 2 ਵਾਰੀ ਉਹ ਲੈ ਕੇ ਆਈ। ਗਵਰਨਰ ਆਇਆ ਮੇਰੇ ਨਾਲ ਹੱਥ ਮਿਲਾਉਣ ਵਾਸਤੇ, ਹੱਥ ਅੱਗੇ ਕੀਤਾ। ਮੈਂ ਕਿਹਾ ਅਸੀਂ ਹੱਥ ਨਹੀਂ ਮਿਲਾਉਂਦੇ ਤੇ ਨਾਲੇ ਇਹ ਜ਼ਾਲਮਾਂ ਦੇ ਹੱਥਾਂ ਦੇ ਨਾਲ ਅਸੀਂ ਹੱਥ ਕਿਵੇਂ ਮਿਲਾ ਸਕਦੇ ਹਾਂ। ਮੈਂ ਉਹਨੂੰ ਮੂੰਹ ਤੇ ਕਿਹਾ ਵੀ ਮੈਨੂੰ ਇੰਨਾ ਵੀ ਡਰ ਨਹੀਂ ਵੀ ਮੈਨੂੰ ਫਿਰ ਵਾਪਸ ਇੱਥੋਂ ਹੀ ਚੁੱਕ ਕੇ ਮੈਨੂੰ ਕੋਈ ਕੇਸ ਪਾ ਕੇ ਤੇ ਜੇਲ੍ਹ 'ਚ ਸੁੱਟ ਦੇਣਗੇ। ਸੁੱਟ ਦੇਣ ਕੀ ਕਰਨਾ। ਠੀਕ ਹੈ, ਮਤਲਬ ਉਹ ਸਿੱਖੀ ਸਪਿਰਿਟ ਨਹੀਂ ਮਰਨ ਦੇਣੀ ਚਾਹੀਦੀ ਮਨੁੱਖ ਨੂੰ ਅੰਦਰ। ਗੁਰੂ ਨੂੰ ਜਵਾਬ ਦੇਣਾ ਹੈ। ਤੇ ਉਹ ਬ੍ਰੇਕਫਾਸਟ ਦਾ ਡੱਬਾ ਲੈ ਕੇ ਤੇ ਮੈਂ ਕਿਹਾ ਵੀ ਮੈਂ ਬ੍ਰੇਕਫਾਸਟ ਨਹੀਂ ਕਰ ਸਕਦੀ ਤੁਹਾਡੇ ਹੱਥ ਦਾ, ਨਹੀਂ ਲਿਆ ਮੈਂ। ਫਿਰ ਉਹ ਗੱਲਾਂ ਬਾਤਾਂ ਉੱਥੇ ਕਰਦੇ ਰਹੇ, ਸੁਝਾਅ ਦਿੰਦੇ ਰਹੇ, ਸਮਝਾਉਂਦੇ ਰਹੇ। ਕੋਈ ਤੁਹਾਨੂੰ ਜ਼ਰੂਰਤ ਹੋਏਗੀ, ਤੁਹਾਨੂੰ ਕੋਈ ਤੰਗ ਕਰੇਗਾ, ਤੁਸੀਂ ਸਾਨੂੰ ਦੱਸਿਓ। ਮੈਂ ਕਿਹਾ ਜਿਹੜੇ ਉਸੇ ਕੇਸ ਜਿਸ ਕੇਸ 'ਚੋਂ ਸਾਨੂੰ ਰਿਹਾ ਕੀਤਾ ਤੇ ਇਸੇ ਕੇਸ ਦੇ ਵਿੱਚ ਮੇਰੇ ਬਾਕੀ ਭਰਾ ਨੇ ਜਿਹੜੇ ਜੇਲ੍ਹ ਦੇ ਵਿੱਚ, ਉਹ ਸਾਰੇ ਦੇ ਸਾਰੇ ਤੁਸੀਂ ਰਿਹਾ ਕਰੋ, ਮੇਰੀ ਇੱਕੋ ਡਿਮਾਂਡ ਹੈ। ਚਲੋ ਇੰਟਰਨੈਸ਼ਨਲ ਮੀਡੀਆ ਸੀਗਾ ਉੱਥੇ, ਮਾੜਾ ਮੋਟਾ ਅਖਬਾਰਾਂ 'ਚ ਖਬਰਾਂ ਮੇਰਾ ਖਿਆਲ ਪਹਿਲਾਂ ਇਨਫੋਰਮੇਸ਼ਨ ਬਾਹਰ ਸੀਗੀ ਵੀ ਅਸੀਂ ਆ ਰਹੇ ਹਾਂ। ਪਰ ਮੈਨੂੰ ਏਅਰਪੋਰਟ ਦੇ ਉੱਤੇ ਕੋਈ ਮਿਲਣ ਨਹੀਂ ਆਇਆ। ਨਾ ਕੌਮ ਦਾ ਕੋਈ ਆਗੂ। ਗਰਲਜ਼ ਵਿੰਗ ਫੈਡਰੇਸ਼ਨ ਦੀ ਇਹਨਾਂ ਨੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਸੀ ਜੇਲ੍ਹ ਦੇ ਵਿੱਚ। ਨਾ ਕੋਈ ਜਥੇਬੰਦੀ ਦਾ ਕੋਈ ਬੀਬੀ, ਨਾ ਕੋਈ ਹੋਰ ਕੌਮ ਦਾ ਆਗੂ, ਨਾ ਕੋਈ ਮੇਰਾ ਪੇਕਾ ਸਹੁਰਾ ਪਰਿਵਾਰ ਦਾ ਕੋਈ ਜੀ। ਪੇਕੇ ਤਾਂ ਮੇਰੇ ਹੈ ਹੀ ਗੁਰਦਾਸਪੁਰ ਸੀਗੇ ਤੇ ਸਹੁਰਿਆਂ ਦਾ ਪਤਾ ਲੱਗਾ ਸੀਗਾ ਵੀ ਉਹ ਮੋਹਾਲੀ ਰਹਿੰਦੇ ਨੇ ਤੇ ਸ਼ਾਇਦ ਡਰਦੇ ਵੀ ਨਾ ਆਏ ਹੋਣ, ਹੈ ਨਾ। ਤੇ ਉਹ ਫਿਰ ਮੈਨੂੰ ਇੱਥੇ ਕੋਈ ਨਹੀਂ ਮਿਲਣ ਆਇਆ। ਮੈਨੂੰ ਫਿਰ ਬਾਈ ਬੱਸ ਇਹਨਾਂ ਨੇ ਗੁਰਦਾਸਪੁਰ ਲੈ ਕੇ ਗਏ, ਘਰ ਛੱਡਣਾ ਸੀਗਾ। ਫਿਰ ਮੈਨੂੰ ਇੱਥੇ ਤੇ ਕੋਈ ਲੈਣ ਆਇਆ ਨਹੀਂ ਤੇ ਨਾ ਮੈਨੂੰ ਪਤਾ ਸੀ ਕੋਈ ਕਿੱਥੇ ਰਹਿੰਦਾ। ਤੇ ਫਿਰ ਮੈਨੂੰ ਗੁਰਦਾਸਪੁਰ ਆਪਣੇ ਪਿਓ ਦੇ ਘਰ ਦਾ ਹੀ ਪਤਾ ਸੀਗਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਗੁਰਦਾਸਪੁਰ ਪਿਓ ਦੇ ਘਰ ਹੀ ਜਾਵਾਂਗੀ, ਹੋਰ ਕਿੱਥੇ ਜਾਵਾਂਗੀ, ਮੇਰਾ ਹੋਰ ਕਿਹੜਾ ਥਾਂ ਆ ਹੁਣ। ਫਿਰ ਮੈਂ ਗੁਰਦਾਸਪੁਰ ਹੀ ਗਈ। ਰਾਤ 11:30 ਵਜੇ ਪਤਾ ਨਹੀਂ ਘਰ ਗਏ। ਫਿਰ ਪੁਲਿਸ ਛੱਡ ਕੇ ਆਈ ਮੈਨੂੰ ਤੇ ਪਿਤਾ ਜੀ ਦੇ ਸਾਈਨ ਸੁਣ ਕਰਾ ਕੇ। ਫਿਰ ਪਰਿਵਾਰ ਦਾ ਉਸ ਵੇਲੇ ਜੋ ਦਰਦ ਸੀਗਾ ਉਹ ਦੇਖਿਆ ਨਹੀਂ ਜਾ ਸਕਦਾ। ਪਰ ਮੇਰੇ ਤੋਂ ਉਹ ਆਪਣੇ ਅੱਖਾਂ ਦਾ ਪਾਣੀ ਜਿਹੜਾ ਉਹ ਬਾਹਰ ਕੱਢਣ ਤੋਂ ਜਿਹੜਾ ਉਹ ਸੰਕੋਚ ਕਰ ਰਹੇ ਸੀਗੇ ਵੀ ਇਹ ਪਤਾ ਨਹੀਂ ਮਤਲਬ ਕੀ। ਹਾਂ,
ਨਹੀਂ, ਪਰ ਮੈਂ ਆਂਸੂ ਬਹਾਣੇ ਬੰਦ ਕਰ ਦਿੱਤੇ ਹੋਏ। ਜਦੋਂ ਸੰਜਨੈਲ ਸੋਹਣਾ ਨੇ ਕਿਹਾ ਸੀ ਵੀ ਤੂੰ ਰੋਣਾ ਨਹੀਂ, ਸੁਣ ਕੇ 5 ਜਕਾਰੇ ਛੱਡਣੇ, ਜੇ ਰੋਈ ਤਾਂ ਮੈਂ ਸਮਝਾਂਗਾ ਸਿੱਖੀ ਨਹੀਂ ਪਖੰਡ। ਅੱਜ ਵੀ ਮੇਰੇ ਕੰਨਾਂ ਦੇ ਵਿੱਚ ਉਹ ਆਵਾਜ਼ਾਂ ਗੂੰਜਦੀਆਂ ਨੇ। ਤੇ ਜਿੰਨਾ ਮੈਨੂੰ ਜੇਲ੍ਹ ਦਾ ਸਮਾਂ ਮਿਲਿਆ ਮੇਰੇ ਲਈ ਵਰਦਾਨ ਸੀਗਾ। ਮੈਂ ਉਹਦੇ ਵਾਸਤੇ ਵੀ ਮੈਂ ਆਪਣੇ ਸ਼ਹੀਦਾਂ ਦਾ ਧੰਨਵਾਦ ਕਰਦੀ, ਜਿਨ੍ਹਾਂ ਦੀ ਵਜ੍ਹਾ ਕਰਕੇ ਮੈਨੂੰ ਉਹ ਵੀ ਸਮਾਂ ਮਿਲਿਆ, ਇੰਨਾ ਸੋਚਣ ਦਾ, ਕੌਮ ਦੀ ਚੜ੍ਹਦੀ ਕਲਾ ਵਾਸਤੇ ਇੰਨਾ ਬੰਦਗੀ ਕਰਨ ਦਾ ਸਮਾਂ ਮਿਲਿਆ ਵੀ ਮਤਲਬ ਕਈ ਦਿਨ ਰੋਟੀ ਦਾ ਵੀ ਚੇਤਾ ਭੁੱਲਿਆ ਰਹਿੰਦਾ ਹੁੰਦਾ ਸੀਗਾ। ਜੇਲ੍ਹ ਦਾ ਸਮਾਂ ਇੰਨਾ ਵਧੀਆ ਚੜ੍ਹਦੀ ਕਲਾ 'ਚ ਗੁਜ਼ਾਰਿਆ। ਤੇ ਜਕਾਰੇ ਛੱਡਦੀ ਜਹਾਜ਼ ਤੇ ਚੜ੍ਹੀ, ਜਕਾਰੇ ਛੱਡਦੀ ਉਤਰੀ। ਚਾਹੇ ਉਹ ਮੈਂ ਨਾਭੇ ਤੋਂ ਜੋਧਪੁਰ ਗਈ, ਚਾਹੇ ਜੋਧਪੁਰ ਤੋਂ ਮੈਂ ਇੱਥੇ ਆਈ, ਮੈਂ ਜਕਾਰੇ ਛੱਡਦੀ ਗਈ ਤੇ ਜਕਾਰੇ ਛੱਡਦੀ ਆਈ। ਹਾਂਜੀ। ਇੰਨੀ ਵੱਡੀ ਸ਼ਹਾਦਤ ਭਾਈ ਰਛਪਾਲ ਸਿੰਘ ਦੀ ਔਰ 18 ਦਿਨਾਂ ਦੀ ਮਨਪ੍ਰੀਤ ਸਿੰਘ ਦੀ, ਤੁਹਾਡੇ ਤੋਂ ਗੱਲਾਂ ਸੁਣਨ ਦੇ ਵਿੱਚ ਆਈਆਂ ਨੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਪਰ ਉਸ ਤਰੀਕੇ ਦਾ ਮਾਨ ਸਤਿਕਾਰ ਉਹਨਾਂ ਨੂੰ ਨਹੀਂ ਦਿੱਤਾ ਗਿਆ ਜੋ ਮਿਲਣਾ ਚਾਹੀਦਾ ਸੀ। ਫਿਰ ਦੇਖੋ ਹੁਣ ਜਿਹੋ ਜਿਹੇ ਆਗੂ ਨੇ ਤੇ ਉਹਨਾਂ ਨੂੰ ਜਿੱਦਾਂ ਸਰਕਾਰ ਨੂੰ ਪਤਾ ਹੁੰਦਾ ਨਾ, ਏਜੰਸੀਆਂ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਸੱਚਾ ਸਿੱਖ ਹੈ ਤੇ ਕਿਹੜਾ ਬੰਦਾ ਡਰਾਮੇਬਾਜ਼ ਆ। ਏਜੰਸੀਆਂ ਦੀ ਮਤਲਬ ਜੇ ਚਾਲਾਂ ਦਾ ਸ਼ਿਕਾਰ ਹੋ ਜਾਵੇ ਕੋਈ ਕੌਮ ਦਾ ਆਗੂ, ਤੇ ਉਹਦੇ ਤੋਂ ਚੰਗੀ ਗੱਲ ਦੀ ਆਸ ਕਿੱਦਾਂ ਤੁਸੀਂ ਕਰ ਸਕਦੇ ਹੋ ਕਿ ਇਸ ਆਗੂ ਤੇ ਮਾਣ ਕਰੀਏ। ਕੋਈ ਨਿਰਭਉ ਤੇ ਨਿਰਵੈਰ ਹੋਵੇ ਸੰਜਨੈਲ ਸਿੰਘ ਵਰਗਾ, ਤੇ ਉਹਦੇ ਤੇ ਹੀ ਮਾਣ ਕਰੀਏ ਨਾ। ਤੇ ਅੱਜ ਹੁੰਦਾ ਉਹ ਕੌਮੀ ਜਰਨੈਲ, ਤਾਂ ਫਿਰ ਪਤਾ ਲੱਗਦਾ ਵੀ ਕੌਣ ਕਿਹਦਾ ਸਤਿਕਾਰ ਹੁੰਦਾ ਤੇ ਕਿਹਦਾ ਜ਼ਿਆਦਾ ਮਾਣ ਮਿਲਦਾ, ਕਿਹਨੂੰ ਮਿਲਦਾ ਜ਼ਿਆਦਾ। ਮਤਲਬ ਅੱਜ ਜਿਨ੍ਹਾਂ ਦਾ ਹਿੰਗ ਫਟਕੜੀ ਨਹੀਂ ਨਾ ਲੱਗੀ, ਉਹ ਲੋਕ ਵੱਡੇ ਫੰਨੇ ਖਾਂ ਬਣੇ ਹੋਏ ਨੇ। ਉਹਨਾਂ ਨੇ ਬੜੀਆਂ ਮਤਲਬ ਪਾਲਿਸ਼ ਕਰਕੇ ਕਹਾਣੀਆਂ ਕਿਤਾਬਾਂ ਦੇ ਰੂਪ ਦੇ ਵਿੱਚ ਛੁਪਾ ਕੇ ਬੜੀਆਂ ਉਹਨਾਂ ਨੇ ਜਨਤਕ ਕਰ ਦਿੱਤੀਆਂ ਨੇ। ਤੇ ਪਰ ਜਿਨ੍ਹਾਂ ਲੋਕਾਂ ਨੇ ਜਿਹੜੇ ਮਰਜੀ ਵੜੇ, ਜਿਹੜੇ ਇੰਨੇ ਉੱਚੇ ਸੁੱਚੇ ਜੀਵਨ ਵਾਲੇ ਬੰਦਗੀ ਵਾਲੇ ਸਿੰਘ ਸੀਗੇ, ਉਹਨਾਂ ਨੂੰ ਅੱਖੋਂ ਪਰੋਖੇ ਕੀਤਾ। ਕਿਉਂ ਭਲਾ ਉਹਨਾਂ ਕੋਲੋਂ ਬੋਹ ਆਉਂਦੀ ਹੈ, ਵੀ ਇਹਨਾਂ ਦੇ ਅੰਦਰ ਸੰਜਨੈਲ ਸਿੰਘ ਬੈਠਾ, ਸੰਜਨੈਲ ਸਿੰਘ ਦੀ ਸੋਚ ਬੈਠੀ, ਸੰਜਨੈਲ ਸਿੰਘ ਬੈਠਾ। ਇੱਕ ਗੱਲ, ਤੇ ਉਹਨਾਂ ਲੋਕਾਂ ਨੂੰ ਕਿਉਂ ਮਾਣ ਸਤਿਕਾਰ ਦੇਣਗੇ? 37 ਸਾਲ ਹੋ ਗਏ ਨੇ ਇਸ ਗੱਲ ਨੂੰ, ਕਦੇ ਉਹਨਾਂ ਦੀ ਬਰਸੀ ਵੀ ਨਹੀਂ ਮਨਾਈ ਗਈ। ਬਰਸੀ ਮੈਂ ਇੱਕ ਵਾਰੀ ਮਨਾਈ ਸੀ ਤੇ ਪੁਲਿਸ ਨੇ, ਸਰਕਾਰ ਨੇ ਇੰਨੀ ਪੁਲਿਸ ਲਾਈ ਸੀ, ਪੂਰਾ ਜ਼ਿਲ੍ਹਾ ਘੇਰ ਲਿਆ ਸੀ ਉਹਨਾਂ ਨੇ ਵੀ ਇਕੱਠ ਨਹੀਂ ਹੋਣ ਦੇਣਾ। ਪੇਕੇ ਘਰ ਮਨਾਈ ਸੀ, ਮੁੜ ਕੇ ਮੇਰੇ ਭਰਾ ਵੀ ਮਾਰ ਦਿੱਤੇ, ਮੇਰੇ ਪਿਤਾ ਜੀ ਵੀ ਚਲੇ ਗਏ, ਮਾਂ ਵੀ ਚਲੀ ਗਈ। ਮੇਰਾ ਤੇ ਕੋਈ 2 ਪਰਿਵਾਰ ਮੇਰੇ ਤੇ ਖਤਮ ਕੀਤੇ। ਤੇ ਹਰ ਵੇਲੇ ਹਰ ਪਲ ਮੇਰਾ ਤੇ ਖਤਰੇ ਦੇ ਵਿੱਚ ਹੀ ਆ। ਹਰ ਸਾਲ ਘੱਲੂਘਾਰੇ ਦੀ ਬਰਸੀ ਵੀ ਮਨਾਈ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ, ਪਰ ਕੌਮ ਦੇ ਸ਼ਹੀਦਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਜੋ ਇਹ ਮੇਰਾ ਕੱਲੀ ਦਾ ਦਰਦ ਨਹੀਂ ਹੈ ਬੇਟੇ, ਇਹ ਦਰਦ ਮੇਰੇ ਉਹਨਾਂ ਸਾਰੇ ਕੌਮੀ ਸੂਰਬੀਰ ਯੋਧਿਆਂ ਦੀਆਂ ਮਾਵਾਂ ਭੈਣਾਂ ਦਾ, ਜਿਹੜੇ ਪਰਿਵਾਰਾਂ ਦਾ, ਜਿਹੜੇ ਪਿੱਛੇ ਰਹਿ ਗਏ। ਕਈ ਵਾਰੀ ਮੈਂ ਦੇਖਦੀ ਹਾਂ ਉੱਥੇ ਵੀ ਮਾਵਾਂ ਛੋਟੀਆਂ ਫੋਟੋਆਂ 8x8 10x10 ਦੀਆਂ ਫੋਟੋਆਂ ਕੱਛ 'ਚ ਲਈਆਂ ਹੁੰਦੀਆਂ, ਤੇ ਉਹ ਮੇਰੇ ਵੱਲ ਵੇਖ ਕੇ ਨਾ, ਪਿਛਲੇ ਤੋਂ ਪਿਛਲੇ ਸਾਲ ਤੇ 2-3 ਮਾਈਆਂ ਆ ਗਈਆਂ ਤੇ ਮੈਨੂੰ ਕਹਿੰਦੀਆਂ, ਪੁੱਤ ਮੇਰਾ ਵੀ ਪੁੱਤ ਸ਼ਹੀਦ ਹੋਇਆ। ਉਹਨਾਂ ਨੂੰ ਦੱਸਣਾ ਪੈ ਰਿਹਾ ਆ ਮੇਰਾ ਪੁੱਤ ਸ਼ਹੀਦ ਹੋਇਆ। ਤੇ ਉਹਨਾਂ ਨੂੰ ਸਿਰਫ ਇੰਨੇ ਵੀ ਸਾਨੂੰ ਕੋਈ ਆਵਾਜ਼ ਮਾਰ ਕੇ ਸਰੋਪਾ ਹੀ ਦੇ ਦੇਵੇ। ਪਰ ਕੌਮ ਦਾ ਆਗੂ ਕੋਈ ਇਹੋ ਜਿਹਾ ਹੋਵੇ ਜਿਹਦੇ ਤੇ ਕੌਮ ਮਾਣ ਕਰੇ, ਤੇ ਤਾਂ ਹੀ ਉਹਨਾਂ ਨੂੰ ਇਨਸਾਫ ਮਿਲੇ ਨਾ। ਮੈਨੂੰ ਕੱਲੀ ਨੂੰ ਇਨਸਾਫ ਇਹਨਾਂ ਨੇ ਕੀ ਦੇਣਾ? ਇਹਨਾਂ ਨੇ ਕਿਹਨੂੰ ਦਿੱਤਾ ਹੈ ਇਨਸਾਫ? ਕਿਹਨੂੰ ਦਿੱਤਾ? ਤੇ ਮੈਂ ਇਹਨਾਂ ਤੇ ਰੋਸ ਵੀ ਕਿਉਂ ਕਰਾਂ? ਮੈਨੂੰ ਰੋਸ ਨਹੀਂ ਹੈਗਾ ਇਹਨਾਂ ਤੇ। ਮੈਂ ਹਾਲਾਤਾਂ ਦੇ, ਮਾੜੇ ਹਾਲਾਤਾਂ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖੀ। ਜ਼ੁਲਮ ਤੇ ਜ਼ਾਲਮ ਦੇ ਖਿਲਾਫ ਅੱਜ ਤੱਕ ਡਟੇ ਹੋਏ ਹਾਂ। ਜਿੱਥੇ ਕੁਝ ਗਲਤ ਹੋ ਰਿਹਾ, ਜਿੱਥੇ ਸਿੱਖੀ ਸਿਧਾਂਤਾਂ ਦਾ ਘਾਣ ਹੋ ਰਿਹਾ, ਅਸੀਂ ਉੱਥੇ ਬੋਲਦੇ ਹਾਂ। ਉਹ ਹੁਣ ਮੈਨੂੰ ਤੇ ਮੇਰੇ ਪਤੀ ਨੂੰ ਜਾਂ ਮੇਰੇ ਪੁੱਤਰ ਨੂੰ ਕਿਉਂ ਮਾਣ ਦੇਣਗੇ? ਉਹ ਕਿਉਂ ਚਾਹਣਗੇ? ਪਰ ਭੁੱਲ ਜਾਣ, ਮੈਂ ਜਿਹੜੀ ਦਸਤਾਵੇਜ਼ ਜਿਹੜਾ ਮੈਂ ਕੌਮ ਲਈ ਛੱਡ ਕੇ ਜਾਵਾਂਗੀ ਨਾ, ਪਾਣੀ ਦਾ ਘੁੱਟ ਪੀ ਕੇ ਰੋਣਗੇ ਤੇ ਉਹਨੂੰ ਪੜ੍ਹਨਗੇ, ਤੇ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਨੂੰ ਸਵਾਲ ਕਰਨਗੀਆਂ। ਮੈਂ ਨਹੀਂ ਕਹਿਣਾ ਇਹਨਾਂ ਨੂੰ ਕੁਝ ਵੀ। ਮੈਂ ਇੱਕ ਦਿਨ ਇੱਕ ਬੁੱਕ ਦੇਖੀ, ਭਾਈ ਰਛਪਾਲ ਸਿੰਘ ਉਹਨਾਂ ਨੇ ਮੈਨੂੰ ਸਗਨ 'ਚ ਭੇਜੇ ਸੀ, ਜੱਥੇ ਵੱਲੋਂ ਸਗਨ ਗਿਆ ਸੀ ਸਾਡਾ। ਇੱਕ ਬੁੱਕ ਜਿਹੜੀ ਉਹ ਖਾਲਸਾ ਜੀਵਨ ਸੰਤ ਗੁਰਬਚਨ ਸਿੰਘ ਜੀ ਦਾ, ਸੰਤ ਕਰਤਾਰ ਸਿੰਘ ਜੀ ਨੇ ਲਿਖਾਇਆ, ਤੇ ਰਛਪਾਲ ਸਿੰਘ ਉਹਨਾਂ ਨੇ ਕਲਮਬੰਦ ਕੀਤਾ ਉਹਨੂੰ। ਤੇ ਉਹ ਬੁੱਕ ਦੇ ਪਿੱਛੇ ਉਹਨਾਂ ਨੇ 3-4 ਪੇਜ ਉਹਨਾਂ ਨੇ ਆਪਣੇ ਵੱਲੋਂ ਜੱਥੇ ਦਾ ਅੱਖੀਂ ਡਿੱਠਾ ਹਾਲ ਲਿਖਿਆ ਸੀ, ਆਪਣੇ ਵੱਲੋਂ ਉਹਨਾਂ ਨੇ।
ਤੇ ਥੱਲੇ ਉਹਨਾਂ ਨੇ ਆਪਣੇ ਸਾਈਨ ਕੀਤੇ ਹੋਏ ਸੀ। ਉਹ ਮੈਂ ਬੁੱਕ ਦੇਖੀ ਤੇ ਉਹਦੇ ਵਿੱਚ ਉਹ ਜਿਹੜੇ 3-4 ਪੇਜ ਉਹਨਾਂ ਨੇ ਰਿਸ਼ਪਾਲ ਸਿੰਘ ਹੋਣਾ ਨੇ ਪਿੱਛੇ ਆਪਣਾ ਲਿਖ ਕੇ ਜਥੇ ਦਾ ਅੱਖੀਂ ਡਿੱਠਾ ਹਾਲ ਤੇ ਸਾਈਨ ਕੀਤੇ ਹੋਏ ਸੀ। ਉਹ ਪੇਜ ਗਾਇਬ ਨੇ ਉਸ ਬੁੱਕ ਦੇ ਵਿੱਚੋਂ। ਉਹ ਕਿਤਾਬ ਦਾ ਲਿਖਾਰੀ ਕੌਣ ਹੈ ਕੋਈ ਨਹੀਂ ਪਤਾ, ਜਿਹਨੂੰ ਮਰਜ਼ੀ ਪੜ੍ਹਾ ਦੇਣ ਹੁਣ। ਪਰ ਉਹ ਮੇਰੇ ਕੋਲ ਰਿਕਾਰਡ ਪਿਆ, ਉਹ ਬੁੱਕ ਪਈ ਆ ਮੇਰੇ ਕੋਲ ਜਿਹੜੀ ਮੈਨੂੰ ਸਗਨ 'ਚ ਗਈ ਸੀ। ਜੇ ਇੱਥੋਂ ਤੱਕ ਕੋਈ ਕਰ ਸਕਦਾ ਹੈ ਤਾਂ ਫਿਰ ਉਹਨਾਂ ਨੇ ਕੀ ਬਰਸੀ ਮਨਾਉਣੀ ਹੈ ਰਿਸ਼ਪਾਲ ਸਿੰਘ ਦੀ, ਤੇ ਕੀ ਉਹਨਾਂ ਨੇ ਮਨਪ੍ਰੀਤ ਸਿੰਘ ਦੀ ਬਰਸੀ ਮਨਾਉਣੀ ਹੈ। ਮੇਰਾ ਦਿਲ ਔਰ ਪ੍ਰੀਤਮ ਕੌਰ ਤਾਂ ਰੋਜ਼ ਬਰਸੀ ਮਨਾਉਂਦੀ ਆ ਉਹਨਾਂ ਦੀ, ਕਿਉਂਕਿ ਅੱਜ ਵੀ ਅਸੀਂ ਉਹਨਾਂ ਦੀ ਸੋਚ ਨੂੰ ਸਮਰਪਿਤ ਹਾਂ ਬੇਟੇ। ਚਾਹੇ ਜਿੱਦਾਂ ਦਾ ਵੀ ਸਮਾਂ ਆਇਆ ਕੱਟ ਲਿਆ, ਜਿੱਦਾਂ ਦੇ ਵੀ ਹਾਲਾਤ ਬਣੇ ਉੱਦਾਂ ਦੇ ਨਜਿੱਠ ਲਏ, ਪਰ ਅੱਜ ਵੀ ਪਲ ਪਲ ਅਸੀਂ ਸਾਹਾਂ ਦੇ ਨਾਲ ਅਸੀਂ ਉਹਨਾਂ ਦੀ ਸੋਚ ਨਾਲ ਖੜੇ ਹਾਂ। ਅਸੀਂ ਡਰਾਮੇਬਾਜ਼ ਨਹੀਂ ਹੈਗੇ ਵੀ ਕਦੀ ਕੁਝ ਕਹਿਤਾ ਕਦੀ ਕੁਝ ਕਹਿਤਾ, ਕਦੀ ਕਿਤੇ ਬਹਿ ਗਏ ਕਦੀ ਕਿਤੇ ਬਹਿ ਗਏ। ਅਸੀਂ ਦਰ ਦੇ ਕੁੱਤੇ ਨਹੀਂ ਹਾਂ, ਅਸੀਂ ਇੱਕੋ ਦਰ ਦੇ ਕੁੱਤੇ ਹਾਂ। ਔਰ ਉਹ ਹੈ ਸਾਡਾ ਬਾਜਾਂ ਵਾਲਾ ਪੰਥ ਦਾ ਵਾਲੀ। ਅਸੀਂ ਕਿਸੇ ਤੋਂ ਕੀ ਲੈਣਾ? ਜਦੋਂ ਸਾਡੀ ਸਾਹਿਬ ਨਾਲ ਸਿੱਧੀ ਗੱਲ ਹੋਵੇ ਤੇ ਅਸੀਂ ਥੱਲੇ ਵਿਚੋਲਿਆਂ ਨੂੰ ਕੀ ਕਰਨਾ? ਕਰ ਲੈਣ, ਕੀ ਕਰ ਲੈਣ, ਜੋ ਕਰਨਾ ਕਰ ਲੈਣ। ਕੂੜ ਨਿਖੁੱਟੇ ਨਾਨਕਾ ਓਟਕ ਸੱਚ ਰਹੀ, ਸੱਚ ਰਹੇਗਾ ਦੁਨੀਆ ਦੇ ਵਿੱਚ। ਕੋਈ ਐਸਾ ਸਮਾਂ ਵੀ ਆਵੇਗਾ ਜਦੋਂ ਜਿਹੜੇ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਇਹਨਾਂ ਨੂੰ ਨੰਗੇ ਕਰਕੇ ਕੌਮ ਦੇ ਕੋਲੋਂ ਲਾ ਦੇਣਗੇ। ਕੋਈ ਐਸੀ ਟੀਮ ਵੀ ਗੁਰੂ ਭੇਜ ਸਕਦਾ ਹੈ, ਉਹ ਸਮਰੱਥ ਹੈ, ਜੋ ਮਰਜ਼ੀ ਕਰ ਸਕਦਾ, ਕਰਵਾ ਸਕਦਾ। ਉਹ ਅਜੇ ਇਹਨਾਂ ਦਾ ਸਮਾਂ ਹੈਗਾ, ਕਰ ਲੈਣ ਦਿਓ। ਮੈਂ ਪਿਛਲੀ ਵਾਰੀ ਜਦੋਂ 6 ਜੂਨ ਨੂੰ ਗਈ ਉੱਥੇ ਦਰਬਾਰ ਸਾਹਿਬ, ਤੇ ਮੈਂ ਇੱਥੋਂ ਨਾ ਰਾਤ ਸੁੱਤੀ ਨਹੀਂ ਸੀ। ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਦਿਆਂ 2 ਵਜ ਗਏ, ਤੇ 2 ਵਜੇ ਅਸੀਂ ਇੱਥੋਂ ਤੁਰੇ ਹਾਂ। 2 ਵਜੇ ਤੁਰੇ ਹਾਂ ਅਸੀਂ, ਤੇ 5:30 ਵਜੇ ਮੈਂ ਅੰਮ੍ਰਿਤਸਰ ਪਹੁੰਚ ਗਈ ਦਰਬਾਰ ਸਾਹਿਬ। ਦਰਬਾਰ ਸਾਹਿਬ ਕਾਹਨੂੰ ਮੈਨੂੰ ਬਾਹਰੋਂ ਹੀ ਰੋਕ ਲਿਆ। ਇੰਨਾ ਜ਼ਿਆਦਾ ਕਿਹਨਾਂ ਨੇ ਰੋਕਿਆ? ਪੁਲਿਸ ਨੇ ਰੋਕਾਂ ਲਾਈਆਂ ਹੋਈਆਂ ਸੀਗੀਆਂ। ਤੇ ਮੈਂ ਕਿਹਾ ਵੀ ਕੀ ਗੱਲ? ਮੈਂ ਕਿਹਾ ਜਾਣ ਦਿਓ ਸਾਨੂੰ। ਤੇ ਕਹਿੰਦੇ ਜੀ ਤੁਸੀਂ ਅੰਦਰ ਨਹੀਂ ਜਾ ਸਕਦੇ। ਮੈਂ ਕਿਹਾ ਕਿਉਂ? ਕਹਿੰਦੇ ਜੀ ਸਾਨੂੰ ਹੁਕਮ ਨਹੀਂ ਹੈ। ਮੈਂ ਕਿਹਾ ਕੀ ਦਾ? ਉੱਪਰੋਂ। ਉੱਪਰ ਕੌਣ ਹੈ? ਮੈਂ ਕਿਹਾ ਦੱਸੋ, ਉਹਨਾਂ ਨਾਲ ਗੱਲ ਕਰ ਲਈਏ। ਮੇਰੇ ਸ਼ਹੀਦਾਂ ਦੀ ਬਰਸੀ ਹੈ, ਮੇਰੇ ਸ਼ਹੀਦਾਂ ਦਾ ਦਿਨ ਆ, ਤੇ ਮੈਂ ਕਿਉਂ ਨਾ ਜਾਵਾਂ ਅੰਦਰ? ਤੇ ਮੈਂ ਹਰ ਸਾਲ ਜਾਂਦੀ ਹਾਂ। ਤੇ ਪਛਾਣ ਵੀ ਲਿਆ ਸੀ ਉਹਨਾਂ ਨੇ ਮੈਨੂੰ। ਫਿਰ ਵੀ ਉਹਦੇ ਨਾਲ ਗੱਲ ਕਰ ਲਓ, ਉਹਦੇ ਨਾਲ ਗੱਲ ਕਰ ਲਓ, ਜਿਹਦੇ ਨਾਲ ਗੱਲ ਕਰੋ। ਕਹਿੰਦੇ ਜੀ ਨਹੀਂ ਜਾ ਸਕਦੇ ਜੀ ਤੁਸੀਂ, ਤੁਹਾਡੇ ਵਾਸਤੇ ਸਾਨੂੰ ਆਗਿਆ ਨਹੀਂ ਹੈ ਵੀ ਅਸੀਂ ਤੁਹਾਨੂੰ ਨਹੀਂ ਅੰਦਰ ਜਾਣ ਦੇਣਾ। ਤੇ ਮੈਂ ਕਿਹਾ ਫਿਰ ਕਿਹਨੂੰ ਜਾਣ ਦੇ ਰਹੇ ਹੋ? ਸਰਕਾਰੀ ਟੌਟਾਂ ਨੂੰ, ਸਰਕਾਰੀ ਦੱਲਿਆਂ ਨੂੰ? ਕਿਹਨੂੰ ਜਾਣ ਦੇ ਰਹੇ ਹੋ? ਮੈਨੂੰ ਸਮਝਾਓ ਤਾਂ ਸਹੀ। ਜਾ ਕੌਣ ਰਹੇ ਨੇ? ਆ ਗੱਡੀਆਂ ਦੇ ਵਿੱਚ ਜਿਹੜੇ ਲੰਘ ਰਹੇ ਨੇ, ਇਹ ਕੌਣ ਨੇ? ਕਹਿੰਦਾ ਜੀ ਤੁਹਾਡਾ ਉਸ ਲਿਸਟ ਵਿੱਚ ਨਾਂ ਨਹੀਂ ਹੈਗਾ। ਮੈਂ ਕਿਹਾ ਚਲੋ ਸ਼ੁਕਰ ਹੈ ਵੀ ਗਦਾਰਾਂ ਦੀ ਲਿਸਟ ਵਿੱਚ ਮੇਰਾ ਨਾਂ ਨਹੀਂ ਹੈਗਾ, ਤੇ ਸ਼ੁਕਰ ਹੈ। ਕਹਿੰਦੇ ਇੱਕ ਮੁੰਡਾ ਬੋਲਿਆ, ਕਹਿੰਦਾ ਜੀ ਪਰਲੇ ਪਾਸਿਓਂ ਦੀ ਵੇਖ ਲਓ, ਜੇ ਉਧਰੋਂ ਤੁਹਾਨੂੰ ਕੋਈ ਲੰਘਣ ਦਿੰਦਾ ਤੇ ਉਧਰ ਚਲ ਜਾਓ। ਉੱਥੇ ਗਈ, ਕਹਿੰਦੇ ਜੀ ਅਗਲੇ ਪਾਸੇ ਚਲ ਜਾਓ, ਉੱਥੋਂ ਦੇਖ ਲਓ ਜੇ ਲੰਘਣ ਦਿੰਦੇ ਆ। ਤੇ ਮੈਂ ਉੱਥੇ ਚਲ ਗਈ। ਜਦੋਂ ਜਦ ਤੱਕ ਮੇਰੀ ਹਾਲਤ ਵਿਗੜੀ ਹੋਈ ਸੀਗੀ, ਤੇ ਮੈਨੂੰ ਨਾ ਖੂਨ ਦੀ ਉਲਟੀ ਵੀ ਆ ਗਈ ਸੀ। ਮੇਰੀ ਸਿਹਤ ਵਿਗੜ ਗਈ ਇੱਕਦਮ। ਤੇ ਮੈਂ ਜਦੋਂ ਉਤਰ ਕੇ ਨਾ ਗੱਡੀ ਦੇ ਵਿੱਚੋਂ ਉਲਟੀ ਮਾਰ ਕੇ ਤੇ ਪਾਣੀ ਦਾ ਘੁੱਟ ਪੀ ਕੇ, ਤੇ ਜਿੱਥੇ ਪੁਲਿਸ ਦਾ ਨਾਕਾ ਲੱਗਿਆ ਸੀ, ਸੜਕ ਕ੍ਰਾਸ ਕਰਕੇ ਮੈਂ ਉਹਨਾਂ ਦੇ ਕੋਲ ਚਲ ਗਈ। ਮੈਂ ਕਿਹਾ ਵੀ ਲਓ ਹੁਣ ਤੁਸੀਂ ਮੈਨੂੰ ਜਾਣ ਦੇਣਾ ਕਿ ਨਹੀਂ ਜਾਣ ਦੇਣਾ? ਮੈਂ ਦਰਬਾਰ ਸਾਹਿਬ ਜਾਣਾ। ਮੈਂ ਕਿਹਾ ਤੁਸੀਂ ਘੰਟਾ ਹੋ ਗਿਆ ਮੈਨੂੰ ਇੰਨਾ ਹਿਰਾਸ ਕੀਤਾ ਹੈ, ਤੇ ਮੈਂ ਕਿਹਾ ਹੁਣ ਮੈਂ ਜਾਣਾ। ਤੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਜਾ ਸਕਦੇ। ਮੈਂ ਕਿਹਾ ਤੁਸੀਂ ਮੈਨੂੰ ਗੋਲੀ ਮਾਰੋ ਫਿਰ। ਮੈਂ ਕਿਹਾ ਮੈਂ ਤਾਂ ਚੱਲੀ। ਮੈਂ ਬੈਰੀਕੇਟਿੰਗ ਜਿਹੜੀ ਕੀਤੀ ਹੋਈ ਸੀ, ਮੈਂ ਬੈਰੀਕੇਡ ਨੂੰ ਫੜ ਲਿਆ। ਮੈਂ ਕਿਹਾ ਮੈਂ ਲੰਘਦੀ ਹਾਂ, ਤੁਸੀਂ ਗੋਲੀ ਮਾਰ ਦਿਓ। ਐਨੀ ਦਿਨ ਉਹਨਾਂ ਨੇ ਜਦੋਂ ਦੇਖਿਆ ਵੀ ਵਜੇਦ ਹੈਗੀ ਆ, ਗੱਡੀ ਇੱਕ ਪਾਸੇ ਲਾ ਲਈ ਸੀ, ਤੇ ਕਿੰਨਾ ਮੈਨੂੰ ਉੱਥੋਂ ਤੁਰ ਕੇ ਜਾਣਾ ਪੈਣਾ ਸੀ, ਉਰਲੇ ਪਾਸਿਓਂ ਸੜਕ ਤੋਂ ਜਿੱਧਰੋਂ ਦੀ ਆਪਾਂ ਲੰਘਦੇ ਹਾਂ ਜਾਨੇ ਦਰਬਾਰ ਸਾਹਿਬ। ਤੇ ਮੈਂ ਕਿਹਾ, ਉਹ ਕਹਿੰਦਾ ਇੱਕ ਪੁਲਿਸ ਵਾਲਾ ਆਇਆ ਮੁੰਡਾ, ਤੇ ਕਹਿੰਦਾ ਤੁਹਾਨੂੰ ਲੰਘਾ ਦਿੰਦੇ ਆ ਜੀ, ਤੁਹਾਨੂੰ ਜਾਣ ਦਿੰਦੇ ਆ, ਤੁਹਾਨੂੰ ਗੋਲੀ ਕਾਹਨੂੰ ਮਾਰਨੀ ਹੈ? ਮੈਂ ਕਿਹਾ ਹੁਣ ਤਾਂ ਠੰਡ ਪੈ ਗਈ ਆ ਵੀ ਇੰਨਾ ਤੁਸੀਂ ਮੈਨੂੰ ਹਰਟ ਕੀਤਾ ਹੈ ਅੱਜ। ਤੇ ਮੈਂ ਕਿਹਾ ਚਲੋ ਮੈਨੂੰ ਇੰਨਾ ਤੇ ਪਤਾ ਲੱਗਾ ਵੀ ਮੇਰਾ ਗਦਾਰਾਂ ਦੀ ਲਿਸਟ ਵਿੱਚ ਨਾਂ ਨਹੀਂ ਹੈਗਾ। ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ। ਤੇ ਮੈਂ ਉੱਥੋਂ ਤੁਰ ਕੇ ਗਈ ਅੱਗੇ, ਫਿਰ 2 ਜਗ੍ਹਾ ਨਾਕੇ ਲੱਗੇ ਸੀ, ਉਹਨਾਂ ਨੇ ਰੋਕ ਲਿਆ। ਫਿਰ ਉੱਥੋਂ ਲੰਘੇ ਅਸੀਂ ਜਦੋਂ ਮੈਂ ਅਕਾਲ ਤਖਤ ਸਾਹਿਬ ਤੇ ਗਈ, ਤੇ ਉੱਥੇ ਹਰ ਸਾਲ ਹੀ ਉੱਥੇ ਬੇਟੇ ਬੈਰੀਕੇਟਿੰਗ ਜਿਹੜੀ ਕੀਤੀ ਹੁੰਦੀ ਹੈ ਨਾ, ਮੈਨੂੰ ਇੰਨਾ ਦਰਦ ਸਰਕਾਰ ਦੇ ਜ਼ੁਲਮ ਦਾ ਨਹੀਂ ਹੈਗਾ, ਸਰਕਾਰ ਦੀਆਂ ਗੋਲੀਆਂ ਦਾ ਇੰਨਾ, ਜਿੰਨਾ ਮੇਰਾ ਸਰਕਾਰ ਨੇ ਨੁਕਸਾਨ ਕੀਤਾ, ਇੰਨਾ ਦਰਦ ਮੈਨੂੰ ਉਹ ਨਹੀਂ ਮਹਿਸੂਸ ਹੁੰਦਾ ਜਿੰਨਾ ਮੈਨੂੰ ਉਹ ਬੈਰੀਕੇਟਿੰਗ ਦਰਦ ਦਿੰਦੀ ਹੈ। ਤੇ ਮੈਂ ਜਦੋਂ ਉੱਥੇ ਗਈ ਉੱਪਰ ਅਕਾਲ ਤਖਤ ਸਾਹਿਬ, ਤੇ ਮੈਂ ਪੌੜੀ ਚੜ੍ਹਨ ਲੱਗੀ, ਤੇ ਮੈਨੂੰ ਅੱਗੋਂ ਸੇਵਾਦਾਰਾਂ ਨੇ ਰੋਕਤਾ। ਕਹਿੰਦੇ ਜੀ ਤੁਸੀਂ ਇੱਧਰੋਂ ਦੀ ਨਹੀਂ ਜਾ ਸਕਦੇ। ਮੈਂ ਕਿਹਾ ਕਿੱਧਰੋਂ ਦੀ ਜਾ ਸਕਦੀ ਹਾਂ? ਕਹਿੰਦਾ ਉੱਧਰੋਂ ਦੀ ਆ ਜਾਓ।
ਉਹ ਉਧਰੋਂ ਦੀ ਚੜ੍ਹ ਕੇ ਮੈਂ ਉੱਪਰ ਹੋਈ ਮੇਨ ਅਕਾਲ ਤਖਤ ਸਾਹਿਬ ਦੇ ਉਹ ਦਰਵਾਜ਼ੇ ਤੇ ਸਾਹਮਣੇ ਹੋਈ ਤੇ ਅੱਗੇ ਫੇਰ ਉਹਨਾਂ ਨੇ ਡੰਡਾ ਜਿਹਾ ਲਾਇਆ ਹੋਇਆ ਸੀ। ਮੈਂ ਕਿਹਾ ਪਰੇ ਕਰੋ, ਮੈਂ ਕਿਹਾ ਮੱਥਾ ਟੇਕ ਲੈਣ ਦਿਓ। ਅਸੀਂ ਭਰੇ ਮਨ ਨਾਲ ਜਾਂਦੇ ਹਾਂ ਤੇ ਭਰੇ ਰੋਂਦੇ ਦਿਲ ਨਾਲ ਹੀ ਅਸੀਂ ਉੱਥੋਂ ਵਾਪਸ ਆਉਂਦੇ ਹਾਂ ਹਰ 6 ਜੂਨ ਨੂੰ। ਇੱਕ ਵਾਰੀ ਨਹੀਂ, ਹਰ ਵਾਰੀ। ਤੇ ਜਦੋਂ ਮੈਂ ਕਹਿੰਦਾ ਜੀ ਇਧਰੋਂ ਨਹੀਂ ਤੁਸੀਂ ਜਾ ਸਕਦੇ, ਮੈਂ ਡੰਡਾ ਚੁੱਕ ਲਿਆ। ਫਿਰ ਮੈਂ ਕਿਹਾ ਹੁਣ ਜਿਹੜਾ ਵੀ ਅੜੇਗਾ ਇਹਦੇ ਸਿਰ 'ਚ ਮਾਰ ਦੇਣਾ, ਵੇਖੀ ਜਾਏਗੀ ਜਿਹੜੀ ਹੋਏਗੀ। ਮੈਂ ਡੰਡਾ ਚੁੱਕ ਲਿਆ। ਮੈਂ ਕਿ ਬਿਮਾਰੀ ਕੀ ਹੈ ਤੁਹਾਨੂੰ? ਮੈਂ ਕਿਹਾ ਇਹ ਬਾਪ ਸਾਰਿਆਂ ਦਾ ਸਾਂਝਾ ਕਿ ਤੁਹਾਡਾ ਇਕੱਲਿਆਂ ਦਾ? ਵੀ ਤੁਸੀਂ ਹੁਣ ਮੱਥਾ ਟੇਕਣ ਤੋਂ ਵੀ ਸਾਨੂੰ, ਤੇ ਨਾਲੇ ਤੁਸੀਂ, ਮੈਂ ਕਿਹਾ ਦੱਸ ਜੇ ਉਹ ਮੈਨੂੰ 37 ਸਾਲ ਹੋ ਗਏ ਸੰਘਰਸ਼ ਕਰਦੀ ਨੂੰ, ਔਰ ਇੰਨਾ ਕੁਝ ਕੌਮ ਦੇ ਲਈ ਆਪਾਂ ਪਲ ਪਲ ਆਪਣਾ ਲੇਖੇ ਲਾਇਆ, ਤੇ ਅਜੇ ਮੈਂ ਜਿਉਂਦੀ ਹਾਂ ਤੇ ਤੁਸੀਂ ਮੈਨੂੰ ਜਾਣਦੇ ਨਹੀਂ, ਤੇ ਮਰ ਗਈ ਤੇ ਤੁਸੀਂ ਕੀ ਪਛਾਣਨਾ? ਤੁਸੀਂ ਸਾਨੂੰ ਆਹੀ ਕੁਝ ਸਾਡੇ ਮਰਨ ਤੋਂ ਬਾਅਦ ਕਰੇ, ਤੁਸੀਂ ਕੀ ਕਰਨਾ? ਤੇ ਅਜੇ ਤੇ ਜਿੰਦੇ ਬੈਠੇ ਹਾਂ। ਤੇ ਉਹ ਫਿਰ ਇੱਕ ਸੇਵਾਦਾਰ ਹੈ, ਕਹਿੰਦਾ ਜਾਣ ਦਿਓ ਇਹਨਾਂ ਨੂੰ, ਕਿਉਂ ਰੋਕਦੇ ਹੋ? ਤੇ ਉਹਨੇ ਫਿਰ ਅੰਦਰ ਜਾਣ ਦਿੱਤਾ। ਤੇ ਮੈਂ ਥੋੜੀ ਦੇਰ ਬੈਠੀ, ਮਨ ਬੜਾ ਔਖਾ ਸੀਗਾ ਮੇਰਾ ਵੀ ਸਾਡੇ ਨਾਲ ਇਹ ਸਲੂਕ ਹੁੰਦਾ ਤੇ ਫਿਰ ਬਾਕੀਆਂ ਨਾਲ ਕੀ ਹੁੰਦਾ ਹੋਵੇਗਾ। ਫਿਰ ਉੱਥੇ ਮੈਂ ਦੇਖਿਆ ਇੱਕ ਸੰਤ ਜਰਨੈਲ ਸਿੰਘ ਦਾ ਬੇਟਾ ਬੈਠਾ ਸੀ, ਇੱਕ ਭਾਈ ਅਮਰੀਕ ਸਿੰਘ ਦਾ ਪਰਿਵਾਰ ਬੈਠਾ ਸੀ, ਤੇ ਕੋਈ ਭਰਾ ਭਰਜਾਈਆਂ, ਤੇ ਭਾਈ ਅਮਰੀਕ ਸਿੰਘ ਦੀ ਸਿੰਘਣੀ, ਤੇ ਇੱਕ ਸਤਵੰਤ ਸਿੰਘ ਦਾ ਭਰਾ ਬੈਠਾ ਸੀਗਾ, ਸ਼ਹੀਦ ਭਾਈ ਸਤਵੰਤ ਸਿੰਘ ਦਾ। ਤੇ ਬਸ ਇਹ 3-4 ਪਰਿਵਾਰ ਅੱਗੇ ਬੈਠੇ ਹੋਏ ਸੀਗੇ। ਤੇ ਮੈਂ ਪਿੱਛੇ ਜਾ ਕੇ ਜਿੰਨਾ ਚਿਰ ਕੀਰਤਨ ਚੱਲਦਾ ਰਿਹਾ ਮੈਂ ਕੀਰਤਨ ਸੁਣਦੀ ਰਹੀ। ਤੇ ਮੁੜ ਕੇ ਮੇਰੇ ਤੋਂ ਬੈਠਿਆ ਵੀ ਨਹੀਂ ਸੀ ਜਾ ਰਿਹਾ, ਮੇਰੇ ਦਰਦ ਹੋਣ ਲੱਗੀ ਸੀ ਛਾਤੀ 'ਚ, ਖੂਨ ਦੀ ਉਲਟੀ ਆਈ ਸੀ ਨਾ। ਤੇ ਟ੍ਰੀਟਮੈਂਟ ਤਾਂ ਕੋਈ ਲਈ ਨਹੀਂ, ਡਾਕਟਰ ਵੱਲ ਗਈ ਨਹੀਂ, ਵੱਡੇ ਡਾਕਟਰ ਕੋਲ ਆ ਗਈ। ਤੇ ਗੁਰੂ ਰਾਮਦਾਸ ਤੋਂ ਵੱਡਾ ਕੋਈ ਡਾਕਟਰ ਹੀ ਨਹੀਂ ਹੈਗਾ। ਜਾਣਾ ਉੱਥੇ ਸ਼ਹੀਦਾਂ ਨੂੰ ਨਮਸਕਾਰ ਕਰਾਂਗੇ, ਬਚਾਉਣਾ ਹੋਏਗਾ ਬਚਾ ਲੈਣਗੇ, ਨਹੀਂ ਤਾਂ ਤੋੜ ਦੇਣਗੇ, ਜਾਣਾ ਤਾਂ ਹੈ ਹੀ ਹੈ। ਤੇ ਉੱਥੇ ਫਿਰ ਮੈਂ ਨਾ ਥੱਲੇ ਨਿਸ਼ਾਦ ਸਾਹਿਬਾਂ ਦੇ ਲਾਗੇ ਆ ਕੇ ਮੈਂ ਬਹੁਤ ਵਿਰਾਗ ਕੀਤਾ। ਮੈਨੂੰ ਉਹ ਡੰਡੇ ਜਿਹੜੇ ਹਰ ਵਾਰੀ ਲਾਉਂਦੇ ਨੇ, ਮੈਨੂੰ ਬਹੁਤ ਚੁੱਭਦੇ ਨੇ, ਮੈਨੂੰ ਆਵਾਜ਼ਾਂ ਮਾਰਦੇ ਰਹਿੰਦੇ ਨੇ ਸਰੋਪੇ ਵਾਸਤੇ। ਮੈਂ ਜਾਂਦੀ ਨਹੀਂ, ਮੈਂ ਸਰੋਪਾ ਲੈਂਦੀ ਨਹੀਂ। ਮੈਂ ਕਿਹਾ ਜਿਹਨਾਂ ਹੱਥਾਂ ਦੇ ਨਾਲ ਬੈਰੀਕੇਟਿੰਗ ਕਰਦੇ ਉਹਨਾਂ ਹੱਥਾਂ ਨਾਲ ਮੈਂ ਸਰੋਪਾ ਨਹੀਂ ਲੈ ਸਕਦੀ। ਤਾਂ ਸਰਕਾਰ ਨੇ ਤਾਂ ਸਾਨੂੰ ਘੱਟ ਗੁਲਾਮ ਕੀਤਾ ਹੋਇਆ, ਤੁਸੀਂ ਵੱਧ ਕੀਤਾ ਹੋਇਆ। ਜਿਹੜੇ ਘਰ 'ਚ ਗੁਲਾਮ ਨੇ ਉਹ ਬਾਹਰੋਂ ਕੀ ਆਜ਼ਾਦੀ ਭਾਲਦੇ ਨੇ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਧਿਆਨ ਮੰਗਦੀਆਂ ਨੇ। ਤੇ ਜੀ ਨਹੀਂ ਕਰਦਾ ਵੀ ਝੱਗਾ ਚੁੱਕਾਂਗੇ, ਢਿੱਡ ਆਪਣਾ ਨੰਗਾ ਹੋਣਾ, ਤੇ ਅਸੀਂ ਸਵਾਏ ਅਸੀਂ ਦੁਸ਼ਮਣਾਂ ਨੂੰ ਹਸਾਉਣ ਦੇ, ਦੁਸ਼ਮਣਾਂ ਨੂੰ ਖੁਸ਼ ਕਰਨ ਦੇ, ਅਸੀਂ ਹੋਰ ਇਹਦੇ ਵਿੱਚੋਂ ਕੱਢਣਾ ਕੀ ਆ। ਤੇ ਕਈ ਗੱਲਾਂ ਮੈਂ ਇੱਦਾਂ ਹੀ ਦੱਬ ਜਾਂਦੀ ਹਾਂ, ਕੁੱਠ ਜਾਂਦੀ ਹਾਂ। ਕੋਈ ਕੁਝ ਕਹਿ ਵੀ ਜਾਂਦਾ ਹੈ ਤੇ ਲੋਕ ਮੈਨੂੰ ਕਹਿਣਗੇ ਬੀਬੀ ਜੀ ਤੁਸੀਂ ਬੋਲੇ ਨਹੀਂ। ਮੈਂ ਕਹਿੰਦੀ ਹਾਂ ਨਹੀਂ, ਸਾਡੀ ਲੜਾਈ ਆਪਣੇ ਹੱਕਾਂ ਦੀ ਹੈ, ਸਾਡੀ ਹੋਂਦ ਦੀ ਲੜਾਈ, ਉਹ ਬਹੁਤ ਵੱਡਾ ਸੰਘਰਸ਼ ਹੈ। ਨਿੱਕੀਆਂ ਨਿੱਕੀਆਂ ਲੜਾਈਆਂ 'ਚੋਂ ਉੱਪਰ ਉੱਠ ਖਲੋਵੋ। ਜੇ ਆਪਾਂ ਇੱਦਾਂ ਉਲਝੇ ਰਹੇ ਤੇ ਅਸੀਂ ਆਪਣੀ ਲੜਾਈ ਮਤਲਬ ਨਹੀਂ ਲੜ ਸਕਾਂਗੇ, ਅਸੀਂ ਆਪਣੀ ਹੋਂਦ ਨਹੀਂ ਬਚਾ ਸਕਾਂਗੇ। ਸੋ ਇਸ ਕਰਕੇ ਜਿਹਨਾਂ ਲੋਕਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕੀਤੀਆਂ, ਆਪਣੇ ਤਨ ਦਾ, ਆਪਣੇ ਸਰੀਰ ਦਾ, ਕਤਰਾ ਕਤਰਾ ਖੂਨ ਦਾ ਗੁਰੂ ਦੀ ਖੁਸ਼ੀ ਵਾਸਤੇ ਤੇ ਸਿੱਖ ਕੌਮ ਦੀ ਆਸਥਾ ਤੋਂ ਕੁਰਬਾਨ ਕੀਤਾ, ਤੇ ਜੇ ਉਹਨਾਂ ਦੇ ਮਗਰ ਜਿਹੜੇ ਰਹਿ ਗਏ ਉਹਨਾਂ ਦਾ ਇਹ ਹਾਲ ਹੈ, ਤੇ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਵੀ ਇਤਿਹਾਸ ਕਿਹੋ ਜਿਹਾ ਸਿਰਜ ਰਹੇ ਨੇ ਇਹ ਲੋਕ।